ਪ੍ਰਾਈਮ ਏਸ਼ੀਆ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਫੋਕਸ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਤੁਹਾਨੂੰ ਇਹ ਲੱਗੇਗਾ ਕਿ ਗੱਲਬਾਤ ਇਹ ਦੁਨੀਆ ਦੀ ਨਹੀਂ, ਗੱਲਬਾਤ ਖੁਦ ਸਾਡੀ ਹੋ ਰਹੀ ਹੈ। ਅਸਲ ਦੇ ਵਿੱਚ ਗੱਲਾਂ ਚੰਗੀਆਂ ਵੀ ਉਹੀ ਲੱਗਦੀਆਂ ਨੇ ਤੇ ਕਰਨੀਆਂ ਵੀ ਉਹੀ ਬਣਦੀਆਂ ਨੇ, ਉਹੀ ਚਾਹੀਦੀਆਂ ਨੇ, ਜਿਸ ਦੇ ਵਿੱਚ ਸਾਨੂੰ ਇਸ ਗੱਲ ਦਾ ਅਹਿਸਾਸ ਹੋਵੇ, ਫੀਲ ਹੋਵੇ ਕਿ ਗੱਲ ਸਾਡੀ ਹੋ ਰਹੀ ਹੈ, ਗੱਲ ਸਭਨਾਂ ਦੀ ਹੋ ਰਹੀ ਹੈ, ਗੱਲ ਸਾਂਝੀ ਹੋ ਰਹੀ ਹੈ। ਸਾਡੇ ਆਲੇ ਦੁਆਲੇ ਚੁਗਰ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ, ਇਹ ਉਸੇ ਵਰਤਾਰੇ ਦੀ ਗੱਲਬਾਤ ਹੋ ਰਹੀ ਹੈ। ਅਸੀਂ ਭਾਵੇਂ ਕਿਸੇ ਪਿੰਡ ਤੋਂ ਆਈਏ, ਕਿਸੇ ਸ਼ਹਿਰ ਤੋਂ ਆਈਏ, ਕਿਸੇ ਕਸਬੇ ਤੋਂ ਆਈਏ, ਕਿਸੇ ਮਹਾਨਗਰ ਤੋਂ ਆਈਏ, ਲਗਭਗ ਸਥਿਤੀਆਂ ਜਾਂ ਪਰਿਸਥਿਤੀਆਂ 'ਚ ਭਾਵੇਂ ਬਦਲਦੀਆਂ ਰਹਿੰਦੀਆਂ ਨੇ, ਪਰ ਆਹ ਗੱਲਾਂ ਬਾਤਾਂ ਜਿਹੜੀਆਂ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਇਹ ਲਗਭਗ ਸਾਰਿਆਂ ਦੀਆਂ ਇਸੇ ਤਰ੍ਹਾਂ ਸਾਂਝੀਆਂ ਹੀ ਰਹਿੰਦੀਆਂ ਨੇ। ਮੁੱਢ ਕਦੀਮ ਤੋਂ ਚੱਲੀਆਂ ਵੀ ਆਈਆਂ ਨੇ, ਚੱਲ ਵੀ ਰਹੀਆਂ ਨੇ ਅਤੇ ਚੱਲਦੀਆਂ ਵੀ ਰਹਿਣਗੀਆਂ। ਭਾਵੇਂ ਇਸ ਦਾ ਰੂਪ ਬਦਲਦਾ ਰਹੇ, ਪਰ ਮੂਲ ਰੂਪ ਉਹੀ ਰਹਿਣਾ ਹੈ। ਸੋ ਇਹਨਾਂ ਗੱਲਾਂ ਬਾਤਾਂ ਵਿੱਚ ਅੱਜ ਮੈਂ ਤੁਹਾਨੂੰ ਸ਼ਾਮਲ ਕਰਨਾ ਚਾਹੁੰਦਾ। ਤੁਹਾਡੀਆਂ ਟਿੱਪਣੀਆਂ ਦਾ ਜਿੱਥੇ ਇੰਤਜ਼ਾਰ ਰਹੇਗਾ, ਆਓ ਸਭ ਤੋਂ ਪਹਿਲਾਂ ਪਰਮਵੀਰ ਬਾਠ ਸਾਹਿਬ ਨੂੰ ਪ੍ਰੋਗਰਾਮ ਦੌਰਾਨ ਸ਼ਾਮਲ ਕਰਦੇ ਹਾਂ। ਬਾਠ ਸਾਹਿਬ ਜੀ ਆਇਆਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੈਨੀਪਾਲ ਸਾਹਿਬ, ਜਿਹੜੀ ਨਾ ਘੜੀ ਤੁਸੀਂ ਲਾਈ ਆ, ਜੀ 2 ਸਾਲ ਪਹਿਲਾਂ ਮੈਂ ਵੀ ਲਾਉਂਦਾ ਹੁੰਦਾ ਸੀ, ਹੁਣ ਰਿਵਾਜ ਨਹੀਂ ਨਾ ਇਹਦਾ। ਹਾਂ, ਫਿਰ ਮੈਂ ਛੱਡਤੀ, ਹੁਣ ਮੈਂ ਲਾਉਂਦਾ ਹੀ ਨਹੀਂ। ਹੁਣ ਜਾਣੀ ਨਵੇਂ ਮੁੰਡੇ ਨਹੀਂ ਲਾਉਂਦੇ ਹੁਣ ਉਹ ਘੜੀ, ਕਿਉਂਕਿ ਮੋਬਾਈਲ ਹੁੰਦਾ, ਉੱਥੋਂ ਅਸੀਂ ਟਾਈਮ ਦੇਖ ਲਈਦਾ। ਤੇ ਨਾਲੇ ਇਹ ਘੜੀ ਕਿਹੜਾ ਤੁਸੀਂ ਆਪ ਲਈ ਹੋਣੀ ਆ, ਇਹ ਕਿਸੇ ਨੇ ਦਿੱਤੀ ਹੁੰਦੀ, ਗਿਫਟ ਦਿੱਤਾ ਜੀ ਕਿਸੇ ਨੇ। ਹਾਂ, ਇੰਨੀ ਕੁ ਗੱਲ ਤੇ ਲੜੀ ਦਾ ਆਪਾਂ ਨਹੀਂ, ਇੰਨੀ ਤਾਂ ਕਹਿਣ ਨਹੀਂ ਦਿੰਦੇ ਜਿੰਨੀ ਮੈਂ ਸੁਣ ਲਈ। ਜਿੰਨੀ ਸੁਣ ਲਈ, ਮੈਂ ਤਾਂ ਇਹੀ ਦੱਸਣ ਦੀ ਕੋਸ਼ਿਸ਼ ਕੀਤੀ, ਬਸ ਇੰਨਾ ਕਿ ਜੇ ਹੌਸਲਾ ਕਰ ਲਓ, ਲੜਾਈ ਟਲ ਸਕਦੀ ਆ। ਇਹ ਵੀ ਨਾਲੇ ਹੁੰਦਾ, ਤੁਸੀਂ ਕੱਲ ਗੱਡੀ ਜਾਂਦੇ ਹੀ ਨਾ ਜਦੋਂ, ਮੈਂ ਉੱਥੇ ਖੜਾ ਤੇ ਤੁਸੀਂ ਖੰਗੂਰਾ ਮਾਰ ਕੇ ਲੰਘੇ। ਹਾਂ, ਤੂੰ ਮੈਨੂੰ ਦੇਖਿਆ ਨਹੀਂ, ਇਗਨੋਰ ਕੀਤਾ? ਨਹੀਂ, ਤੁਸੀਂ ਖੰਗੂਰਾ ਨਾ ਮਾਰਿਆ ਕਿੱਦਾਂ? ਮੈਂ ਤਾਂ ਹਲੇ ਗੱਲ ਬੰਦਿਆਂ ਤੇ ਪਹੁੰਚ ਜਾਂਦੀ, ਮੈਂ ਤਾਂ ਘਰੇ ਨਹੀਂ ਦੱਸਿਆ ਅਜੇ। ਨਹੀਂ ਤਾਂ ਫਿਰ ਇੱਥੇ ਪਤਾ ਲੱਗ ਜਾਂਦਾ ਅੱਜ ਤੁਸੀਂ ਇਹ ਕੋਈ ਗੱਲਾਂ ਥੋੜੀ ਆ। ਸੋ ਨਿੱਕੀਆਂ ਨਿੱਕੀਆਂ ਗੱਲਾਂ ਵੱਡੀਆਂ ਬਣਾ ਲਈਆਂ ਨੇ। ਦਰਅਸਲ WhatsApp ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਦੇਖੋ, ਕਿਸੇ ਵਿਅਕਤੀ ਨੇ ਘੜੀ ਲਈ ਜਾਂ ਕਿਸੇ ਵਿਅਕਤੀ ਨੇ ਉਹਨੂੰ ਤੋਹਫੇ ਵਿੱਚ ਦਿੱਤੀ, ਜਾਂ ਉਹ ਖੁਦ ਖਰੀਦ ਕੇ ਲਿਆ, ਜਾਂ ਉਹਦੇ ਪਰਿਵਾਰਕ ਮੈਂਬਰ ਨੇ ਉਹਦੇ ਵਾਸਤੇ ਸੋਚਿਆ ਕਿ ਇਹਨੂੰ ਇੱਕ ਘੜੀ ਦੀ ਜ਼ਰੂਰਤ ਹੈ। ਘੜੀ ਮੈਂ ਬੰਨੀ ਹੈ, ਮੈਨੂੰ ਉਹ ਸਮਾਂ ਦੱਸਦੀ ਹੈ। ਹੋ ਸਕਦਾ ਹੈ ਕਿਸੇ ਉਸ ਵਿਅਕਤੀ ਦਾ ਵੀ ਇਹ ਕੰਮ ਜਾਂ ਬੁੱਤਾ ਸਾਰ ਦੇਵੇ ਜਿਹਨੂੰ ਟਾਈਮ ਦੇਖਣਾ ਨਹੀਂ ਆਉਂਦਾ, ਜਾਂ ਜਿਹਦੇ ਕੋਲ ਘੜੀ ਨਹੀਂ। ਢਿੱਡ ਮੇਰਾ ਦੁਖੀ ਜਾਂਦਾ। ਢਿੱਡ ਉਸ ਬੰਦੇ ਦਾ ਦੁਖਦਾ ਹੈ ਜਿਹਦੇ ਨਾਂ ਤਾਂ ਲੱਗੀ ਹੋਈ ਹੈ ਜੀ, ਨਾ ਉਹਨੇ ਖਰੀਦੀ ਹੈ, ਨਾ ਉਹਦੀ ਜੇਬ 'ਚੋਂ ਕੋਈ ਪੈਸਾ ਟਕਾ ਗਿਆ ਹੈ, ਨਾ ਉਹਨੂੰ ਕੋਈ ਵਜਨ ਮਹਿਸੂਸ ਹੋ ਰਿਹਾ, ਪਰ ਉਹਨੂੰ ਸਿਰਫ ਇਹੀ ਹੈ ਕਿ ਇਹੋ ਜਿਹੀ ਘੜੀ ਹੁਣ ਕੌਣ ਲਾਉਂਦਾ ਬਈ? ਨਹੀਂ ਲਾਉਂਦਾ, ਤੂੰ ਆਪਣੇ ਨਾਂ ਦੀ ਨਵੀਂ ਲੈ ਲਾ ਜੀ। ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਸਿਰਫ ਇਹ ਇੱਕ ਲੜਾਈ ਦਾ ਜ਼ਰੀਆ ਭਾਵੇਂ ਉਹਨੇ ਤਾਂ ਕਰ ਦਿੱਤਾ, ਪਰ ਗਾਂਹ ਵਾਲੇ ਨੂੰ ਵੀ ਨਾ ਥੋੜਾ ਜਿਹਾ ਤਹੰਮਲ, ਜਿਵੇਂ ਮੈਂ ਰੱਖਿਆ, ਹੋਰ ਰੱਖ ਲੈਣਾ ਚਾਹੀਦਾ। ਕਿ ਦੇਖੋ, ਗੱਲਾਂ ਬਾਤਾਂ ਤਾਂ ਉਹੀ ਰਹਿੰਦੀਆਂ ਨੇ। ਮੈਂ ਜਿਸ ਤਰ੍ਹਾਂ ਕਿਹਾ ਕਿ ਮੂਲ ਰੂਪ ਉਹੀ ਹੁੰਦੇ ਨੇ, ਪਰ ਸਥਿਤੀਆਂ ਬਦਲ ਜਾਂਦੇ ਨੇ। ਹੋ ਸਕਦਾ ਜਿਸ ਤਰ੍ਹਾਂ ਆਪਾਂ ਘੜੀ ਤੋਂ ਗੱਲ ਸ਼ੁਰੂ ਕੀਤੀ ਹੈ, ਹੋ ਸਕਦਾ ਜਿਹੜੇ ਬਜ਼ੁਰਗ 50 ਸਾਲ ਪਹਿਲਾਂ ਹੁੰਦੇ ਸੀ, ਉਹਨਾਂ ਕੋਲ ਘੜੀ ਨਾ ਹੁੰਦੀ ਹੋਵੇ, ਉਹ ਚਾਦਰੇ ਪਿੱਛੇ ਲੜਦੇ। ਹੁਣ ਤੂੰ ਕਿਵੇਂ ਬੰਨਿਆ ਹੋਏ, ਤੈਨੂੰ ਪਤਾ ਨਹੀਂ ਲੜ ਕਿਵੇਂ ਛੱਡੀ ਦੀ ਨਾਲ ਦੁਆਲੇ ਨੂੰ। ਜਾਂ ਕਿਸੇ ਨੇ ਵੀ ਬਿਨਾਂ ਵਜ੍ਹਾ ਤੋਂ ਅੱਜ ਤੂੰ ਪੱਗ ਬੰਨੀ ਫਿਰਦਾ, ਤੂੰ ਪੱਗ ਨੂੰ ਮਾਵਾ ਕਿਉਂ ਲਵਾ ਲਿਆ? ਵਿਆਹ ਸਾਡੇ ਆ, ਚਾਦਰਾ ਤੂੰ ਲਾਈ ਫਿਰ। ਦੇਖੋ, ਸਮੇਂ ਦੇ ਨਾਲ ਗੱਲਾਂ ਬਦਲ ਗਈਆਂ ਜੀ, ਪਰ ਅਸਲ ਦੇ ਵਿੱਚ ਮੂਲ ਰੂਪ ਉਹਨਾਂ ਦਾ ਉਹੀ ਹੈ ਕਿ ਗੱਲ ਦੀ ਸ਼ੁਰੂਆਤ ਜਾਂ ਝਗੜੇ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਤੁਹਾਡੇ ਪਿੰਡ ਜਾਂ ਸ਼ਹਿਰ ਲੈ ਜਾਣਾ। ਘਰ ਵਾਲਾ ਝਗੜਾ ਮੈਂ ਕਹਿੰਦਾ ਬਾਹਰ ਰੱਖ ਲਈਏ। ਬੈਨੀਪਾਲ ਸਾਹਿਬ, ਦੇਖੋ, ਘਰ ਵਾਲਾ ਝਗੜਾ ਤਾਂ ਆਪਾਂ ਨੇ 4 ਦੀਵਾਰੀ ਦੇ ਅੰਦਰਲੀ ਗੱਲ ਤਾਂ ਜੀ ਕਰਨੀ ਨਹੀਂ। ਅੰਦਰ ਕੀ ਹੁੰਦਾ, ਰਿੱਝੀ ਜਾਵੇ, ਕੁਝ ਹੋ ਜਾਵੇ, ਉਹ ਕਿਸੇ ਦਿਨ ਹੋਰ ਖੋਲਾਂਗੇ, ਗੱਲਾਂ ਤਾਂ ਸਾਰੀਆਂ ਖੋਲਾਂਗੇ। ਪਰ ਅੱਜ ਪਿੰਡ ਦੇ ਝਗੜੇ ਦੀ ਗੱਲ ਕਰਨੀ ਆ। ਮੈਨੂੰ ਲੱਗਦਾ ਕਿ ਅੱਜ ਆਪਾਂ ਪਿੰਡ ਨਾਲ ਤੋਰਨਾ ਜੀ। ਜਦੋਂ ਪਿੰਡ ਨਾਲ ਤੋਰਨਾ ਤਾਂ ਦਰਸ਼ਕਾਂ ਦਾ ਪਰਿਵਾਰ ਸਾਰਾ ਨਾਲ ਤੁਰ ਪੈਣਾ। ਹੁਣ 2 ਤਰ੍ਹਾਂ ਦੇ ਝਗੜੇ ਨੇ ਜੀ। ਇੱਕ ਤਾਂ ਹੁੰਦੇ ਆ ਸਮੂਹ 'ਚ, ਗਰੁੱਪ 'ਚ, ਜਾਣੀ ਕਿ ਫਲਾਨਿਆਂ ਦਾ ਧੜਾ ਤੇ ਆ ਸਾਡਾ ਧੜਾ, ਉਸ ਗਲੀ ਦੇ ਬੰਦੇ ਤੇ ਅਸੀਂ ਇਸ ਗਲੀ ਦੇ ਬੰਦੇ, ਉਹ ਫਲਾਨੀ ਪੱਤੀ ਦੇ ਬੰਦੇ ਤੇ ਅਸੀਂ ਫਲਾਨੀ ਪੱਤੀ ਦੇ ਬੰਦੇ। ਇੱਕ ਝਗੜਾ ਹੁੰਦਾ ਜਿੱਦਾਂ ਇੱਕ ਪਰਿਵਾਰ ਦਾ ਦੂਜੇ ਪਰਿਵਾਰ ਨਾਲ। ਹੁਣ ਇੱਕ ਪਰਿਵਾਰ ਦਾ ਦੂਜੇ ਪਰਿਵਾਰ ਨਾਲ, ਹੁਣ ਤੁਹਾਡਾ ਕਿਹੜਾ ਝਗੜਾ ਤੁਸੀਂ ਦੇਖਿਆ, ਤੇ ਨਾਲ ਇਸ ਗੱਲ ਦੇ ਉੱਤੇ ਧਿਆਨ ਜ਼ਰੂਰ ਰੱਖਿਓ ਕਿ ਕੀ ਉਹ ਝਗੜਾ ਰੋਕਿਆ ਜਾ ਸਕਦਾ ਸੀ ਜਾਂ ਨਹੀਂ। ਹੁਣ ਬੈਨੀਪਾਲ ਸਾਹਿਬ, ਇੱਕ ਬੜਾ ਸਧਾਰਨ ਜਿਹਾ ਝਗੜਾ ਜਿਹੜਾ ਹੁੰਦਾ ਨਾ ਜੀ, ਉਹ ਹੁੰਦਾ ਪਰਨਾਲੇ ਦਾ। ਹੁਣ ਪਨਿਆਲਾ ਕਹਿ ਲਓ, ਪਰਨਾਲਾ ਕਹਿ ਲਓ, ਉਹ ਜਿਵੇਂ ਵੀ ਕੋਈ ਪਰਨਾਲਾ ਦਾ ਪਰਨਾਲਾ ਹੀ ਹੈ। ਹਾਂ, ਪਰਨਾਲਾ ਵੀ ਕਹਿ ਦਿੰਦੇ ਹੋਣਗੇ। ਕਹਿ ਦਿੰਦੇ ਆ ਵੀ ਛੱਤ ਤੋਂ ਜਿਹੜਾ ਪਾਣੀ ਮੀਂਹ ਵਾਲਾ ਡਿੱਗਣਾ। ਹੁਣ ਕਈ ਵਾਰੀ ਦੇਖਿਆ ਹੋਊਗਾ ਕਿ ਪਿੰਡਾਂ ਦੇ ਵਿੱਚ ਵੱਡੇ ਝਗੜੇ ਹੋ ਜਾਂਦੇ ਆ। ਨਹੀਂ, ਉਹ ਗਲੀ ਦੇ ਵਿੱਚ ਤੁਸੀਂ ਪਰਨਾਲਾ ਰੱਖ ਲਿਆ। ਹੁਣ ਪਰਨਾਲਾ ਕਈ ਵਾਰੀ ਹੁੰਦਾ ਕਿ ਕਿਸੇ ਦਾ ਪਲਾਟ ਖਾਲੀ ਪਿਆ ਤੇ ਉਹਨੇ ਪਰਨਾਲਾ ਇੱਧਰ ਨੂੰ ਰੱਖ ਲਿਆ। ਕਹਿੰਦਾ ਲੈ, ਇਹਦਾ ਤਾਂ ਕਬਜ਼ਾ ਹੋ ਜਾਊਗਾ। ਭਲਕ ਨੂੰ ਇਹ ਬੰਦਾ ਕਹੂਗਾ, ਦੇਖੋ ਜੀ, ਖੇਤ ਤਾਂ ਇਹ ਸਾਡਾ ਸੀ, ਪਲਾਟ ਤਾਂ ਇਹ ਸਾਡਾ ਸੀ, ਇਧਰ ਨੂੰ ਪਰਨਾਲਾ ਇਹ ਕਿੱਦਾਂ ਰੱਖ ਸਕਦੇ ਆ। ਕਈ ਵਾਰੀ ਗੁਆਂਢੀ ਨੂੰ ਕਹਿਣ ਦੀ ਹਿੰਮਤ ਨਹੀਂ ਹੁੰਦੀ, ਰਾਜ ਮਿਸਤਰੀ ਢਾ ਲੈਣਾ। ਤੈਨੂੰ ਨਹੀਂ ਪਤਾ, ਸਾਰੇ ਰੱਖਣਾ ਸੀ ਕਿ ਨਹੀਂ? ਸਾਰੇ ਪਿੰਡ ਨੂੰ ਪਤਾ, ਉਹ ਪਲਾਟ ਸਾਡਾ, ਸਾਡੇ ਬਾਬੇ ਨੇ ਖਰੀਦਿਆ ਸੀ, ਸਾਡਾ ਜੱਦੀ ਆ। ਨਾ ਤੈਨੂੰ ਅਗਲਾ ਕਹੂਗਾ ਤਾਂ ਤੂੰ ਸਾਡੇ ਘਰ ਦੇ ਵਿੱਚ ਆ ਕੇ ਕੰਧ ਪਾ ਦੇਂਗਾ।
ਅਗਲੇ ਨੇ ਕਹਿਤਾ, ਉਹ ਕਹਿੰਦਾ ਜੀ ਮਾਲਕਾਂ ਨੇ ਕਿਹਾ ਸੀ, ਅਗਲੇ ਨੇ ਇੱਟਾਂ ਲਿਆਂਦੀਆਂ, ਅਗਲੇ ਨੇ ਉਹ ਲਿਆਂਦਾ, ਜਿੱਧਰ ਨੂੰ ਉਹਨੇ ਕਰਨਾ, ਤੂੰ ਪ੍ਰਣਾਲਾ ਉੱਥੇ ਕਿੱਧਰ ਰੱਖਤਾ। ਨਾਲ ਇੱਕ ਗੱਲ ਹੋਰ ਵੀ WhatsApp ਸੋਚਣ ਵਾਲੀ ਹੈ ਜੀ। ਹੁਣ ਜਦੋਂ ਛੱਤ ਪਾਈ ਜਾਂਦੀ ਹੈ, ਛੱਤ ਦੀ ਇੱਕ ਪਾਸੇ ਨੂੰ ਢਲਾਣ ਹੈ, ਹੁਣ ਜੇ ਢਲਾਣ ਇੱਧਰ ਪਾਸੇ ਨੂੰ ਪ੍ਰਣਾਲਾ ਇੱਧਰ ਕਿਵੇਂ ਲਾ ਦੂ ਅਗਲਾ? ਨਹੀਂ, ਬੜੀ ਅਜੀਬ ਜਿਹੀ ਸਥਿਤੀ ਹੋ ਜਾਂਦੀ ਨਾ ਕਿ ਤੁਹਾਨੂੰ ਕੋਈ ਇਤਰਾਜ਼ ਹੈ, ਤੁਸੀਂ ਆ ਕੇ ਸਰਪੰਚ ਸਾਹਿਬ ਨੂੰ ਦੱਸ ਦਿਓ, ਲੰਬੜਦਾਰ ਸਾਹਿਬ ਨੂੰ ਦੱਸ, ਆਪ ਹੀ ਚੱਲ ਜਾਓ ਕਿ ਭਾਈ ਇਦਾਂ ਚੰਗਾ ਨਹੀਂ ਲੱਗਦਾ, ਆਪਾਂ ਨੇੜੇ ਤੇੜੇ ਰਹਿਣਾ। ਉਹ ਮਿਸਤਰੀ, ਹੁਣ ਮਿਸਤਰੀ ਨੇ ਤਾਂ ਕੰਮ ਕਰਨਾ, ਦਿਹਾੜੀ ਲੈਣੀ, ਤਾਂ ਬੱਚੇ ਪਾਲਣੇ। ਹੁਣ ਉਹਨੂੰ ਸੁਨੇਹਾ ਦੇਣਾ, ਮਿਸਤਰੀ ਜਾ ਕੇ ਦੱਸਦੀ ਉਹਨੂੰ। ਹੁਣ ਮਿਸਤਰੀ ਜਾ ਕੇ ਉਹਨੂੰ ਦੱਸੋ, ਫਲਾਨਾ ਨੂੰ ਕਹਿੰਦਾ ਤੂੰ ਕੌਣ ਡਾ ਕੇ ਆਉਣਾ ਬਈ, ਉਹਨੂੰ ਹੈਗੀ ਹੈ ਸਿੱਧੀ ਨਹੀਂ ਗੱਲ ਕਰ ਸਕਦਾ। ਉਹ ਮਿਸਤਰੀ ਵਿਚਾਰਾ ਵਿੱਚ ਐਵੇਂ ਹੀ ਰਗੜਿਆ ਜਾਣਾ। ਜੇ ਮਿਸਤਰੀ ਵੀ ਕਈ ਵਾਰੀ ਡਾਢੇ ਹੁੰਦੇ ਆ, ਮਜ਼ਦੂਰ ਢਾਲਣਾ, ਉਹ ਤੂੰ ਇੱਟਾਂ ਨਹੀਂ ਜਾਂਦਾ ਹੀ ਹੋਏ। ਮੈਂ ਦੇਖੀ ਨਾ 4 ਦਿਨ ਹੋਏ, ਨਾਲ ਬਿਟਰ ਇੱਧਰ ਨੂੰ ਦੇਖਦਾ ਰਹਿੰਦਾ, ਨਾਲੇ ਪ੍ਰਣਾਲਾ ਸਾਡਿਆਂ ਨੂੰ ਰੱਖ ਦਿੱਤਾ। ਉਹ ਗੁੱਸਾ ਉਹਦਾ ਕੱਢਣਾ ਕਿ ਉਹਨੇ ਤਾਂ ਲਿਆ ਕੇ ਸੁਨੇਹਾ ਦਿੱਤਾ ਸੀ, ਮਾਲਕ ਨੇ ਮੂਹਰੋਂ ਅੱਖਾਂ ਕੱਢਤੀਆਂ, ਫਿਰ ਉਹ ਮਜ਼ਦੂਰ ਦੇ ਉੱਤੇ ਗੁੱਸਾ। ਨਾਲ ਇੱਕ WhatsApp ਮੈਨੂੰ ਲੱਗਦਾ ਆਹ ਜਿਹੜੀ ਕਹਾਵਤ ਹੈ ਨਾ ਪੰਜਾਬੀ ਦੀ ਜੀ, ਕਿ ਪੰਚਾਂ ਦਾ ਕਿਹਾ ਸਿਰ ਮੱਥੇ ਨਹੀਂ ਬਦਲੀ ਦੇ ਪ੍ਰਣਾਲੇ ਜੀ, ਇਹ ਮੈਨੂੰ ਲੱਗਦਾ ਇੱਥੋਂ ਹੀ ਆਈ ਹੈ ਕਿ ਪੰਚਾਂ ਨੇ ਪੰਚਾਇਤ ਆ ਕੇ ਕੀਤੀ ਵੀ ਭਾਈ ਆ ਪ੍ਰਣਾਲਾ ਬਦਲ ਦਿਓ। ਕਹਾਂ ਹਾਂਜੀ ਬਦਲ ਦਿਆਂਗੇ ਜੀ। ਹੁਣ ਮੈਨੂੰ ਇਹ ਵੀ ਲੱਗਦਾ ਹੈ ਕਿ ਜੇ ਪ੍ਰਣਾਲੇ ਦੇ ਪਿੱਛੇ ਕੋਈ ਝਗੜਾ ਪਾਈ ਕਿਤੇ ਹੋਇਆ, ਮਾੜਾ ਮੋਟਾ ਰੌਲਾ ਰੱਪਾ ਕਿਤੇ ਪਿਆ, ਤੇ ਉਹ ਦੱਸ ਜ਼ਰੂਰ ਦਿਓ। ਤੇ ਵੈਸੇ ਜੇ ਕੋਈ ਪਟਵਾਰੀ ਸਾਹਿਬ, ਕੋਈ ਤਹਿਸੀਲਦਾਰ ਸਾਹਿਬ, ਕੋਈ ਕਾਨੂੰਗੋ ਸਾਹਿਬ ਸੁਣਦੇ ਹੁਣ, ਤੇ ਵੀ ਦੱਸ ਦਿਓ ਕਿ ਮੰਨ ਲਓ ਜੇ ਕਿਸੇ ਦੇ ਘਰ ਦਾ ਪ੍ਰਣਾਲਾ ਜੇ ਕਿਸੇ ਦੇ ਖੇਤਾਂ ਨੂੰ ਡਿੱਗਿਆ ਤਾਂ ਉਹਦਾ ਕਬਜ਼ਾ ਹੋ ਜਾਂਦਾ, ਉਹ ਭੜਕ ਨੂੰ ਕਾਨੂੰਨੀ ਤੌਰ ਦੇ ਉੱਤੇ ਕੋਈ ਕਰਨ ਜੋਗਾ ਹੈਗਾ। ਪਰ ਇੰਨੀ ਗੱਲ ਹੈਗੀ ਹੈ, ਪ੍ਰਣਾਲੇ ਦੇ ਝਗੜੇ ਆਪਣੇ ਪਿੰਡਾਂ 'ਚ ਹੁੰਦੇ ਆਏ ਆ। ਵੈਸੇ ਤਾਂ ਇਹ ਘਰ ਬਣਾਉਣ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਭਾਈ ਆਪਦੇ ਵਿਹੜੇ 'ਚ ਸੁੱਟੋ। ਤੇ ਦੂਸਰਾ, ਇੱਕ ਪ੍ਰਣਾਲੇ ਤੋਂ ਝਗੜਾ ਬੈਨੀਪਾਲ ਸਾਹਿਬ ਹੋਰ ਵੀ ਹੁੰਦਾ, ਗਲੀ ਦੇ ਵਿੱਚ ਮੰਨ ਲਓ ਤੁਹਾਡਾ ਪ੍ਰਣਾਲਾ ਡਿੱਗਦਾ, ਮੀਂਹ ਦਾ ਪਾਣੀ ਡਿੱਗਣਾ। ਹੁਣ ਕਈਆਂ ਨੇ ਤਾਂ ਇਦਾਂ ਹੁੰਦਾ ਕਿ ਉੱਪਰਲੇ ਪਾਸੇ ਨਾ 2-3 ਫੁੱਟ ਪਾਈਪ, 4 ਫੁੱਟ ਦੀ ਗਲੀ ਹੋਊ, 2 ਫੁੱਟ ਪਾਈਪ ਅਗਲੇ ਪਾਸੇ ਨੂੰ ਪਾਇਆ ਹੁੰਦਾ, ਤੇ ਜਦੋਂ ਫਿਰ ਮੀਂਹ ਪੈਂਦਾ ਤਾਂ ਗਲੀ ਦੇ ਐਨ ਅੱਧ ਵਿਚਾਲੇ ਸੈਂਟਰ 'ਚ ਜਾ ਕੇ ਪੈਂਦਾ, ਕਈਆਂ ਦੇ ਤੁਰੇ ਜਾਂਦੇ ਆ ਪੈਂਦਾ। ਹੁਣ ਅਗਲੇ ਨੇ ਆਪਦੀ ਕੰਧ ਬਚਾਈ ਹੁੰਦੀ ਆ ਕਿ ਭਾਈ ਜੇ ਕੰਧ ਦੇ ਨਾਲ ਪਾਣੀ ਡਿੱਗੂਗਾ ਤਾਂ ਮੇਰੀ ਕੰਧ ਨੂੰ ਸਲਾਬਾ ਆਊ, ਮੇਰੀ ਕੰਧ ਦਾ ਪਲਾਸਟਰ ਝੜ ਜੂ। ਜਾਂ ਕਈ ਵਾਰੀ ਤਾਂ ਹੁੰਦੀ ਸਾਡੇ ਵਰਗਿਆਂ ਦੀ ਟੀਪ ਆ, ਜਾਂ ਟੀਪ ਵੀ ਨਹੀਂ ਹੁੰਦੀ, ਉਹਦੇ ਵਿੱਚੋਂ ਖੁੱਤੀਆਂ ਜਿਹੀਆਂ ਐਵੇਂ ਇੱਟਾਂ 'ਚੋਂ ਨਿਕਲੀਆਂ ਹੁੰਦੀਆਂ। ਪਰ ਸਵਾਲ ਤਾਂ ਇਹ ਹੈ ਨਾ ਕਿ ਕਾਮਨ ਜੀ ਗੱਲ ਹੈ, ਇੱਕ ਸਧਾਰਨ ਜੀ ਗੱਲ ਹੈ ਕਿ ਅਸੀਂ ਹੁਣ ਲੋਕਾਂ ਦੇ ਸਿਰਾਂ ਦੇ ਵਿੱਚ ਪਾਣੀ ਪਾਉਣਾ ਹੈ ਜਾਂ ਕਿਵੇਂ ਪਾਉਣਾ ਹੈ। ਕਈ ਵਾਰੀ ਇਹ ਵੀ ਹੁੰਦਾ ਹੈ ਕਿ ਥੱਲੜੇ ਪਾਸੇ ਜਿਹੜਾ ਪਾਈਪ ਹੁੰਦਾ, ਮੰਨ ਲਓ ਕਿ ਆਪਣਾ ਘਰ ਦਾ ਰਸੋਈ ਦਾ ਪਾਣੀ ਆਉਂਦਾ ਜਾਂ ਵਾਸ਼ਰੂਮ ਦਾ ਪਾਣੀ ਆਉਂਦਾ, ਉਹਦੇ ਲਈ ਵੀ ਸਾਨੂੰ ਇਹ ਹੁੰਦਾ ਕਿ ਅਸੀਂ ਪਾਈਪ ਅੱਗੇ ਤੱਕ ਜਿਹੜਾ ਪਾ ਦੇਣਾ। ਹਾਲਾਂਕਿ ਇੱਕ ਟੀਜ ਹੀ ਮਿਲਦੀ ਹੁੰਦੀ, ਮੈਨੂੰ ਨਾਂ ਨਹੀਂ ਪਤਾ, ਜਿਹਦੇ ਨਾਲ ਪਾਣੀ ਸਿੱਧਾ ਨਾਲੀ 'ਚ ਡਿੱਗੇ। ਪਰ ਇਦਾਂ ਨਹੀਂ, ਅੰਦਰਲੇ ਪਾਸਿਓਂ ਬਾਲਟਾ ਪਾਣੀ ਦਾ ਹਟਾਉਣਾ ਤੇ ਉਹ ਸਾਰਾ ਗਲੀ ਦੇ ਵਿੱਚ ਆ ਜਾਣਾ, ਕਿਉਂਕਿ ਪਾਈਪ ਐ ਪਾ ਕੇ ਮੂਹਰਿਓਂ ਥੱਲੇ ਨੂੰ ਕਰਨਾ ਹੀ ਨਹੀਂ। ਨਿੱਕੀਆਂ ਗੱਲਾਂ ਤੇ ਇਹਨਾਂ ਦੇ ਉੱਤੇ ਧਿਆਨ ਦੇ ਲੈਣਾ ਚਾਹੀਦਾ। WhatsApp ਪ੍ਰਣਾਲੀ ਇਹਦਾ ਇੱਕ ਤਾਂ ਬੰਦਾ ਜਦੋਂ ਵੀ ਛੱਤ ਪਾਉਂਦਾ ਇੱਕ ਨਾਲ ਪਲਾਸਟਰ ਕਰਕੇ ਹੇਠਾਂ ਤੱਕ ਲਾਹੇ ਜਾਂਦੇ ਨੇ, ਬਹੁਤ ਖੂਬਸੂਰਤ ਵੀ ਲੱਗਦਾ। ਹੇਠਾਂ ਉਹਦੇ ਇੱਕ ਚੌਂਕੜੀ ਜੀ ਬਣਾਈ ਜਾਂਦੀ ਤਾਂ ਕਿ ਪਾਣੀ ਆਵੇ ਤੇ ਹੇਠਾਂ ਖਾਰ ਨਾ ਪਵੇ, ਬਿਨਾਂ ਪਾਈਪ ਤੋਂ ਜਿਹੜੇ ਹੁੰਦੇ ਨਾਲ ਬਿਨਾਂ ਨੀਂਹ ਦੇ ਵਿੱਚ ਪਾਣੀ ਨਾ ਜਾਵੇ ਜੀ। ਇੱਕ ਜਿਹਦਾ ਤੁਸੀਂ ਟੀ ਕੀਤੀ ਆ, ਬਹੁਤ ਸਾਰੇ ਲੋਕ ਨੇ ਜਿਹੜੇ ਟੀ ਪਾਉਂਦੇ ਨੇ, ਹੇਠਾਂ ਤੱਕ ਪਾਈਪ ਪਾਉਂਦਾ ਤੇ ਹੇਠਾਂ ਆ ਕੇ ਫਿਰ ਟੀ ਪਈ ਹੁੰਦੀ ਆ ਤੇ ਉਹਦਾ ਪਾਣੀ ਵੀ ਆਰਾਮ ਨਾਲ ਜਾਂਦਾ ਸਿੱਧਾ ਨਾਲੀ 'ਚ। ਕਈ ਕੀ ਹੈ ਮੇਰੇ ਵਰਗੇ ਗਰੀਬ ਵਿਚਾਰੇ, ਉਹ ਕਹਿੰਦੇ ਨੇ ਇਦਾਂ ਕਰਦੇ ਆ ਪਾਈਪ ਜਿਹੜਾ ਮੋਟਰ ਤੋਂ ਲਿਆਂਦਾ ਸੀ ਨਾ, ਕਿਸੇ ਤੋਂ ਵੱਡੋ, ਕਈ ਵਾਰੀ 2 ਫੁੱਟ ਦਾ ਵੀ ਹੁੰਦਾ, 1.5 ਦਾ ਵੀ ਹੁੰਦਾ, 3 ਦਾ ਵੀ ਹੁੰਦਾ, ਉਹਨੂੰ ਵੱਡਾ ਕਿਤੇ ਟੋਟਾ ਇੱਥੇ ਪੈਰਾਂ 'ਚ ਲੱਗਦਾ, ਫਿਰ ਪੀਲਾ ਜਿਹਾ ਪਾਈਪ ਚੱਕ ਦਿਓ ਤੇ ਸਾਰਾ ਹੀ ਦੱਬ ਦਿਓ। ਉਹਦੇ ਨੁਕਸਾਨ ਇੱਕ ਨਹੀਂ, ਉਹਦੇ ਕਈ ਵਾਰੀ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਨੇ। ਕਈ ਵਾਰੀ ਛੋਟੇ ਬੱਚੇ ਨਾ ਉੱਪਰ ਖੇਡਣ ਲੱਗ ਜਾਂਦੇ ਆ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਪਿੱਛੇ ਕਿੰਨਾ ਕੁ ਮਜ਼ਬੂਤ ਹੈ। ਜਿੰਨਾ ਲੰਬਾ ਪੈਪ ਓਨਾ ਮਾੜਾ ਜਿਹਾ ਵਜਨ ਹੈ ਤੇ ਹੇਠਾਂ ਡਿੱਗਣ ਦੇ ਚਾਂਸ ਜੀ। ਤੇ ਦੂਸਰਾ, ਜੇ ਗਲੀ ਪੱਕੀ ਵੀ ਕੀਤੀ ਹੋਈ ਹੈ ਇੱਟਾਂ ਦੀ, ਜਿੱਥੇ ਅੱਗ ਉਹਨੇ ਪਾਣੀ ਪਾਉਣਾ ਉੱਥੇ ਉਹਨੇ ਖਾਰ, ਜਿੱਥੇ ਧਾਰ ਪੈਂਦੀ ਹੈ ਖਾਰ ਪਾਉਣੀ ਹੈ। ਇਹਦਾ ਮਤਲਬ ਤੁਹਾਡੇ ਘਰ ਦੇ ਆਲੇ ਦੁਆਲੇ ਪਾਣੀ ਖੜਨ ਲੱਗਣਾ ਹੀ ਲੱਗਣਾ ਹੈ। ਜੇ ਉਹ ਨਾਲੀ ਤੋਂ ਬਾਹਰ ਜਾ ਕੇ ਪਾਣੀ ਡਿੱਗ ਰਿਹਾ, ਇਹਦਾ ਮਤਲਬ ਲੜਾਈ ਨੂੰ ਇੱਕ ਸੱਦਾ ਦੇ ਲਿਆ। ਦੂਸਰਾ, ਉੱਥੇ ਮੱਛਰ ਪੜਨ ਨੂੰ, ਗੰਦਗੀ ਨੂੰ ਤੁਸੀਂ ਸੱਦਾ ਦੇ ਲਿਆ। ਤੀਸਰਾ, ਜਿਹੜੀ ਤੁਹਾਡੇ ਪਿੰਡ ਦੀ ਖੂਬਸੂਰਤੀ ਹੈ ਉਹ ਤੁਹਾਡਾ ਵੀ ਉਹਦੇ 'ਚ ਜਿੰਮਾ ਬਣਦਾ। ਜੇ ਹੁਣ ਤੁਹਾਡੇ ਪ੍ਰਣਾਲੇ ਕਰਕੇ ਗਲੀ ਟੁੱਟ ਗਈ ਜਾਂ ਉੱਥੋਂ ਇੱਟਾਂ ਨਿਕਲ ਗਈਆਂ ਜਾਂ ਖਾਰ ਪੈ ਗਈ, ਉੱਥੇ ਟੋਆ ਪੈ ਗਿਆ, ਪਾਣੀ ਉੱਥੇ ਖੜਨ ਲੱਗ ਪਿਆ, ਇਹਦਾ ਮਤਲਬ ਤੁਹਾਡੇ ਘਰ ਦਾ ਆਲਾ ਦੁਆਲਾ ਤੁਸੀਂ ਵਰਤਣਾ। ਆਮ ਲੋਕਾਂ ਨੇ, ਲੰਘਣ ਵਾਲਿਆਂ ਨੇ ਤਾਂ ਉੱਥੇ ਲੰਘ ਜਾਣਾ, ਉਹਨੇ ਖੜਨਾ ਤਾਂ ਹੈ ਨਹੀਂ। ਸੋ ਇਹ ਨਿੱਕੀਆਂ ਗੱਲਾਂ ਜਿਹੜੀਆਂ ਝਗੜੇ ਦਾ ਮੁੱਖ ਕਾਰਨ ਬਣਦੀਆਂ ਨੇ, ਉਹਦੇ ਵਿੱਚ ਮੈਨੂੰ ਲੱਗਦਾ ਕਿ ਜਾਂ ਤਾਂ ਕਈ ਵਾਰੀ ਤਾਂ ਹੁੰਦਾ ਕਿ ਸਾਨੂੰ ਇਸ ਚੀਜ਼ ਦੀ ਸੂਝ ਨਹੀਂ। ਦੂਸਰੀ ਗੱਲ, ਤੁਸੀਂ ਰਾਜ ਮਿਸਤਰੀ ਦੀ ਕੀਤੀ ਹੈ, ਮੈਨੂੰ ਲੱਗਦਾ ਕਿ ਮਿਸਤਰੀਆਂ ਨੂੰ ਆਪਣਾ ਇੱਕ ਤਾਂ ਫਰਜ਼ ਨਿਭਾਉਣਾ ਚਾਹੀਦਾ, ਮੰਨੇ ਭਾਵੇਂ ਕੋਈ ਨਾ ਮੰਨੇ, ਉਹਨਾਂ ਨੂੰ ਦੱਸਣਾ ਚਾਹੀਦਾ ਕਿ ਭਾਈ ਸਾਹਿਬ ਤੁਹਾਡੇ ਘਰ ਦੀ ਜਿਹੜੀ ਢਾਲ ਹੈ ਨਾ ਛੱਤ ਦੀ, ਇੱਧਰਲੇ ਪਾਸੇ ਨੂੰ ਰੱਖਣ ਦੇ ਵਿੱਚ ਫਾਇਦਾ ਹੈ। ਜੇ ਆਪਾਂ ਇੱਧਰ ਨੂੰ ਰੱਖਾਂਗੇ ਨਾਲ ਤਾਂ ਪਾਣੀ ਦਾ ਨਿਕਾਸ ਵਧੀਆ ਹੋਵੇਗਾ, ਪਰ ਜੇਕਰ ਉਹ ਜਿਵੇਂ ਬੰਦਾ ਕਹੀ ਜਾਂਦਾ ਉਸੇ ਤਰੀਕੇ ਨਾਲ ਉਹ ਮੰਨੀ ਜਾਂਦਾ, ਫਿਰ ਕਈ ਮਿਸਤਰੀ ਨੂੰ ਵੀ ਝਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਲੜਾਈਆਂ ਝਗੜੇ ਪਿੰਡਾਂ ਦੇ ਵਿੱਚ। ਆ ਪ੍ਰਣਾਲੇ ਵਾਲਾ ਕੰਮ ਤਾਂ ਮੈਨੂੰ ਲੱਗਦਾ ਹੈ ਖਾਸ ਕਰਕੇ ਕਦੇ ਨਾ ਕਦੇ ਕਿਸੇ ਨਾ ਕਿਸੇ ਕਾਰਨ ਕਰਕੇ
ਇਹ ਕਾਰਨ ਬਣਦਾ ਰਿਹਾ। ਹੁਣ ਬੈਨੀਪਾਲ ਸਾਹਿਬ ਦੇਖੋ, ਉਹ ਜਦੋਂ ਕਿਤੇ ਪੰਚਾਇਤ ਹੋ ਜਾਂਦੀ ਨਾ, ਅਗਲੇ ਕਹਿੰਦੇ ਉਹ ਮਿਸਤਰੀ ਯਾਰ ਤੂੰ ਪਹਿਲਾਂ ਦੱਸਣਾ ਸੀ। ਹਾਂ ਤੂੰ ਦੱਸਿਆ ਗੱਲ ਫਿਰ ਮਿਸਤਰੀ ਤੇ ਆ ਗਈ ਨਾ, ਮਿਸਤਰੀ ਤੇ ਆ ਜਾਣੀ, ਸਾਨੂੰ ਤਾਂ ਪਤਾ ਨਹੀਂ ਸੀ। ਹੁਣ ਮਿਸਤਰੀ ਸਾਹਿਬ ਨੇ ਉਹਲੇ ਕਾਂਡੀ ਹੱਥ ਫੜੀ ਹੁੰਦੀ ਆ, ਕਾਂਡੀ ਦਾ ਪਿੱਛੇ ਰੱਖ ਲੈਣੀ। ਉਹ ਜੀ ਉਹ ਫਿਰ ਇਹ ਕਹਿੰਦੇ ਸੀ ਮੈਂ ਤਾਂ ਇੱਕ ਵਾਰੀ ਕਿਹਾ, ਇਹਨਾਂ ਨੇ ਕਿਹੜਾ ਸੁਣੀ ਹੈ, ਕਹਿੰਦੇ ਸੀ ਤੈਨੂੰ ਕਿਹੜਾ ਪਤਾ, ਮੈਂ ਇਹਨਾਂ ਨੂੰ ਕਿਹਾ ਤੇ ਮੁੰਡੇ ਨੇ ਆ ਕੇ ਢਾਲ ਫੇ ਇਹਨੂੰ ਕਰਾਤੀ। ਕਿਉਂਕਿ ਕਈ ਵਾਰੀ ਹੁੰਦਾ ਨਾ ਕਿ ਘਰ ਦਾ ਮੁਖੀ ਜਿਹੜਾ ਉਹ ਮਿਸਤਰੀ ਦੇ ਕੋਲੇ ਖੜਾ ਹੁੰਦਾ, ਤੂੰ ਐਨੂੰ ਕਰਦੇ ਮੁੰਡਾ ਬਾਅਦ ਚ ਕੁਛ ਕਹਿ ਜਾਂਦਾ, ਬਾਅਦ ਚ ਬੀਬੀਆਂ ਆ ਕੇ ਬੀਬੀਆਂ ਵੀ ਆ ਕਹਿ ਦਿੰਦੀਆਂ ਇਹਨਾਂ ਨੂੰ ਕੀ ਪਤਾ, ਕੰਮ ਤਾਂ ਸਾਰੀ ਦਿਹਾੜੀ ਅਸੀਂ ਕਰਨਾ, ਘਰ ਦੇ ਵਿੱਚ ਤਾਂ ਅਸੀਂ ਰਹਿਣਾ, ਇਹ ਤਾਂ ਸਵੇਰੇ ਚਲ ਜਾਂਦੇ ਸ਼ਾਮ ਨੂੰ ਆ ਜਾਂਦੇ ਆ। ਬੈਨੀਪਾਲ ਸਾਹਿਬ ਇੱਕ ਝਗੜਾ ਛੋਟਾ ਜਿਹਾ ਹੋਰ ਹੁੰਦਾ ਜੀ, ਉਹ ਪਰਨਾਲੇ ਜਿਹੜਾ ਪਾਈਪ ਥੱਲੇ ਤੱਕ ਪਾਇਆ ਹੁੰਦਾ ਪਲਾਸਟਿਕ ਦਾ, ਜੀ ਜੀ, ਕਈ ਵਾਰੀ ਫਿਰ ਨਿੱਕੇ ਨਿਆਣੇ ਕ੍ਰਿਕਟ ਖੇਲਦੇ ਆ, ਗਲੀਆਂ ਕੱਢ ਦਿੰਦੇ ਆ, ਗਲੀਆਂ ਕੱਢ ਦਿੰਦੇ ਆ, ਕਈ ਵਾਰੀ ਜਾਣਬੁੱਝ ਕੇ ਵੀ ਕੱਢਦੇ, ਸ਼ਰਾਰਤੀ ਅਨਸਰ ਵੀ ਹੁੰਦੇ ਆ। ਹੁਣ ਘਰਾਂ ਦੇ ਵਿੱਚ ਤੰਗੀਆਂ ਤੁਰਸ਼ੀਆਂ ਵੀ ਹੁੰਦੀਆਂ, 150 ਦਾ ਪਾਈਪ ਲਿਆ ਕੇ ਫਿਰ ਮਿਸਤਰੀ ਨੂੰ ਵੀ ਲਿਆਉਣਾ, ਪਾਈਪ ਵਢਾਉਣਾ, ਉਹ ਕਈ ਵਾਰੀ ਫਿਰ ਇਹੀ ਗੱਲ ਘਰਾਂ ਦੇ ਵਿੱਚ ਤਕਰਾਰ ਦਾ ਕਾਰਨ ਬਣ ਜਾਂਦੀ ਹੈ। ਨਾ ਤੁਹਾਡੇ ਨਿਆਣੇ ਆ ਨਾ ਨਿਆਣੇ ਹੁਣ ਜੰਮ ਛੱਡੇ ਤਾਂ ਹੁਣ ਬਾਹਰ ਗਲੀਆਂ ਦੇ ਵਿੱਚ ਤੋੜ ਦਿੰਦੇ ਹੋ, ਘਰੇ ਖੜਾਇਆ ਕਰੋ, ਸਾਡੇ ਸਿਰਾਂ 'ਚ ਗਲੀਆਂ ਕਰਦੇ ਫਿਰ, ਗਲੀਆਂ ਕਰਨਾ, ਸਾਡਾ ਪੈਪ ਤੋੜ ਦਿੱਤਾ ਆ, ਨਾ ਇਹ ਪਤਾ ਕਿੰਨਾ ਮਹਿੰਗਾ ਆਉਂਦਾ, ਵਧੀਆ ਕੰਪਨੀ ਦਾ ਲਿਆਂਦਾ ਸੀ, ਹੁਣ ਉਹਦੇ ਵੀ ਝਗੜੇ ਹੋ ਜਾਂਦੇ ਆ। ਦੇਖੋ ਨਿੱਕੇ ਨਿਆਣੇ ਨੇ ਤਾਂ ਖੇਡਣਾ, ਗਰਾਊਂਡਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਹੈ ਨਹੀਂ, ਘਰੋਂ ਨੇੜੇ ਗਲੀਆਂ ਦੇ ਵਿੱਚ ਹੀ ਖੇਡਣਾ। ਆਪਾਂ ਵੀ ਗਲੀਆਂ ਦੇ ਵਿੱਚ ਹੀ ਟਾਇਰ ਜਿਹੜੇ ਦੜਾਉਂਦੇ ਰਹੇ ਆਪਾਂ, ਜਿਹੜੇ ਸਾਈਕਲਾਂ ਦੇ ਖੜਾਉਣੇ ਵੀ ਉਹੀ ਸੀ ਨਾ, ਉਹ ਤਾਂ ਖੜਾਉਣੇ ਬਦਲ ਗਏ ਜੀ। ਆਪਾਂ ਨੂੰ ਘਰਾਂ 'ਚ ਵਾੜਨਾ ਔਖਾ ਹੁੰਦਾ ਸੀ, ਹਾਂ ਹੁਣ ਵਾਲਿਆਂ ਨੂੰ ਘਰੋਂ ਕੱਢਣਾ ਔਖਾ ਹੈ। ਆਪ ਵੀ ਭਾਈ ਵੀਡੀਓ ਗੇਮ ਛੱਡ ਦੇ, ਬਾਹਰਲੇ ਪਾਸੇ ਨੂੰ ਚੱਲ। ਹੁਣ ਬੈਨੀਪਾਲ ਸਾਹਿਬ ਇਹਦੇ ਤੋਂ ਬਾਅਦ ਇੱਕ ਜਿਹੜਾ ਹੁਣ ਗਰੁੱਪ ਵਾਲਾ ਝਗੜਾ ਉਹ ਸਾਂਝਾ ਕਰੀਏ ਕਿ ਪਿੰਡਾਂ ਦੇ ਵਿੱਚ ਆਪਾਂ ਝਗੜੇ ਕਰਨੇ ਕਾ ਤੋਂ ਕਿੱਡੀ ਕੁ ਵੱਡੀ ਗੱਲ ਹੈ। ਹੁਣ ਦੇਖੋ ਘਰ ਦੇ ਵਿੱਚੋਂ ਵਾਸ਼ਰੂਮ ਦਾ ਪਾਣੀ, ਰਸੋਈ ਦਾ ਪਾਣੀ, ਮੀਂਹ ਦਾ ਪਾਣੀ, ਉਹ ਤਾਂ ਜਾਊਗਾ ਤਾਂ ਨਾਲੀ ਜਾਊਗਾ ਜੀ। ਹੁਣ ਸਾਡੀਆਂ ਸਰਕਾਰਾਂ ਦੇ ਕੋਲੇ ਇੰਨੇ ਪ੍ਰਬੰਧ ਤਾਂ ਹੈ ਨਹੀਂ ਕਿ ਸੀਵਰੇਜ ਸਾਰੇ ਪਾਸੇ ਪਾ ਦੇਣ ਜੀ। ਹੁਣ ਸਰਕਾਰਾਂ ਨੇ ਨਾਲੀਆਂ ਬਣਾਤੀਆਂ, ਓਪਨ ਨਾਲੀਆਂ, ਬਹੁਤ ਪਿੰਡਾਂ 'ਚ ਝਗੜਾ ਹੁੰਦਾ, ਅੱਧੇ ਧੜੇ ਦੇ ਬੰਦੇ ਇੱਕ ਪਾਸੇ ਹੋ ਜਾਂਦੇ, ਅੱਧੇ ਇੱਕ ਪਾਸੇ ਹੋ ਜਾਂਦੇ ਕਿ ਲੈ ਨਾ ਹੁਣ ਸਾਰੇ ਪਿੰਡ ਦਾ ਗੰਦਾ ਮੰਦਾ ਪਾਣੀ ਸਾਡੇ ਘਰ ਦੇ ਮੂਹਰੇ ਗਲੀ ਦੇ ਵਿੱਚ ਦੀ ਨਿਕਲੂਗਾ, ਅਗਲੇ ਕਹਿੰਦੇ ਹੁਣ ਸਾਡੇ ਮੂਹਰੇ ਦੀ ਨਿਕਲੂਗਾ। ਡਾਂਗਾਂ ਖੜਕਦੀਆਂ, ਪਰਚੇ ਹੁੰਦੇ, ਸਟੇ ਆਉਂਦੇ, 20-20 ਸਾਲ ਪਾਣੀ ਗਲੀਆਂ ਦੇ ਵਿੱਚ ਖੜਾ ਰਹਿੰਦਾ ਪਰ ਕਿਸੇ ਪਾਸੇ ਜਾਣ ਜੋਗਾ ਨਹੀਂ ਹੁੰਦਾ। WhatsApp ਜਿਸ ਗੱਲ ਦਾ ਤੁਸੀਂ ਜ਼ਿਕਰ ਕੀਤਾ ਨਾ, ਇਹ ਆਮ ਤੌਰ ਤੇ ਇੱਕ ਆਮ ਜਿਹੀ ਧਾਰਨਾ ਬਣੀ ਹੋਈ ਹੈ। ਆਮ ਤੌਰ ਤੇ ਆਪਾਂ ਸਫਾਈ ਪਸੰਦ ਲੋਕ ਬਹੁਤ ਹਾਂ ਜੀ। ਅਸੀਂ ਕੀ ਕਰਨਾ ਹੈ, ਕਿਉਂਕਿ ਗਲੀ ਦੇ ਵਿੱਚ ਜਦੋਂ ਪਾਣੀ ਲੰਘਣਾ ਹੈ, ਭਾਵੇਂ ਤੁਹਾਡਾ ਘਰ ਆਖਰੀ ਹੋਵੇ, ਤੁਹਾਡੇ ਘਰ ਤੋਂ ਸ਼ੁਰੂਆਤ ਹੋ ਰਹੀ ਹੈ ਨਾਲੀ ਦੀ, ਗਲੀ ਦੀ, ਜਾਂ ਤੁਹਾਡਾ ਘਰ ਸੈਂਟਰ 'ਚ ਪੈਂਦਾ, ਦੇਖੋ ਪਾਣੀ ਤਾਂ ਉੱਥੇ ਦੀ ਲੰਘਣਾ ਜੀ। ਤੁਹਾਡਾ ਅਗਲਿਆਂ ਦੇ, ਉਹਨਾਂ ਦਾ ਅਗਲਿਆਂ ਦਾ ਅਗਲਿਆਂ ਦੇ, ਉਹ ਤਾਂ ਜਾਣਾ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ, ਇਹ ਅਸੀਂ ਆਪ ਖੁਦ ਹੰਡਾਈ ਹੈ। ਪਿਤਾ ਜੀ ਸਰਪੰਚ ਹੁੰਦੇ ਸੀ, ਗਲੀਆਂ ਲੱਗ ਗਏ ਬਣਾਉਣ ਜੀ। ਜਦੋਂ ਨਾਲੀ ਆਲੇ ਦੁਆਲੇ ਬਣਨ ਲੱਗੀ ਜੀ, ਉਹ ਕਹਿੰਦੇ ਆ ਪਿੱਛੇ ਦਾ ਜਰਾ ਛੋਟੀਆਂ ਕਜਾਤਾਂ ਜਾਂਦਾ ਪਾਣੀ ਹੁਣ ਸਾਡੇ ਘਰ ਮੂਹਰੇ ਦੀ ਕੱਢੋਗੇ ਤੁਸੀਂ। ਦੇਖੋ ਗਲੀ ਨਾਲੀ ਬਣਦੀ 2 ਘਰਾਂ ਦਾ ਰਹਿ ਗਿਆ ਸੀ, ਕੰਮ ਰੁਕ ਗਿਆ, ਕੰਮ ਰੁਕ ਗਿਆ। ਉਹਨਾਂ ਦੇ ਘਰ ਦੇ ਮੂਹਰੇ ਕੱਚੀ ਗਲੀ, ਕੱਚੀ ਨਾਲੀ, ਉਹ ਨਾਲੀ ਨਹੀਂ ਫਿਰ ਨਾਲੇ ਸੂਏ ਵਰਗਾ ਰੂਪ ਧਾਰਨ ਕਰ ਗਈ ਸੀ, ਕੋਲ ਦੀ ਲੰਘ ਨਹੀਂ ਸੀ ਹੁੰਦਾ। ਤੁਸੀਂ ਆਪ ਹਿਸਾਬ ਲਾ ਲਓ ਕਿ ਨੱਕ ਬੰਦ ਕਰਕੇ ਲੰਘਣਾ ਪੈਂਦਾ ਸੀ। ਉਹ ਹੋਇਆ ਵੀ ਕਿਉਂ ਇਹਨਾਂ ਨਾਲ ਝਗੜਨਾ, ਕਿਹੜੀ ਗੱਲੋਂ ਹੈ, ਪਰ ਆਖਰਕਾਰ ਪਾਣੀ ਤਾਂ ਪੁਲਾਂ ਹੇਠ ਦੀ ਲੰਘਣਾ ਹੁੰਦਾ। 8-10 ਸਾਲ ਲੰਘੇ, ਹੁਣ ਉਹਨਾਂ ਨੂੰ ਵੀ ਸੁਰਤ ਆ ਗਈ ਵੀ ਨਹੀਂ ਇਹ ਤਾਂ ਨਿਕਲਣਾ ਹੀ ਹੈ। ਫਿਰ ਇੱਕ ਗੱਲ ਹੋਰ, ਕਈ ਵਾਰੀ ਆਪਾਂ ਸਾਫ਼ ਸਫਾਈ ਕਰਦੇ ਹਾਂ, ਉਹ ਕਈ ਵਾਰੀ ਮਰਗਾਟ ਜਿਹਾ ਹੁੰਦਾ, ਜਿਹੜਾ ਮਗਰਾਟ ਹੀ ਕਹਿ ਦਿੰਦੇ ਆ, ਮਗਰਾਟ ਲਾਏ ਹੋਏ ਨੇ, ਉਹ ਮਗਰਾਟ ਨਾਲ ਉਹ 'ਚੋਂ ਗੰਦ ਕੱਢੀ ਜਾਣਾ, ਕੱਢ ਕੇ ਜਾਂਦਾ ਆਪਣੇ ਘਰ ਦੇ ਮੂਹਰੇ, ਜਾਂ ਫਿਰ ਮਾੜਾ ਆਲਾ ਦਾਲਾ ਦੇਖਣਾ ਦੂਜੇ ਦੇ ਘਰ ਦੇ ਮੂਹਰੇ। ਹੁਣ ਤੁਸੀਂ ਦੇਖੋ ਕਿ ਜਿਹੜੀ ਉਹ ਗੰਦਗੀ ਅਸੀਂ ਫੈਲਾ ਦਿੱਤੀ ਹੈ, ਉਹਨੂੰ ਚੁੱਕਿਆ ਵੀ ਜਾ ਸਕਦਾ ਹੈ, ਉਹਨੂੰ ਕਿਸੇ ਪਾਸੇ ਹੋਰ ਵੀ ਕੀਤਾ ਜਾ ਸਕਦਾ। ਇਹ ਇਕੱਲੇ ਪਿੰਡਾਂ ਦੀ ਗੱਲ ਨਹੀਂ, ਸ਼ਹਿਰਾਂ 'ਚ ਤੁਸੀਂ ਦੇਖਿਓ ਆਲੇ ਦੁਆਲੇ ਉਹਨਾਂ ਨੇ ਗੰਦਗੀ ਸਾਫ਼ ਕਰਨੀ ਹੈ, ਭਾਵੇਂ ਦੁਕਾਨਦਾਰ ਹੈ, ਉਹਨਾਂ ਨੇ ਕਰਨੀ ਹੈ, ਆਪਣੇ ਵਾਲੀ ਸਾਫ਼ ਕਰਕੇ ਦੂਜੇ ਦੇ ਮੂਹਰੇ ਕਰ ਦੇਣੀ ਹੈ। ਹੁਣ ਦੂਜੇ ਪਾਸੇ ਵੀ ਕੋਈ ਵਸਦਾ ਹੈ, ਦੂਸਰੇ ਪਾਸੇ ਵੀ ਕਿਸੇ ਦੀ ਦੁਕਾਨ ਹੈ, ਦੂਸਰੇ ਪਾਸੇ ਵੀ ਕਿਸੇ ਦਾ ਮਕਾਨ ਹੈ, ਜਾਂ ਤਾਂ ਹਵਾ ਨੇ ਆ ਕੇ ਕੁਦਰਤ ਨੇ ਕੰਮ ਕਰ ਦੇਣਾ ਉਹਦਾ, ਉਹ ਜਿੰਨਾ ਕੁ ਕੂੜਾ ਇਕੱਠਾ ਕੀਤਾ ਸੀ ਉਹਨੇ ਥੋੜਾ ਇੱਧਰ ਥੋੜਾ ਉੱਧਰ ਖੰਡਾ ਦੇਣਾ, ਜਾਂ ਫਿਰ ਦੂਸਰੇ ਘਰ ਵਾਲਿਆਂ ਨੇ ਆਉਣਾ, ਉਹਨਾਂ ਨੇ ਦੇਖਣਾ ਵੀ ਕਿੱਧਰਲੇ ਘਰ ਵਾਲਿਆਂ ਦਾ, ਕਿਉਂਕਿ ਉਹ ਪਤਾ ਲੱਗ ਜਾਂਦਾ ਹੱਦਬੰਦੀ ਕਿੱਧਰੋਂ ਹੋਈ ਹੋਈ ਹੈ। ਉਹਨਾਂ ਨੇ ਜਾਂ ਤਾਂ ਝਗੜੇ ਦਾ ਰੂਪ ਧਾਰਨ ਕਰ ਲੈਣਾ, ਤੈਨੂੰ ਕਿੰਨੀ ਵਾਰੀ ਕਿਹਾ ਕੂੜਾ ਹੁਣ ਤੁਸੀਂ ਸਾਫ਼ ਕਰਕੇ ਸਾਡੇ ਘਰ ਮੂਹਰੇ ਸੁੱਟੋਗੇ, ਜਾਂ ਫਿਰ ਉਹਨਾਂ ਨੇ ਝਗੜਾ ਨਹੀਂ ਕਰਨਾ, ਝਗੜੇ ਨੂੰ ਇੱਕ ਨਵਾਂ ਰੂਪ ਦੇ ਦੇਣਾ। ਉਹਨਾਂ ਵਾਲਾ ਕੂੜਾ ਵੀ, ਆਪਣੇ ਘਰ ਵਾਲਾ ਕੂੜਾ ਵੀ, ਜਿਹੜਾ ਕੰਮ ਉਹ ਜਿਹੜੀ ਕਾਰਵਾਈ ਉਹਨਾਂ ਨੇ ਪਹਿਲਾਂ ਪਾਈ ਸੀ, ਉਹਨਾਂ ਨੇ ਉਹੀ ਕਾਰਵਾਈ ਪਾ ਦੇਣੀ ਹੈ। ਕਈ ਵਾਰੀ ਪਿੰਡਾਂ ਵਿੱਚ ਇਹਨਾਂ ਗੱਲਾਂ ਕਰਕੇ, ਪ੍ਰਣਾਲਿਆਂ ਕਰਕੇ ਵੀ, ਆ ਕੂੜੇ ਕਰਕੇ ਤੇ ਆ ਗਲੀਆਂ ਨਾਲੀਆਂ ਕਰਕੇ ਲੋਕਾਂ ਦੇ ਸਿਰ ਵੀ ਫਟਿਆ ਤੇ ਜੜ੍ਹਾਂ ਵੀ ਹੋਈਆਂ ਨੇ। ਬੈਨੀਪਾਲ ਸਾਹਿਬ ਕਈ ਵਾਰੀ ਕੂੜੇ ਨੂੰ ਸਫ਼ਰ ਹੀ ਬਹੁਤ ਪੈਂਦਾ, ਸਵੇਰ ਨੂੰ ਇੱਧਰ ਨੂੰ ਕਰ ਜਾਂਦੇ ਆ, ਦੁਪਹਿਰ ਨੂੰ ਦੂਜੇ ਉੱਧਰ ਨੂੰ ਕਰ ਜਾਂਦੇ ਆ, ਸ਼ਾਮ ਨੂੰ ਫੇਰ ਦੇਖ ਕੇ ਕਿ ਅੱਛਾ ਉਹ ਧਾਰਾਂ ਧੂਰਾਂ ਕੱਢਣਗੇ, ਫੇਰ ਉੱਧਰ ਨੂੰ ਕਰ ਜਾਂਦੇ ਆ। ਸ਼ਾਮ ਤੱਕ ਕੂੜਾ ਕਿਲੋਮੀਟਰ ਦਾ ਸਫ਼ਰ ਤੈਅ ਕਰ ਲੈਂਦਾ, ਹੁੰਦਾ ਉੱਥੇ ਹੀ ਆ, ਉੱਥੇ ਜਾਂਦਾ ਕਿਸੇ ਪਾਸੇ ਨਹੀਂ। ਹੁਣ ਬੈਨੀਪਾਲ ਸਾਹਿਬ ਇਹਦੇ ਵਿੱਚ ਕੋਈ ਬੰਦਾ ਦਿਲ ਤੇ ਨਾ ਲਾਵੇ, ਭਾਈ ਹੋ ਸਕਦਾ ਕਿ ਤੁਸੀਂ ਵੀ ਕਿਸੇ ਨੂੰ ਕਿਹਾ ਹੋਵੇ ਕਿ ਆ ਪਾਣੀ ਅਸੀਂ ਆਪਣੇ ਘਰ ਦੇ ਮੂਹਰੇ ਦੀ ਨਿਕਲਣ ਦੇਣਾ, ਇਹ ਆਮ ਜੀ ਹੋਈ ਗੱਲ ਆ, ਆਮ ਜੀ ਗੱਲ ਹੈ, ਜਿਹੜੀ ਸਾਡੀ ਤੁਹਾਡੀ ਸਾਂਝੀ ਜੀ ਗੱਲ ਹੈ, ਪਰ ਇਹਦੇ ਵਿੱਚ ਕਸੂਰ ਅਸਲ 'ਚ ਆਪਣਾ ਹੈ ਨਹੀਂ ਜੀ। ਕਸੂਰ ਹੈਗਾ ਉੱਥੋਂ ਦੇ ਸਿਸਟਮ ਦਾ, ਜਾਣੀ ਕਿ ਜੇ ਬੈਨੀਪਾਲ ਸਾਹਿਬ ਸੀਵਰੇਜ ਪਏ ਹੋਣ, ਕਿਸੇ ਨੂੰ ਕੋਈ ਦਿੱਕਤ ਆ,
ਜੇ ਨਾਲੀਆਂ ਓਪਨ ਵੀ ਹੈਗੀਆਂ, ਖੁੱਲੀਆਂ ਨਾਲੀਆਂ ਵੀ ਹੈ, ਜੇ ਸਰਕਾਰ ਨੇ ਬੰਦੇ ਲਾਏ ਹੋਣ ਕਿ ਭਾਈ 1 ਦਿਨ ਛੱਡ ਕੇ ਜਾਂ 2 ਦਿਨ ਛੱਡ ਕੇ ਸਫਾਈ ਕਰਮਚਾਰੀ ਆਊਗਾ, ਚੰਗੇ ਤਰੀਕੇ ਸਾਫ਼ ਕਰੋ, ਪਾਣੀ ਤਾਂ ਦੌੜਾ ਹੀ ਜਾਣਾ। ਢਲਾਣ ਹੀ ਹੁੰਦੀ ਹੁੰਦੀ। ਅਸਲ ਦੇ ਵਿੱਚ ਰੌਲਾ ਹੈ ਕਿ ਸਫਾਈ ਹੁੰਦੀ ਨਹੀਂ, ਪਾਣੀ ਖਲੋ ਜਾਂਦਾ, ਖੜਾ ਹੋ ਜਾਂਦਾ ਤੇ ਫਿਰ ਉਹਦੇ ਵਿੱਚੋਂ ਸੜਿਆਦ ਆਉਂਦੀ ਹੈ, ਪਾਣੀ ਖੜਾ ਹੋ ਜਾਂਦਾ, ਗਲੀਆਂ ਨਾਲੀਆਂ ਦੇ ਵਿੱਚ, ਨਾਲੀਆਂ ਤੋਂ ਗਲੀਆਂ ਦੇ ਵਿੱਚ ਆ ਜਾਂਦਾ। ਹੁਣ ਜੇ ਸਰਕਾਰ ਨੇ ਇਹ ਸਾਰੇ ਪ੍ਰਬੰਧ ਕੀਤੇ, ਹੁਣ ਪ੍ਰਸ਼ਾਸਨ ਨੇ ਪ੍ਰਬੰਧ ਕੀਤੇ, ਹੁਣ ਪੈਸਾ ਧੇਲਾ ਪਿੰਡਾਂ ਨੂੰ ਚੰਗਾ ਦਿੱਤਾ ਹੋਵੇ, ਕਿਸੇ ਨੂੰ ਕੋਈ ਦਿੱਕਤ ਨਹੀਂ। ਹੁਣ ਉਹ ਕਮੀ ਕਿਸੇ ਦੀ ਹੁੰਦੀ ਹੈ, ਝਗੜਾ ਸਾਡਾ ਆਪਣੇ 'ਚ ਹੋ ਜਾਂਦਾ। ਪਰ ਇੱਕ ਗੱਲ ਮੰਨ ਕੇ ਚੱਲਿਓ, ਜੇ ਪਿੰਡ ਦੇ ਵਿੱਚ 200 ਘਰ ਆ ਨਾ, 200 ਘਰਾਂ ਦਾ ਪਾਣੀ ਨਾਲੀ 'ਚ ਆਉਣਾ ਤੇ ਉਹ ਪਾਣੀ ਕਿਸੇ ਨਾ ਕਿਸੇ ਪਾਸੇ ਜਾਣਾ ਹੈ। ਜੇ ਸਾਡੇ ਘਰ ਦੇ ਮੂਹਰ ਦੀ ਨਹੀਂ ਜਾਊਗਾ ਤਾਂ ਗੁਆਂਢੀ ਦੇ ਘਰ ਦੇ ਮੂਹਰ ਦੀ ਜਾਊਗਾ, ਜੇ ਇੱਧਰ ਵਾਲਿਆਂ ਦੇ ਪਾਸੇ ਦੀ ਨਹੀਂ ਜਾਊਗਾ ਤੇ ਉੱਧਰ ਵਾਲਿਆਂ ਦੇ ਪਾਸੇ। ਹੁਣ ਛੱਪੜ ਦਾ ਬੜਾ ਰੌਲਾ ਹੁੰਦਾ ਕਿ ਪਾਣੀ ਦਾ ਸੁਭਾਅ ਵੀ ਹੈ ਜੀ, ਉਹਨੇ ਜਾਣਾ ਨੀਵੇਂ ਪਾਸੇ, ਨੀਵੇਂ ਵਾਲੇ ਪਾਸੇ ਨਹੀਂ। ਪਰ ਕਈ ਪਿੰਡਾਂ ਦੇ ਵਿੱਚ ਇਦਾਂ ਵੀ ਹੁੰਦਾ ਕਿ ਪਾਣੀ ਦੇ ਜਿਹੜੇ ਉਹ ਸੀਵਰੇਜ ਹੁਣ ਪਾਤੇ ਆ ਕਿ ਭਾਈ ਦੂਜੇ ਪਾਸੇ ਨੂੰ ਲੈ ਕੇ ਜਾਣਾ, ਤੇ ਉਹ ਫਿਰ ਜਦੋਂ ਮੀਂਹ ਆਉਂਦਾ ਤੇ ਉਛਾਲਾ ਵੀ ਮਾਰ ਜਾਂਦੇ ਆ ਨਾ, ਉਹ ਤਾਂ ਕੰਮ ਹੋਣਾ ਹੀ, ਹਿਸਾਬ ਕਿਤਾਬ ਜਿਹਾ ਕੀਤਾ ਹੁੰਦਾ। ਹੁਣ ਬੈਨੀਪਾਲ ਸਾਹਿਬ ਪਾਣੀ ਇਕੱਠਾ ਕਿੱਥੇ ਹੋਵੇ? ਕਿਉਂਕਿ ਜੇ ਤਾਂ ਇਦਾਂ ਦੇ ਪ੍ਰਬੰਧ ਹੋਣ ਕਿ ਪਾਣੀ ਜਿੰਨਾ ਵੇਸਟ ਹੁੰਦਾ ਉਹਦਾ ਅੱਗੇ ਕਿਤੇ ਨਿਕਾਸੀ ਦਾ ਦੂਰ ਤੱਕ ਪ੍ਰਬੰਧ ਹੈ ਜਾਂ ਉਹਨੇ ਜ਼ਮੀਨ ਦੇ ਹੇਠਾਂ ਚਲੇ ਜਾਣਾ, ਫਿਰ ਕਿਸੇ ਨੂੰ ਕੋਈ ਦਿੱਕਤ ਨਹੀਂ। ਪਰ ਆਪਾਂ ਨੂੰ ਪਤਾ ਹੈ ਕਿ ਜਿੱਧਰ ਸਾਰੇ ਪਿੰਡ ਦਾ ਪਾਣੀ ਗਿਆ, ਛੱਪੜ ਭਰ ਜਾਣਾ, ਛੱਪੜ ਭਰ ਜਾਣਾ, ਪਾਣੀ ਦੇ ਵਿੱਚੋਂ ਬਦਬੂ ਵੀ ਆਉਣੀ ਹੈ, ਪਾਣੀ ਦੇ ਵਿੱਚੋਂ ਮੱਛਰ ਵੀ ਪੈਦਾ ਹੋਣਾ ਹੈ, ਨਿੱਕੇ ਨਿਆਣੇ ਦੇ ਖੇਡਦਿਆਂ ਸੱਜੇ ਖੱਬੇ ਹੋਣ ਦਾ ਵੀ ਡਰ ਹੋਣਾ, 20 ਚੀਜ਼ਾਂ ਹੋ ਜਾਂਦੀਆਂ ਜੀ। ਹੁਣ ਉਸ ਮੁੱਦੇ ਤੇ ਵੀ ਬੜਾ ਰੌਲਾ, ਪਰ ਸਰਕਾਰ ਨੇ ਪ੍ਰਬੰਧ ਨਹੀਂ ਕੀਤੇ, ਪ੍ਰਸ਼ਾਸਨ ਦੇ ਕੋਲੇ ਪ੍ਰਬੰਧ ਹੈ ਨਹੀਂ, ਤਾਂ ਫਿਰ ਅੱਧਾ ਪਿੰਡ ਡਾਂਗਾ ਲੈ ਕੇ ਇੱਕ ਪਾਸੇ ਖੜ ਜਾਂਦਾ। ਲੈ ਹੁਣ ਪਰਲੇ ਵਿਹੜੇ ਵਾਲਿਆਂ ਦਾ ਪਾਣੀ ਸਾਡੇ ਵਾਲੇ ਪਾਸੇ ਆਊਗਾ ਨਾ, ਹੁਣ ਉਹ ਸਾਰਾ ਪਾਣੀ ਇਸ ਛੱਪੜ ਦੇ ਵਿੱਚ ਆਊਗਾ ਨਾ, ਅਸੀਂ ਇੱਥੇ ਰਹਿੰਦੇ ਨਹੀਂ, ਆਪਣਾ ਪਾਣੀ ਉਧਰ ਲੈ ਕੇ ਜਾਣ, ਸਾਡੇ 20 ਘਰਾਂ ਦਾ ਪਾਣੀ ਇੱਧਰ ਪਊਗਾ। ਹੁਣ ਉਸ ਮੁੱਦੇ ਤੇ ਹੁਣ ਤੁਸੀਂ ਲਿਖਿਓ ਜ਼ਰੂਰ ਕਿ ਕਿੰਨੀਆਂ ਕਿੰਨੀਆਂ ਪੰਚਾਇਤਾਂ ਹੁੰਦੀਆਂ ਰਹੀਆਂ, ਪੰਚਾਇਤਾਂ ਦੇ ਨਾਲ ਨਾਲ ਕਿੰਨਿਆਂ ਦੇ ਘਰਾਂ ਦੇ ਵਿੱਚ ਕੇਸ ਚੱਲਦੇ ਰਹੇ ਆ। ਬੈਨੀਪਾਲ ਸਾਹਿਬ ਡਾਂਗੋ ਡਾਂਗੀ ਵੀ ਹੋਏ ਆ, ਲੋਕ ਸਿਰ ਵੀ ਪਾਟੇ ਆ, ਪਰਚੇ ਵੀ ਹੋਏ ਆ, ਜੇਲ੍ਹਾਂ ਵੀ ਕੱਟੀਆਂ, 25 26 28 ਪਤਾ ਨਹੀਂ ਕੀ ਬਣਿਆ। ਪਰ ਇਹ ਸਾਡਾ ਖਾਸਾ ਨਹੀਂ ਹੈਗਾ, ਕਿਉਂਕਿ ਉਹੀ 500-700 ਬੰਦਾ ਹੁੰਦੇ ਅਸੀਂ ਪਿੰਡ 'ਚ, ਉਹੀ 200-250 ਘਰ ਹੁੰਦਾ। ਜੇ ਅਸੀਂ ਆਪਸ ਦੇ ਵਿੱਚ ਹੀ ਲੜਦੇ ਝਗੜਦੇ ਰਹਾਂਗੇ ਤਾਂ ਫਿਰ ਗੱਲ ਮਾੜੀ ਆ। ਬਾਟ ਸਾਹਿਬ ਇੱਕ ਗੱਲ ਹੋਰ ਹੈ, ਬੇਸਿਕਲੀ ਤੇ ਸਮਝਣ ਦੀ ਗੱਲ ਆ। ਹੁਣ ਅਸੀਂ ਆਪਣੇ ਘਰ ਦੇ ਵਿੱਚ ਰਹਿੰਦੇ ਹਾਂ, ਘਰ ਦੇ ਆਲੇ ਦੁਆਲੇ ਅਸੀਂ 4 ਦੀਵਾਰੀ ਵੀ ਕੀਤੀ ਹੈ, ਘਰ ਦਾ ਪਾਣੀ ਵੀ ਨਿਕਲ ਰਿਹਾ ਹੈ, ਜਿੰਨਾ ਘਰ ਦੇ ਸਾਡੇ ਅੱਗੇ ਗਲੀ ਹੈ ਉਹ ਸਾਡੀ ਹੋਈ ਰਹਿਣੀ ਹੈ। ਬਿਲਕੁਲ। ਜਿਹੜੇ ਦੂਸਰੇ ਸਾਡੇ ਨਾਲ ਆ ਕੇ ਖਾਮ-ਖਾ ਲੜ ਰਹੇ ਨੇ ਜਾਂ ਅਸੀਂ ਦੂਸਰਿਆਂ ਨਾਲ ਜਾ ਕੇ ਲੜ ਰਹੇ ਹਾਂ, ਉਹ ਉਹਨਾਂ ਦੇ ਘਰ ਦੇ ਸਾਹਮਣੇ ਉਹਨਾਂ ਦੀ ਹੋਈ ਰਹਿਣੀ ਹੈ। ਹੁਣ ਇੱਕ ਨਿੱਕੀ ਜੀ ਗੱਲ ਸਮਝਣ ਵਾਲੀ ਹੈ, ਕਿਸੇ ਪਿੰਡ ਦੀ ਆਬਾਦੀ 1000-1500 ਹੈ, ਕਿਸੇ ਦੀ 15000 ਹੋ ਸਕਦੀ ਹੈ। ਹੁਣ ਇੱਕ ਪਿੰਡ ਵਿੱਚ ਜਿਹੜਾ ਅਸੀਂ ਲੜੀ ਜਾਂਦੇ, ਨਾ ਤਾਂ ਸਾਡੀ ਉਹਨਾਂ ਨਾਲ ਕੋਈ ਜ਼ਮੀਨ ਜਾਇਦਾਦ ਸਾਂਝੀ ਹੁੰਦੀ ਹੈ, ਨਾ ਉਹਨਾਂ ਨਾਲ ਸਾਡਾ ਕੋਈ ਘਰ ਸਾਂਝਾ ਹੁੰਦਾ। ਸਾਂਝ ਸਾਡੀ ਬੋਲ ਚਾਲ ਦੀ ਹੈ, ਸਾਂਝ ਸਾਡੀ ਭਾਈਚਾਰਕ ਹੈ। ਹੁਣ ਭਾਈਚਾਰਕ ਸਾਂਝ ਜਾਂ ਤਾਂ ਅਸੀਂ ਇਸ ਕਰਕੇ ਤੋੜ ਲਈ ਕਿ ਤੁਹਾਡਾ ਪਾਣੀ ਸਾਡੇ ਘਰ ਮੂਹਰੇ ਦੀ ਲੰਘ ਰਿਹਾ, ਜਾਂ ਭਾਈਚਾਰਕ ਸਾਂਝ ਅਸੀਂ ਇਸ ਕਰਕੇ ਤੋੜ ਲਈ ਤੁਸੀਂ ਤਾਂ ਪੰਟਾਲਾ ਬਹੁਤ ਲੰਬਾ ਲਾਇਆ ਯਾਰ। ਹਾਲਾਂਕਿ ਉਹਨਾਂ ਦਾ ਕਈ ਵਾਰੀ ਲੈਣ ਦੇਣ ਵੀ ਨਹੀਂ ਹੁੰਦਾ, ਜਿਹੜੇ ਘਰ ਦੇ ਮੂਹਰੇ ਦੀ ਪਾਣੀ ਜਾਂ ਜਿੱਥੇ ਪੈ ਰਿਹਾ ਹੁੰਦਾ ਉਹ ਬੋਲ ਹੀ ਨਹੀਂ ਰਹੇ ਹੁੰਦੇ। ਉਹਨੇ ਵੈਸੇ ਕਿਤੇ ਸਹਿਜ ਸੁਭਾਅ ਗੱਲ ਕੀਤੀ ਹੁੰਦੀ ਆ, ਯਾਰ ਦੇਖ ਰਾ ਲੰਬੜਾ ਨੇ ਘਰ ਬਣਾਇਆ, ਜਾਂ ਸਰਪੰਚਾਂ ਨੇ ਬਣਾਇਆ, ਜਾਂ ਕੈਲੇ ਨੇ ਬਣਾਇਆ, ਜਿਹਦਾ ਵੀ ਨਾਂ ਲੈ ਕੇ ਬਣਾਇਆ, ਯਾਰ ਪੰਡਾਲਾ ਉਹਨਾਂ ਨੇ ਲੰਬਾ ਲਾ ਲਿਆ। ਉਹਨੇ ਤਾਂ ਵੈਸੇ ਗੱਲ ਕੀਤੀ ਹੈ, ਪਰ ਉਹ ਕਹਿੰਦਾ ਵੀ ਤੇਰਾ ਤਾਂ ਸਰਪੰਚ ਮਾਇਆ ਹੋ ਜਾ। ਕਹਿੰਦਾ ਭਾਈ ਸਾਹਿਬ ਆ ਪੰਡਾਲਾ ਕਿਉਂ ਲਾਇਆ ਬਈ? ਉਹ ਅਗਲਾ ਕਹਿੰਦਾ ਤੂੰ ਤੀਜਾ ਤਿੱਖਣਾ ਜਿਨ੍ਹਾਂ ਦੇ ਘਰ ਦੇ ਸਾਹਮਣੇ ਲਾਇਆ, ਉਹ ਤਾਂ ਸਾਨੂੰ ਬੋਲਿਆ ਨਹੀਂ, ਉਹਨਾਂ ਨੇ ਤਾਂ ਸਾਨੂੰ ਕਿਹਾ ਨਹੀਂ। ਇੱਥੋਂ ਨਿੱਕੀ ਜੀ ਗੱਲ ਪਿੱਛੇ ਛੇੜੀ ਸਿੰਗੜੀ, ਕਈ ਵਾਰੀ ਇਹ ਵੱਡੇ ਵੱਡੇ ਅੰਜਾਮ ਦੇ ਦਿੰਦੀ ਆ। ਫਿਰ ਦੇਖੋ ਬੋਲਣੋਂ ਜਾਂਦੇ ਰਹਿੰਦੇ ਨੇ। ਫਿਰ ਕਈ ਵਾਰੀ ਕਿਸੇ ਪਿੰਡ ਵਿੱਚ ਕੋਈ ਸਾਂਝਾ ਕੰਮ ਆਉਂਦਾ, ਅੱਛਾ ਹੁਣ ਤੂੰ ਮੇਰੇ ਮੂਹਰੇ ਦੀ ਨਾ ਥੁੱਕ ਕੇ ਲੰਘਿਆ ਸੀ। ਕਈ ਵਾਰੀ ਨਿੱਕੀ ਜੀ ਗੱਲ ਹੈ, ਇਹ ਨਿੱਕੇ ਨਿੱਕੇ ਗੱਲਾਂ ਵੱਡੇ ਪਵਾੜੇ ਪਾਉਂਦੇ ਨੇ। ਦੇਖੋ ਆਮ ਬੰਦਾ ਹੋ ਸਕਦਾ ਆਪਾਂ ਨੂੰ ਬਲਗਮ ਆਈ ਹੋਵੇ, ਹੁਣ ਇਹਨਾਂ ਦੇ ਨਾਲ ਤਾਂ ਵੈਸੇ ਥੁੱਕਣ ਤੇ ਪਾਬੰਦੀ ਹੈ, ਪਰ ਫਿਰ ਵੀ ਬਹੁਤ ਸਾਰੇ ਲੋਕਾਂ ਦੀ ਆਦਤ ਆ ਉਹ ਥੁੱਕਣ ਤੋਂ ਮਜਬੂਰ ਨੇ, ਉਹਨਾਂ ਨੇ ਮਿੰਟ ਥੁੱਕੀ ਜਾਣਾ। ਉਹ ਕਹਿੰਦਾ ਦੇਖੋ ਵੈਸੇ ਥੁੱਕਦਾ ਭਾਵੇਂ ਵੈਸੇ ਹੀ ਹੋਵੇ, ਪਰ ਇਹ ਗੱਲਾਂ ਸਿਆਣੇ ਦੱਸਦੇ ਆ ਕਿ ਜੇਕਰ ਤੁਹਾਡਾ ਕਿਸੇ ਨਾਲ ਅੱਖ ਵਲ ਹੋਇਆ ਹੈ, ਤੁਹਾਡਾ ਕਿਸੇ ਨਾਲ ਬੋਲਬਾਣੀ ਬੰਦ ਆ, ਜਾਂ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਸਾਡੀ ਬਣਦੀ ਨਹੀਂ, ਇੱਕ ਤਾਂ ਉਹਦੇ ਮੂਹਰੇ ਖੰਗੂਰਾ ਨਾ ਮਾਰੋ, ਇੱਕ ਉਹਦੀ ਅੱਖ ਚੱਖ ਨਾ ਪਾਓ, ਇੱਕ ਉਹਦੇ ਸਾਹਮਣੇ ਥੁੱਕੋ ਨਾ, ਇੱਕ ਉਹਨੂੰ ਦੇਖ ਕੇ ਕਈ ਵਾਰੀ ਕਾਲਰ ਨਾ ਖੜੇ ਕਰੋ। ਇਹ ਆਮ ਜੀ ਗੱਲ ਹੈ, ਸੰਕੇਤ ਮਿਲਦਾ, ਇਹ ਸੰਕੇਤ ਆ। ਉਹ ਕਹਿੰਦਾ ਅੱਛਾ ਹੁਣ ਤੂੰ ਧੌਂਸ ਦਿਖਾਉਣਾ ਹੈ, ਚੁਣੌਤੀ ਦਿੰਨਾ ਹੈ, ਹੁਣ ਤੂੰ ਮੈਨੂੰ ਚੁਣੌਤੀ ਦਿੰਨਾ ਹੈ, ਹੁਣ ਤੂੰ ਮੈਨੂੰ ਅੱਖਾਂ ਕੱਢੇਗਾ, ਹੁਣ ਤੂੰ ਥੁੱਕੇਗਾ ਮੈਨੂੰ ਦੇਖ ਕੇ, ਇੰਨੇ ਜੋਗਾ ਹੋ ਗਿਆ। ਆਹੀ ਗੱਲ ਕਾਲਜਾਂ ਸਕੂਲਾਂ ਵਾਲੇ ਵੀ ਲਿਖ ਦੇਣ, ਜਾਂ ਯੂਨੀਵਰਸਿਟੀਆਂ 'ਚ ਪੜ੍ਹਦੇ ਸੀ ਆਪਾਂ, ਕਾਲਜਾਂ 'ਚ ਪੜ੍ਹਦੇ ਸੀ, ਸਕੂਲਾਂ 'ਚ ਵੀ ਪੜ੍ਹਦੇ ਸੀ, ਇਹਨਾਂ ਗੱਲਾਂ ਨੂੰ ਲੈ ਕੇ ਮੈਨੂੰ ਦੇਖ ਕੇ ਸਾਰੇ ਥੁੱਕਿਆ ਸੀ ਜੀ, ਸਰ ਮੈਨੂੰ ਦੇਖ ਕੇ ਨੇ ਕਾਲਰ ਚੱਕੇ ਸੀ। ਹੁਣ ਭਾਵੇਂ ਪਿੰਡ ਦੇ ਵਿੱਚ ਭਾਵੇਂ ਸ਼ਹਿਰ ਦੇ ਵਿੱਚ ਤੁਹਾਡਾ ਕਿਸੇ ਕੰਮ ਨੂੰ ਲੈ ਕੇ ਝਗੜਾ ਹੋਇਆ, ਉਹ ਵੀ ਲਿਖ ਦਿਓ। ਜੇਕਰ ਤੁਸੀਂ ਇਸ ਤਰ੍ਹਾਂ ਦੇ ਕਿਸੇ ਝਗੜੇ ਨੂੰ ਹੁੰਦਿਆਂ ਰੋਕ ਦਿੱਤਾ ਕਿ ਨਹੀਂ ਯਾਰ ਇਹ ਤਾਂ ਗੱਲ ਕੁਛ ਵੀ ਨਹੀਂ ਸੀ, ਉਹ ਤਾਂ ਵੈਸੇ ਹੀ ਥੁੱਕਣ ਦੀ ਆਦਤ ਹੈ, ਬੈਨੀਪਾਲ ਸਾਹਿਬ ਤਾਂ ਵੀ ਲਿਖ ਦਿਓ, ਬੈਨੀਪਾਲ ਸਾਹਿਬ ਹੁੰਦਾ ਕੀ ਹੈ ਕਿ
ਕਾਲਰ ਖੜਾ ਕਰਤਾ, ਥੁੱਕ ਦਿੱਤਾ, ਖੰਗੂਰਾ ਮਾਰਤਾ, ਉੱਥੋਂ ਟਾਈਮ ਪੈ ਜਾਂਦਾ। ਜਦੋਂ ਟਾਈਮ ਪੈ ਜਾਂਦਾ ਉੱਥੋਂ ਫਿਰ ਤਰੀਕ ਪੈ ਜਾਂਦੀ ਆ। ਜਦੋਂ ਤਰੀਕ ਪੈ ਜਾਂਦੀ ਹੈ ਤਾਂ ਜ਼ਮੀਨ ਗਹਿਣੇ ਪੈ ਜਾਂਦੀ ਆ। ਅਸਲ 'ਚ ਪਹਿਲਾਂ ਵਹਿਮ ਪੈਂਦਾ, ਫਿਰ ਟਾਈਮ ਪੈਂਦਾ। ਹੁਣ ਜਦੋਂ ਇਹ ਸਾਰਾ ਕੁਝ ਪੈਣਾ, ਹੁਣ ਜੇ ਭਾਈ ਵਹਿਮ ਵੀ ਪਾਉਣਾ, ਟਾਈਮ ਵੀ ਪਾਉਣਾ, ਤਰੀਕ ਵੀ ਪਾਉਣੀ, ਗਹਿਣੇ ਵੀ ਪਾਉਣੀ ਹੈ, ਫਿਰ ਤਾਂ ਦੜਾਈ ਚਲੋ ਘੋੜਾ ਬਿਲਕੁਲ ਨਹੀਂ ਕਾਠੀ ਤੋਂ ਉਤਰਨਾ। ਹਾਂ, ਜੇ ਲੱਗਦਾ ਕਿ ਇਦਾਂ ਨਹੀਂ ਕਰਨਾ ਤਾਂ ਕਾਠੀ ਤੋਂ ਉਤਰ ਵੀ ਜਾਓ ਤੇ ਘੋੜਾ ਜਿਹੜਾ ਉਹ ਕਿੱਲੇ ਦੇ ਨਾਲ ਬੰਨ੍ਹ ਵੀ ਦਿਓ। ਇੱਥੇ ਬੈਨੀਪਾਲ ਸਾਹਿਬ ਇੱਕ ਹੋਰ ਬੜਾ ਕਾਮਨ ਜਿਹਾ ਮਸਲਾ, ਇਹ ਨਹੀਂ ਅਸੀਂ ਵੀ ਉਹਦੇ ਵਿੱਚ ਸ਼ਾਮਲ ਆ, ਮੈਂ ਸਾਰੇ ਵਿੱਚ ਹੀ ਆ, ਅਸੀਂ ਬਾਹਰ ਨਹੀਂ ਤੁਹਾਡੇ ਤੋਂ। ਕੋਠੀ ਬਣਾਈ ਦੀ ਆ ਜੀ, ਘਰ ਬਣਾਈ ਦਾ, ਕਮਰਾ ਛੱਤੀ ਦਾ, ਉਹਦੇ ਤੋਂ ਬਾਅਦ ਫਿਰ ਜਿਹੜੀ ਉਹ ਰੇੜ ਜੀ ਬਣਾਉਂਦੀ ਹੁੰਦੀ ਗੇਟ ਦੇ ਉੱਪਰ ਚੜ੍ਹਨ ਨੂੰ, ਕਿਉਂਕਿ ਆਪਣੇ ਉੱਥੇ ਹੀ ਹੈ ਨਾ ਕਿ ਜਦੋਂ ਇੱਕ ਵਾਰੀ ਸੜਕ ਕੁਰਸੀ ਉੱਚੀ ਚੱਕੋ ਕਹਿੰਦੇ ਨੇ, ਕੁਰਸੀ ਉੱਤੀ ਚੱਕੋ, ਕਿਉਂਕਿ ਸੜਕ ਬਣਦੀ ਰਹਿੰਦੀ ਹੈ। ਕਿਉਂਕਿ ਸਾਡੀਆਂ ਸਰਕਾਰਾਂ ਨੂੰ ਉਹ ਸੜਕ ਪਹਿਲੀ ਪੱਟ ਕੇ ਦੂਜੀ ਬਜਰੀ ਪਾਉਣ ਦੀ ਆਦਤ ਹੈ ਨਹੀਂ, ਪੈਸੇ ਧੇਲੇ ਪਤਾ ਨਹੀਂ ਕਿੱਥੇ ਜਾਂਦੇ ਆ। ਉਹ ਲੋਕ ਇਸ ਡਰ ਦੇ ਵਿੱਚ ਕਿ ਭਾਈ ਹੜ੍ਹ ਆ ਜਾਊਗਾ, ਕੱਲ੍ਹ ਨੂੰ ਸੜਕ ਉੱਚੀ ਹੋ ਜੂਗੀ, ਮੀਂਹ ਦਾ ਪਾਣੀ ਸਾਡੇ ਘਰਾਂ 'ਚ ਆਊਗਾ, 2-2 3-3 ਫੁੱਟ ਘਰ ਆਮ 4-5 ਫੁੱਟ ਵੀ ਉੱਚਾ ਚੱਕੀਦਾ ਜੀ। ਉਹ ਤੋਂ ਬਾਅਦ ਫਿਰ ਅਸੀਂ ਬਣਾਉਣਾ ਹੁੰਦਾ ਪੁਲ ਉੱਪਰ ਚੜ੍ਹਨ ਨੂੰ। ਉਹ ਪੁਲ ਕਈ ਵਾਰੀ ਅੱਧੀ ਸੜਕ ਰੋਕੀ ਹੁੰਦੀ ਉਹਨੇ, ਆਮ ਤੌਰ ਤੇ ਹੁੰਦੀ ਆ। ਮੈਂ ਫੇਰ ਕਹਿਣਾ ਕਿ ਇਹਦੇ ਵਿੱਚ ਆਪਾਂ ਬਹੁਤ ਸਾਰੇ ਲੋਕ ਸ਼ਾਮਲ ਆ, ਮੈਂ ਆਪਣੇ ਆਪ ਨੂੰ ਬਾਹਰ ਨਹੀਂ ਕੱਢਦਾ। ਉਹ ਜਦੋਂ ਉਹ ਬਣਾ ਲਈਦੀ ਆ, ਉਹਦੇ ਤੋਂ ਬਾਅਦ ਫਿਰ ਕਿਸੇ ਨੂੰ ਉੱਥੋਂ ਕਾਰ ਮੋੜਨ ਨੂੰ ਔਖ ਹੁੰਦੀ ਹੈ, ਕਿਸੇ ਨੂੰ ਹੁੰਦਾ ਕਿ ਭਾਈ ਇੱਧਰਲੇ, ਫਿਰ ਅਸੀਂ ਉਹਦੇ ਮੂਹਰੇ ਇੱਕ ਨਾ ਲਾਉਣਾ ਹੁੰਦਾ ਲੋਹੇ ਦਾ ਪਾਈਪ ਕਿ ਭਾਈ ਇੱਥੇ ਤੱਕ ਸਾਡੀ ਆ ਬੰਨੀ ਆ, ਇਹਨੂੰ ਕੋਈ ਚਾੜ ਕੇ ਉੱਪਰ ਵੱਡੀ ਚੀਜ਼, ਭਾਰੀ ਚੀਜ਼ ਇਹਨੂੰ ਤੋੜ ਨਾ ਦੇਵੇ। ਹਾਲਾਂਕਿ ਉਹ ਸਰਕਾਰੀ ਥਾਂ ਆ। ਬੈਨੀਪਾਲ ਸਾਹਿਬ ਚਲੋ ਇੱਥੇ ਇੱਕ ਹਲਕੀ ਜਿਹੀ ਆਪਾਂ ਪਰਚੀ ਦਿੰਨੇ ਆ ਜੀ। ਕਈਆਂ ਦੇ ਕੋਲੇ, ਵਿਚਾਰਿਆਂ ਦੇ ਕੋਲੇ ਘਰ ਹੀ 2-4 ਮਰਲੇ ਦੇ ਵਿੱਚ ਬਣਿਆ ਹੁੰਦਾ, ਉਹਨਾਂ ਦੇ ਕੋਲੇ ਵਿਹੜਾ ਵੀ ਨਹੀਂ ਹੁੰਦਾ। ਆਪਾਂ ਉਹਨਾਂ ਨੂੰ ਕਿੰਨਾ ਕੁ ਕਹਿ ਦਈਏ ਕਿ ਭਾਈ ਤੁਸੀਂ ਗੇਟ ਪਿੱਛੇ ਕਰਕੇ ਬਣਾਓ ਤੇ ਮੁੜ ਕੇ ਥੜੀ ਜਿਹੜੀ ਉਹ ਨਾ ਬਣਾਇਓ। ਪਰ ਕਈਆਂ ਦੇ ਕੋਲੇ ਸੁੱਖ ਨਾਲ ਉਹਨਾਂ ਨੇ 2-2 ਕਨਾਲ ਬਲੇ ਹੁੰਦੇ ਆ, ਵਿਹੜਾ ਵੀ ਬਹੁਤ ਹੁੰਦਾ, ਪਰ ਬੰਨੀ ਜਿਹੜੀ ਬਾਹਰਲੇ ਪਾਸੇ ਨੂੰ ਹੁੰਦੀ ਹੈ। ਜਾਣੀ ਕਿ ਉਹ ਗਲੀ ਜਿਹੜੀ 10 ਫੁੱਟ ਦੀ ਹੈ ਨਾ, ਉਹਨੂੰ ਅਸੀਂ 6 ਫੁੱਟ ਦੀ ਰਹਿਣ ਦੇਣਾ ਹੈ, ਪਰ ਅਸੀਂ ਗੇਟ ਥੋੜ੍ਹਾ ਜਿਹਾ ਪਿੱਛੇ ਕਰਕੇ ਨਹੀਂ ਲਾਉਣਾ। ਹਾਲਾਂਕਿ ਉਹਨਾਂ ਨੂੰ ਆਪਦੀਆਂ ਕਾਰਾਂ, ਆਪਦੇ ਸਕੂਟਰ, ਮੋਟਰਸਾਈਕਲ, ਆਪਦੇ ਟਰੈਕਟਰ ਟਰਾਲੀਆਂ ਮੋੜਨੇ ਵੀ ਔਖੇ ਹੋ ਜਾਂਦੇ ਆ। ਓਨਾ ਹੀ ਜੇ ਗੇਟ ਦਾ ਕੌਲਾ ਉਹ ਕਿਤੇ ਪਿੱਛੇ ਕਰਕੇ ਲਾਉਣ ਤਾਂ ਕੰਮ ਜਿਹੜਾ ਦੂਸਰੇ ਪਾਸੇ ਨੂੰ ਜਾਵੇ, ਆਂਢੀ ਗੁਆਂਢੀ ਵੀ ਸੌਖਾ ਰਹੇ। ਕਈ ਵਾਰੀ ਤਾਂ ਸਾਨੂੰ ਇਹ ਵੀ ਹੁੰਦਾ ਕਿ ਭਾਈ ਲੈ, ਕਈ ਵਾਰੀ ਅਸੀਂ ਕੌਲਾ ਉੱਥੇ ਕੱਢੀਦਾ ਕਿ ਜਿੱਥੇ ਸਾਨੂੰ ਉਹਦਾ ਲਾਹਾ ਹੋਵੇ ਨਾ ਹੋਵੇ, ਗੁਆਂਢੀ ਤੰਗ ਹੋਣਾ ਚਾਹੀਦਾ ਕਿ ਭਾਈ ਲੈ ਸਾਡਾ ਥਾਂ ਆ, ਅਗਲੇ ਨੂੰ ਕੀ ਸਾਨੂੰ ਨਹੀਂ ਪਤਾ ਅਸੀਂ ਆਪਣੇ ਥਾਂ 'ਚ ਕੌਲਾ ਕੱਢਣਾ ਹੈ। ਹਾਲਾਂਕਿ ਸਾਨੂੰ ਇੰਨੀ ਕੁ ਭਾਈਚਾਰਕ ਸਾਂਝ ਤਾਂ ਜਿਹੜੀ ਉਹ ਪਗਾਉਣੀ ਚਾਹੀਦੀ ਹੈ ਨਾ ਕਿ ਭਾਈ ਜਿੱਥੇ ਬਹੁਤੀ ਨਹੀਂ ਲੋੜ ਉਧਰਲੇ ਪਾਸੇ ਨੂੰ ਨਾ ਤੁਰੀਏ। ਪਰ ਆਹ ਜਿਹੜਾ ਥੜੀਆਂ ਦਾ ਮਸਲਾ, ਇਸ ਮਸਲੇ ਨੇ ਕੰਮ ਬਹੁਤ ਖਰਾਬ ਕੀਤਾ। BDPO ਤੱਕ ਸ਼ਿਕਾਇਤਾਂ ਪਹੁੰਚਦੀਆਂ ਰਹਿੰਦੀਆਂ। ਤੁਸੀਂ ਵੀਡੀਓ ਹੀ ਕਹਿ ਦਿਆ ਕਰੋ ਜੀ। ਚਲੋ ਵੀਡੀਓ ਕਹਿਤਾ ਜੀ। ਜਿਹੜੇ ਵੀਡੀਓ ਸਾਹਿਬ ਆਪਣੇ ਉਹਨਾਂ ਤੱਕ ਗੱਲ ਪਹੁੰਚਦੀ ਹੈ। ਹੁਣ ਕਈ ਵਾਰੀ ਆਉਂਦਾ, ਫਿਰ ਉੱਥੋਂ ਸੁਨੇਹਾ ਪਤਾ ਕੀ ਆਉਂਦਾ ਜੀ, ਉੱਥੋਂ ਫਰਮਾਨ ਆਉਂਦਾ, ਜਿੰਨੀਆਂ ਵੀ ਪਿੰਡ ਵਾਸੀਆਂ ਨੇ ਥੜੀਆਂ ਜਿਹੜੀਆਂ ਨੇ ਉਹ ਗਲੀਆਂ ਦੇ ਵਿੱਚ ਬਣਾਈਆਂ ਸਾਰੀਆਂ ਪੱਟ ਦਿਓ। ਅਗਲੇ ਸਟੇ ਲੈ ਆਉਂਦੇ ਆ, ਸਾਡੇ ਘਰ ਦੇ ਪਟਾ ਕੇ ਦਿਖਾਓ। ਝਗੜੇ ਬੜੇ ਹੁੰਦੇ ਆ। ਹੁਣ ਕਈ ਵਾਰੀ ਕਈਆਂ ਨੇ ਨਾ ਬਹੁਤ ਸਮੂਥ ਜਿਹੀਆਂ ਬਣਾਈਆਂ ਹੁੰਦੀਆਂ, ਹੱਲ ਵੀ ਕਰਾਇਆ ਜਾ ਸਕਦਾ ਹੁੰਦਾ ਮਸਲਾ ਕਿ ਚਲੋ ਤੁਸੀਂ ਥੋੜੀ ਨਾ ਢਲਾਣ ਵੱਧ ਦੇ ਲਓ, ਸਕੂਟਰ, ਮੋਟਰਸਾਈਕਲ, ਕਾਰ ਅਗਲੇ ਦੇ ਅੰਦਰ ਵੜਦੀ ਦਿੱਕਤ ਨਾ ਹੋਵੇ। ਹੁਣ ਉਹਦੇ ਵਿੱਚ ਵੀ ਜਾ ਕੇ ਹਾਂ ਓਏ ਕਿਹਨੂੰ ਪੁੱਛ ਕੇ ਬਣਾਈਏ ਥੜੀ, ਸਰਪੰਚ ਸਾਡੀ ਪਾਰਟੀ ਦਾ, ਕਈ ਵਾਰੀ ਬੋਲਬਾਣੀ ਖਰਾਬ ਕਰਦੀ ਹੈ, ਬੋਲਬਾਣੀ ਖਰਾਬ ਕਰਦੀ, ਉਹ ਦਿੱਕਤ ਹੀ ਨਹੀਂ ਹੁੰਦੀ ਕੋਈ। ਹੁਣ ਅਗਲੇ ਨੂੰ ਚਲੋ ਜੇ ਤਾਂ ਭਾਈਚਾਰਕ ਸਾਂਝ ਨਾਲ ਜਾ ਕੇ ਤਾਇਆ ਜੀ ਫਿਰ ਗੱਲ ਕੁਛ ਨਹੀਂ, ਤੁਹਾਨੂੰ ਪਤਾ ਹੀ ਆ ਟਰੈਕਟਰ ਇੱਥੋਂ ਦੀ ਲੰਘਾਉਣਾ ਹੁੰਦਾ, ਸਕੂਟਰ ਲੰਘਾਉਣਾ ਹੁੰਦਾ ਆ, ਤੇ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ। ਅਗਲਾ ਕੋਈ ਬਹੁਤਾ ਮਾਈਂਡ ਨਹੀਂ ਕਰਦਾ। ਆਲੇ ਦੁਆਲੇ ਥੋੜਾ ਸੀਮੈਂਟ ਪਵਾ ਦਈਏ ਤਾਂ ਕਿ ਸਾਡਾ ਟੇਪਰ ਜਿਹਾ ਹੋ ਜੇ। ਜਾ ਕੇ ਜੇ ਇਦਾਂ ਕਹਿ ਦੋ ਨਾ, ਜੇ ਤੁਹਾਨੂੰ ਨਹੀਂ ਮੈਂ ਕਹਿੰਦਾ 2 ਬੋਰੀਆਂ ਸੀਮੈਂਟ ਦੀ ਲੱਗਣੀਆਂ, ਮੈਂ ਪਵਾ ਦੇਣਾ, ਉਹ ਕਹਿੰਦਾ ਲੈ ਮੱਲਾ ਤੂੰ ਕਿੱਦਾਂ ਪਵਾ ਦੇਂਗਾ, ਸੀਮੈਂਟ ਆਪਣੇ ਕੋਲੇ ਬਚਿਆ ਪਿਆ, ਆਪਾਂ ਪਵਾਉਂਦੇ ਆ, ਅਸੀਂ ਪਹਿਲਾਂ ਧਿਆਨ ਹੀ ਨਹੀਂ ਦਿੱਤਾ। ਹਾਲਾਂਕਿ ਚਾਹੇ ਧਿਆਨ ਹੋਵੇ ਵੀ ਉਹ ਮਸਲਾ ਹੱਲ ਕੀਤਾ ਜਾ ਸਕਦਾ ਹੁੰਦਾ, ਪਰ ਉੱਥੇ ਡਾਂਗੋ ਡਾਂਗੀ। ਫਿਰ ਕਈ ਵਾਰੀ ਤਾਂ ਇਦਾਂ ਵੀ ਹੁੰਦਾ ਕਿ ਥੜੀ ਵਾਲੇ ਮਸਲੇ ਤੋਂ ਇਦਾਂ ਲੜਾਈਆਂ ਹੁੰਦੀਆਂ ਬੈਨੀਪਾਲ ਸਾਹਿਬ ਕਿ ਉਧਰਲੇ ਪਾਸੇ ਬੀਬੀਆਂ ਗਲੀ ਦੇ ਇੱਕ ਪਾਸੇ ਖੜੀਆਂ, ਦੂਜੇ ਘਰ ਦੀਆਂ ਦੂਜੇ ਪਾਸੇ ਖੜੀਆਂ, ਨਾ ਸਾਨੂੰ ਕਿਤੇ ਤੁਹਾਡਾ ਪਤਾ ਨਹੀਂ, ਆ ਹੁਣ ਤੁਸੀਂ ਰੋਟੀ ਖਾਣ ਲੱਗ ਪਏ ਆ, ਕੱਲ ਤੱਕ ਦਾਲ ਤੁਸੀਂ ਸਾਡੇ ਮੰਗਦੇ ਹੁੰਦੇ ਸੀ, ਆ ਪਰਸੋਂ ਹੀ ਤਾਂ ਤੁਹਾਡਾ ਬਾਪੂ ਜਿਹੜਾ ਬਾਪੂ ਦੇ ਨੇ ਬੜਾ ਹੀ ਸ਼ਬਦ ਵਰਤਦੇ ਹੁੰਦੇ ਆ ਤੰਗਲੀ ਸਾਡੇ ਮੰਗ ਕੇ ਲਗਿਆ, ਜੇ ਵੀ ਤੁਹਾਡੇ ਪਈ ਹੋਣੀ ਆ, ਹੁਣ ਤੁਸੀਂ ਸਾਨੂੰ ਚੁਣੌਤੀਆਂ ਦੇਣ ਲੱਗ ਪਏ ਆ, ਅਸੀਂ ਜਾਵਾਂਗੇ, ਅਸੀਂ ਸਰਕਾਰ ਕੋ ਜਾਵਾਂਗੇ, ਦਫ਼ਤਰੇ ਜਾਵਾਂਗੇ। ਮੇਰਾ ਭਰਾ ਵੀ ਨਾ ਉੱਥੇ ਵੱਡਾ ਅਫਸਰ ਲੱਗਾ ਆ, ਹੁਣ ਦੇਖਿਓ ਤਾਂ ਜਦੋਂ ਇੱਥੇ ਪੁਲਿਸ ਆਈ ਘੜੂਸ ਕੇ ਲਿਜਾਊ ਤੁਹਾਨੂੰ। ਹੁਣ ਘੜੀਸ ਵੀ ਨਹੀਂ ਕਹਿਣਾ, ਗੁੱਸਾ ਇੰਨਾ ਆਇਆ ਹੁੰਦਾ, ਉਹ ਘੜੂਸ ਕੇ ਕੌਣ ਲਿਜਾਂਦਾ ਕੌਣ ਕਿਹਨੂੰ। ਪਰ ਇੰਨੀ ਗੱਲ ਜ਼ਰੂਰ ਹੈ, ਨਾਲ ਹੀ ਬੰਦੇ ਨੋਟ ਗਿਣਦੇ ਹੁੰਦੇ ਆ ਕਿ ਭਾਈ ਹੁਣ ਸਰਕਾਰੇ ਦਰਬਾਰੇ ਕੋ ਆ ਗਿਆ ਤਾਂ ਫਿਰ ਜੇਬ 'ਚ ਕੁਛ ਪਾਉਣਾ ਪਊ। ਇਸ ਜੇ ਵੇਲੇ ਤਾਂ ਰੱਬ ਹੀ ਬਚਾਵੇ ਮੂੰਹ ਚੋਂ ਕੀ ਨਿਕਲਦਾ ਜੀ। ਤੇ ਇੱਕ ਇਹ ਵੀ ਗੱਲ ਹੁੰਦੀ ਹੈ, ਇੱਥੇ ਤੱਕ ਨਹੀਂ, ਅਗਲੇ ਦਾਦੇ ਪੜਦਾਦੇ ਪੁਣ ਦਿੰਦੇ ਨੇ, ਗੱਲਾਂ ਮਾਰਦੇ। ਹੁਣ ਤੁਸੀਂ ਕੋਠੀਆਂ ਪਾਉਣ ਵਾਲੇ ਹੋ ਗਏ, ਤੁਸੀਂ ਥੜੀਆਂ ਬਣਾਉਣ ਵਾਲੇ ਹੋ ਗਏ। ਤੁਹਾਨੂੰ ਪਤਾ ਆ ਤੁਹਾਡੇ ਬੁੜੇ ਦੇ ਸੰਸਕਾਰ ਨੂੰ ਲੱਕੜਾਂ ਨਹੀਂ ਸੀ ਜੁੜੀਆਂ, ਅਸੀਂ ਪਾਈਆਂ ਸੀ। ਫਿਰ ਜਦ ਮਕਾਨ ਆਈਆਂ ਸੀ, ਰੋਟੀ ਕੌਣ ਦਿੰਦਾ ਸੀ? ਫਿਰ ਉਹ ਗੱਲਾਂ ਜਿਹੜਾ ਕੀਤਾ ਕਰਾਇਆ ਖੂਹ 'ਚ ਸੁੱਟਣ ਵਾਲੀ ਗੱਲ ਹੁੰਦੀ ਹੈ ਸਰ। ਹੁਣ ਜਿਹੜਾ ਤੁਸੀਂ ਜ਼ਿਕਰ ਕਰਦੇ ਹੋ, ਮੈਨੂੰ ਇੱਕ ਹੋਰ ਇਹਦੇ 'ਚੋਂ ਮਹਿਸੂਸ ਹੁੰਦੀ ਹੈ ਗੱਲ। ਇੱਕ ਤਾਂ ਸਾਡੀ ਬੋਲ ਬਾਣੀ, ਇੱਕ ਸਾਡਾ ਕਿਸੇ ਚੀਜ਼ ਨੂੰ ਦੇਖਣ ਦਾ ਜਾਂ ਕਹਿਣ ਦਾ ਨਜ਼ਰੀਆ ਨਾ, ਜਿਹੜਾ ਕਈ ਵਾਰੀ ਸਾਨੂੰ ਇਸ ਲੜਾਈ ਝਗੜੇ ਵਾਲੇ ਅੰਜਾਮ ਤੱਕ ਉਹ ਲਿਜਾਂਦਾ।
ਜੇ ਤੁਸੀਂ ਪਹਿਲਾਂ ਕਦੇ ਉਹਨਾਂ ਨਾਲ ਕਲਾਮ ਹੀ ਨਹੀਂ ਕੀਤਾ, ਜੇ ਤੁਸੀਂ ਸ਼ਹਿਰ 'ਚ ਰਹਿੰਦੇ ਹੋ, ਉਹਨਾਂ ਦੀ ਜ਼ਿੰਦਗੀ ਵੀ ਇੱਥੇ ਆਪਣੇ ਵਰਗੀ ਹੋਈ ਹੈ, ਕਦੇ ਗੁਆਂਢੀ ਨੂੰ ਗੁਆਂਢੀ ਨੇ ਬੁਲਾਉਣਾ ਹੀ ਨਹੀਂ, ਪਰ ਉਚੇਚੇ ਤੌਰ 'ਤੇ ਐਨ ਕਵੇਲੇ ਜਾਣਾ, ਭਾਈ ਸਾਹਿਬ ਤੁਹਾਡੇ ਨਾਲ ਗੱਲ ਕਰਨ ਆਏ ਸੀ। ਹੁਣ ਤੁਸੀਂ ਹਾਈ ਕੋਰਟ ਦੇ ਜੱਜ ਥੋੜ੍ਹੀ ਲੱਗੋ ਗੱਲ ਕਰਨ ਆਏ ਸੀ, ਤੁਸੀਂ ਕਹੋ ਵੀ ਭਾਈ ਸਾਹਿਬ ਗੱਲ ਸੀ ਇੱਕ, ਜੇ ਸਮਾਂ ਹੋਇਆ ਤਾਂ ਦੱਸਿਓ, ਆਪਾਂ ਇੱਕ ਮਾੜਾ ਜਿਹਾ ਮਸਲਾ, ਜੇ ਤੁਸੀਂ ਕਹਿਣਾ ਅਸੀਂ ਤੁਹਾਡੇ ਨਾਲ ਆਇਆ ਗੱਲ ਕਰਨਾ, ਅਗਲਾ ਮੂਹਰੋਂ ਕਈ ਵਾਰੀ ਘਰੇ ਲੜਿਆ ਹੁੰਦਾ ਜਾਂ ਕੰਮ ਤੋਂ ਸਤਿਆ ਆਇਆ ਹੁੰਦਾ, ਕੋਈ ਵੀ ਸਮੱਸਿਆ ਹੋ ਸਕਦੀ ਹੈ, ਕੋਈ ਵੀ ਹੋਇਆ, ਹਾਂ ਤੂੰ ਗੱਲ ਕਰਨ ਵਾਲਾ ਕੌਣ ਆ ਗਿਆ ਓਏ, ਪਰ ਇੰਨੀ ਗੱਲ ਫਿਰ ਉਹ ਤਾਂ ਪਾਸੇ ਹੀ ਰਹਿ ਜਾਂਦੀ ਹੈ ਕਿ ਥੜੀ ਦੀ ਗੱਲ ਕਰਨਾ ਸੀ ਜਾਂ ਪਨਾਲੇ ਦੀ ਗੱਲ ਕਰਨੀ ਸੀ ਜਾਂ ਅੱਜ ਬੱਚੇ ਝਗੜੇ ਦੇ ਉਹਦੀ ਗੱਲ ਕਰਨਾ ਸੀ, ਗੱਲ ਇੱਥੋਂ ਹੀ ਸ਼ੁਰੂ ਹੋ ਜਾਂਦੀ, ਤੂੰ ਬੋਲਿਆ ਕਿਵੇਂ ਸੀ, ਉਹ ਗੱਲ ਇੱਕ ਪਾਸੇ ਹੋ ਜਾਂਦੀ। ਤੇ ਦੂਸਰੀ ਗੱਲ ਆ, ਪਿੰਡਾਂ ਵਿੱਚ ਬਹੁਤੀਆਂ ਜਿਹੜੀਆਂ ਲੜਾਈਆਂ ਨੇ ਜਾਂ ਝਗੜੇ ਨੇ, ਇੱਕ ਤਾਂ ਉਹ ਜ਼ਮੀਨੀ ਵਿਵਾਦ ਜੀ, ਜਿਹੜਾ ਸ਼ਰੀਕੇ ਭਾਈਚਾਰੇ 'ਚ ਹੈ ਕਿ ਸਾਡੇ ਨਾਲ ਵੱਟ ਬੰਨੇ ਦੀ ਸਾਂਝ ਆ ਜਿਨ੍ਹਾਂ ਦੀ, ਤੂੰ ਸਾਡੀ ਵੱਢ ਲਈ, ਤੂੰ ਸਾਡਾ ਖਾਲ ਵਾਹ ਲਿਆ, ਤੂੰ ਵੱਟ ਨੂੰ ਮਿੱਟੀ ਸਾਡੇ ਵਾਲੇ ਪਾਸੇ ਲਾ ਦਿੱਤੀ, ਪਹਿਲਾ ਤਾਂ ਮਸਲਾ ਇਹ ਹੈ। ਦੂਸਰਾ, ਜਿਨ੍ਹਾਂ ਦੀ ਕੋਈ ਇਹ ਸਾਂਝ ਹੈ ਹੀ ਨਹੀਂ, ਵੈਸੇ ਪਿੰਡ 'ਚ ਇੱਕ 'ਚ ਰਹਿੰਦੇ ਆ, ਉੱਥੇ ਬੇੜਾ ਗਰਕ ਕੀਤਾ ਪੰਚਾਇਤੀ ਚੋਣਾਂ ਜੀ। ਪੰਚਾਇਤੀ ਚੋਣਾਂ ਵੇਲੇ ਪਹਿਲਾਂ ਤਾਂ ਹੁੰਦਾ ਸੀ ਪੂਰੇ ਪਿੰਡ ਦੇ ਵਿੱਚ ਹੀ ਸਾਰੇ ਪਿੰਡ 'ਚੋਂ ਪੰਚਾਇਤ ਮੈਂਬਰ ਚੁਣੇ ਜਾਂਦੇ ਤੇ ਪਿੰਡ 'ਚੋਂ ਇੱਕ ਸਰਪੰਚ ਚੁਣਿਆ ਜਾਂਦਾ, ਉਦੋਂ ਵੀ, ਤੇ ਹੁਣ ਵਾਰਡ ਵੀ ਬਣ ਗਏ ਨੇ, ਹੁਣ ਤਾਂ ਮਿੰਨੀ ਸਰਪੰਚੀਆਂ ਹੁੰਦੀਆਂ। ਹਾਂ, ਉਹ ਕੰਮ ਨੇ ਮੈਨੂੰ ਇਹ ਲੱਗਦਾ ਕਿ ਪੂਰੇ ਪੰਜਾਬ ਨੂੰ ਇੱਕ ਦਾਅ 'ਤੇ ਲਾ ਦਿੱਤਾ। ਹਾਲੇ ਇੱਕ ਅੱਧੀ ਚੋਣ ਦਾ ਰੌਲਾ ਝਗੜਾ ਮੁੱਕਿਆ ਹੀ ਹੁੰਦਾ, ਮੰਨ ਲਓ ਸੰਸਦੀ ਚੋਣ ਹੋ ਕੇ ਲੰਘੀ ਆ, ਕਈ ਵਾਰੀ ਲੋਕ ਉਹਦੇ ਬਾਹਲੀ ਤਵੱਜੋ ਨਹੀਂ ਦਿੰਦੇ, ਕੋਈ ਗੱਲ ਨਹੀਂ ਤੈਨੂੰ ਕਹੂੰਗਾ ਭਾਈ ਮਰਜ਼ੀ ਕਰ ਲਿਓ, ਇੰਨੀ ਕੁ ਗੱਲ ਕਰਕੇ ਸਾਰ ਦਿੰਦੇ ਨੇ। ਦੂਜੀ ਜਦੋਂ ਵਿਧਾਨ ਸਭਾ ਦੀ ਚੋਣ ਆਉਂਦੀ ਆ, ਉੱਥੇ ਥੋੜ੍ਹੀ ਜਿਹੀ ਸਖਤੀ, ਭਾਈ ਸਾਹਿਬ ਪਿਛਲੀ ਵਾਰੀ ਤਾਂ ਤੁਹਾਨੂੰ ਕਿਹਾ ਸੀ ਤੁਸੀਂ ਵੋਟ ਪਾਈ ਨਹੀਂ, ਸਾਨੂੰ ਪਤਾ ਲੱਗਾ ਤੁਸੀਂ ਅਕਾਲੀਆਂ ਨੂੰ ਪਾ ਗਏ ਜਾਂ ਕਾਂਗਰਸੀ ਨੂੰ ਪਾ ਗਏ ਜਾਂ ਝਾੜੂ ਨੂੰ ਪਾ ਗਏ, ਐਤਕੀ ਨਹੀਂ ਗੱਲ ਬਣਨੀ, ਐਤਕੀ ਐਮਐਲਏ ਆਪਾਂ ਜਿਤਾਉਣਾ ਹੈ, ਕੰਮ ਵੀ ਕਰਾਉਣੇ ਨੇ, ਫਿਰ ਸਿਫਾਰਿਸ਼ ਵੀ ਲਾਉਣੀ ਆ, ਬੱਚਾ ਤੁਹਾਡਾ ਪੜ੍ਹਿਆ ਫਿਰਦਾ, ਇੰਨੀ ਕੁ ਸਖਤੀ ਕਰਕੇ ਸਾਰ ਲੈਂਦੇ ਨੇ। ਜਾਂ ਫਿਰ ਉਸ ਵੇਲੇ ਕਈ ਪਦਾਰਥ ਵੀ ਵੰਡੇ ਜਾਂਦੇ ਨੇ, ਉਹ ਕਹਿੰਦੇ ਨਹੀਂ ਨਹੀਂ ਭਾਈ ਸਾਹਿਬ ਤੁਹਾਨੂੰ ਵੋਟ ਨਹੀਂ ਪਾਉਣੀ, ਪਤਾ ਮੈਨੂੰ, ਅੰਗਰੇਜ਼ੀ ਹੋਰਾਂ ਨੂੰ ਵੰਡ ਗਏ, ਦੇਸੀ ਸਾਡੇ ਘਰ ਪਹੁੰਚਾਤੀ, ਜਾਂ ਅਸੀਂ ਤੁਹਾਨੂੰ ਕਹਿੰਦੇ ਰਹੇ ਸਾਡੇ ਤੱਕ ਪਹੁੰਚੇ ਹੀ ਨਹੀਂ, ਜਾਂ ਥੋੜ੍ਹੀ ਪਹੁੰਚੀ, ਜਾਂ ਅਸੀਂ ਉੱਥੇ ਤੁਹਾਡੇ ਘਰ ਆਪ ਜਾਂਦੇ ਰਹੇ, ਕਈਆਂ ਦੇ ਤੁਸੀਂ ਆਪ ਫੜਾਉਂਦੇ ਰਹੇ। ਪਰ ਜਦੋਂ ਆ ਜਾਂਦੇ ਨੇ ਨਾ ਪੰਚਾਇਤੀ ਚੋਣਾਂ, ਇੱਥੇ ਤਾਂ ਮੈਨੂੰ ਲੱਗਦਾ ਵੀ ਜਿਵੇਂ ਕਹਿੰਦੇ ਨੇ ਸਾਨਾਂ ਦੇ ਭੇੜ ਵਾਲੀ ਗੱਲ ਹੈ, ਫਿਰ ਆਪਣੇ ਕੀ ਪਰਾਏ ਕੀ, ਜਿਹੜੇ ਬੰਦਿਆਂ ਨੂੰ ਤੁਸੀਂ ਕਦੇ ਸਤਿ ਸ੍ਰੀ ਅਕਾਲ ਨਹੀਂ ਸੀ ਕੀਤੀ, ਉਹਨਾਂ ਨੂੰ ਸਵੇਰੇ ਜਾ ਕੇ, ਸ਼ਾਮ ਨੂੰ ਜਾ ਕੇ, ਅੱਧੀ ਰਾਤ ਨੂੰ ਜਾ ਕੇ ਉਹਨਾਂ ਦੇ ਘਰੇ ਵੀ ਬਹਿੰਦੇ ਹੋ, ਉਹਨਾਂ ਨੂੰ ਪੈਸਾ ਧੱਕਾ ਵੀ ਦਿੰਦੇ ਹੋ, ਉਹਨਾਂ ਨੂੰ ਕਈ ਵਾਰੀ ਹੋਰ ਖਾਦ ਪਦਾਰਥ ਜਾਂ ਪੀਣ ਵਾਲੇ ਤਰਲ ਪਦਾਰਥ ਵੀ ਦਿੰਦੇ ਹੋ, ਕਈਆਂ ਨੂੰ ਸੌਹਾਂ ਵੀ ਚੁਕਾਉਂਦੇ ਨੇ। ਤੇ ਕਈ ਬੰਦੇ ਤਾਂ ਇਹ ਸਮਝਦਾ ਕਿ ਆਹ ਬੰਦਾ ਤਾਂ ਮੇਰਾ ਬੈ ਖਰੀਦਿਆ ਹੋਇਆ, ਮੁੱਲ ਖਰੀਦਿਆ ਹੋਇਆ, ਤੈਨੂੰ ਮੈਂ ਕਿਹਾ ਸੀ ਵੋਟ ਪਾਉਣ ਨੂੰ, ਤੂੰ ਨਹੀਂ ਮੈਨੂੰ ਵੋਟ ਪਾਈ। ਉਹ ਕਹਿੰਦੇ ਹੁੰਦੇ ਵੀ ਡਿੱਗੀ ਖੋਤੇ ਤੋਂ ਤੇ ਗੁੱਸਾ ਘਮਾਰ ਤੇ, ਵੋਟਾਂ ਹੋ ਸਕਦਾ ਉਹਦੀਆਂ ਕਿਸੇ ਪਾਸੇ ਹੋਰ ਘਟ ਗਈਆਂ ਹੋਣ, ਪਰ ਜਿਹੜਾ ਗਰੀਬ ਗੁਰਬ ਹੈ ਉਹਨੂੰ ਇਸ ਕਦਰ ਦੱਬਿਆ ਜਾਂਦਾ ਹੈ, ਜਾਂ ਫਿਰ ਜਿਹੜੇ ਆਪਣੇ ਸ਼ਰੀਕੇ ਭਾਈਚਾਰੇ ਦੇ ਲੋਕ ਨੇ ਉਹ ਇਸ ਕਦਰ ਦੱਬੇ ਜਾਂਦੇ ਨੇ, ਉਹ ਇੱਕ ਪੁਸ਼ਤ ਨਹੀਂ ਕਈ ਪੁਸ਼ਤਾਂ ਦੇ ਸਿਰ ਵੱਢਵੇਂ ਵੈਰ ਪੈ ਜਾਂਦੇ ਨੇ। ਸਰਪੰਚੀ ਉਹ ਕਰਦੇ ਆ ਜਾਂ ਨਹੀਂ ਕਰਦੇ, ਇਹ ਬਾਅਦ ਦੀ ਗੱਲ ਹੈ। ਮੈਨੀਪਾਲ ਸਾਹਿਬ ਦੇਖੋ, ਪੰਚਾਇਤੀ ਚੋਣਾਂ ਨੇ ਤਾਂ ਇੰਨੀ ਤਬਾਹੀ ਕੀਤੀ, ਹਾਲਾਂਕਿ ਉਹ ਕਿਸੇ ਹੋਰ ਕੰਮ ਲਈ ਸੀ। ਹੁਣ ਇੰਨੀ ਵੀ ਗੱਲ ਹੁੰਦੀ ਕਿ ਪੰਚ ਸਰਪੰਚ ਬਣ ਕੇ ਕਈ ਵਾਰੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਪੰਚਾਇਤੀ ਰਜਿਸਟਰ ਅਸੀਂ ਕਿਵੇਂ ਲਿਖਣਾ ਹੈ, ਉਹਨੂੰ ਮੇਨਟੇਨ ਕਿਵੇਂ ਕਰਨਾ ਹੈ, ਜਾਂ ਜਦੋਂ ਅਸੀਂ ਉਹ ਪੰਚਾਇਤੀ ਰਜਿਸਟਰ ਪਿਛਲੀ ਪੰਚਾਇਤ ਵਾਲਾ ਆਪਣੇ ਕੋਲੇ ਲੈਣਾ ਤਾਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ, ਕਿਤੇ ਪਿਛਲਿਆਂ ਦਾ ਕੋਈ ਕੀਤਾ ਕਰਾਇਆ ਆਪਦੇ ਗੱਲ ਨਾ ਪੈ ਜਾਵੇ, ਜਾਂ ਫਿਰ ਪੰਚਾਇਤ ਸੈਕਟਰੀ ਸਾਹਿਬ ਜਿਹੜੇ ਆ ਉਹਨਾਂ ਦੇ ਨਾਲ ਅਸੀਂ ਕਿਵੇਂ ਹਿਸਾਬ ਕਿਤਾਬ ਰੱਖਣਾ ਹੈ। ਪਰ ਇੰਨੀ ਗੱਲ ਜ਼ਰੂਰ ਹੈ ਕਿ ਜਦੋਂ ਚੋਣ ਹੁੰਦੀ ਆ ਨਾ, ਉਦੋਂ ਫਿਰ ਬੰਦਾ ਵੋਟਾਂ ਕਿੱਦਾਂ ਗਿਣਦੇ ਆ, ਕਈ ਵਾਰੀ ਬੰਦੇ ਦੇਖੋ ਕਿੰਨਾ ਸਿਸਟਮ ਗਲਤ ਹੋ ਗਿਆ, ਉਹ ਉਹਨਾਂ ਨੇ ਜ਼ਮੀਨ ਆਪਣੀ ਠੇਕੇ ਤੇ ਲਈ ਆ, ਉਹ ਵੋਟਾਂ ਕਿੱਦਾਂ ਨਹੀਂ ਪਾਉਣਗੇ ਆਪਣੀਆਂ ਨੇ, ਹਾਂ ਉਹਨਾਂ ਨੂੰ, ਜਾਂ ਅਸੀਂ ਜ਼ਮੀਨ ਜਿਹੜੀ ਆ ਅਸੀਂ ਉਹਨਾਂ ਦੀ ਠੇਕੇ ਤੇ ਲਈ ਆ, ਪੈਸੇ ਐਡਵਾਂਸ ਦੇ ਵੱਧ ਵੀ ਦੇ ਦਿੱਤੀ ਆ, ਕਿੱਦਾਂ ਨਹੀਂ ਪਾਉਣਗੇ। ਉਹ ਤਾਂ ਕਣਕ ਆਪਣੇ ਕੋਲ ਜਾਂਦੇ ਆ ਬੋਰੀਆਂ 'ਚ ਪਾ ਕੇ ਘਰੇ ਛੱਡਣ ਚਾਹੀਦੀ ਆ, ਵੋਟਾਂ ਕਿੱਦਾਂ ਨਹੀਂ ਪਾਉਣਗੇ। ਜਾਂ ਕਈ ਵਾਰੀ ਇਹ ਵੀ ਹੁੰਦਾ ਜਿਹੜਾ ਮਾਤੜ ਬੰਦਾ ਨਾ, ਲੈ ਆ ਸਾਰੇ ਨਿੱਕੇ ਨਿਆਣਿਆਂ ਨੂੰ ਕੱਪੜੇ ਤਾਂ ਉਹਨਾਂ ਦੇ ਨੂੰ ਅਸੀਂ ਦੇ ਵੋਟਾਂ ਕਿੱਦਾਂ ਨਹੀਂ ਪਾਉਣਗੇ। ਉਹਨਾਂ ਦੀ ਕੁੜੀ ਦਾ ਵਿਆਹ ਸੀ, ਉਹਨਾਂ ਦੇ ਮੁੰਡੇ ਦਾ ਵਿਆਹ ਸੀ, ਜਾਂ ਉਹਨੇ ਬਾਹਰ ਅੰਦਰ ਦੁਬਈ ਨੂੰ ਜਾਣਾ ਸੀ, ਫਲਾਨੀ ਜਗ੍ਹਾ ਜਾਣਾ ਸੀ, 10-20 ਰੁਪਈਆ ਸਾਡੇ ਤੋਂ ਲੈ ਗਏ, ਅਸੀਂ ਸਾਲ ਮੰਗਿਆ ਹੀ ਨਹੀਂ, ਜਾਂ ਕਿਸੇ ਤੋਂ ਕਹਿ ਕੇ ਦਵਾਇਆ ਸੀ ਜਾਮਨੀ ਮੇਰੀ ਹੈ, ਜਾਮਨੀ ਮੇਰੀ ਹੈ, ਵੋਟਾਂ ਕਿੱਦਾਂ ਨਹੀਂ ਪਾਉਣਗੇ। ਇੱਥੋਂ ਤੱਕ ਬੈਨੀਪਾਲ ਸਾਹਿਬ, ਇੱਕ ਹੁੰਦਾ ਵੋਟ ਪਾਉਣ ਵਾਲਾ, ਇੱਕ ਹੁੰਦਾ ਉਮੀਦਵਾਰ ਵੋਟ ਜਿਹਨੇ ਲੈਣੀ ਹੁੰਦੀ ਹੈ, ਇੱਕ ਮੇਰੇ ਵਰਗੇ ਵਿੱਚ ਕਈ ਹੋਰ ਹੀ ਹੁੰਦੇ ਆ, ਨਹੀਂ ਇੰਨੇ ਤੈਨੂੰ ਵੋਟ ਨਹੀਂ ਪਾਉਣੀ, ਇਹਨੂੰ ਐਂ ਕਹੋ ਨਾਲ ਤੁਰੇ। ਅਗਲਾ ਬੰਦਾ ਹੁੰਦਾ ਕਮਜ਼ੋਰ, ਜੱਗਰ ਹੋਵੇ, ਜੱਗਰ ਹੋਵੇ, ਲੋਕਾਂ ਦੇ ਸਾਹਮਣੇ ਨਸ਼ਰ ਹੋਣਾ ਜਿਹਦੇ ਨੂੰ ਨੰਗਾ ਕਰੋ, ਕਿਉਂਕਿ ਇੰਨੇ ਨਹੀਂ ਤਾਂ ਉਹਨਾਂ ਨੂੰ ਵੀ ਕਹੀ ਜਾਣਾ, ਤੁਹਾਨੂੰ ਵੀ ਕਹੀ ਜਾਣਾ। ਉਹ ਬੰਦੇ ਨੇ 20 ਕੰਮ ਤੁਹਾਡੇ ਤੋਂ ਲੈਣੇ, 20 ਹੋ ਸਕਦਾ ਉਹਨੇ ਵੋਟ ਪਾਉਣੀ ਹੋਵੇ, ਉਹਨੂੰ ਧੱਕੇ ਨਾਲ ਤੋਰਨਾ, ਮੂਹਰੇ ਤੋਰਨਾ, ਤਾਂ ਜੋ ਦੂਜੇ ਬੰਦੇ ਉਹਦੇ ਤੇ ਸ਼ੱਕ ਕਰਨ ਤੇ ਮਜਬੂਰ ਹੋ ਕੇ ਵੋਟ ਉਹ ਪਾ ਜਾਏ। ਹੋਰ ਦੇਖੋ ਕਈ ਵਾਰੀ ਇਹ ਵੀ ਹੁੰਦਾ, ਉਹਦੀ ਡਿਊਟੀ ਪੋਲਿੰਗ ਬੂਥ ਤੇ ਲਾਉਣੀ ਹੈ ਕਿ ਪਰਚੀਆਂ ਇੱਥੇ ਤੂੰ ਕੱਟਣੀਆਂ, ਜਾਣੀ ਕਿ ਉਹ ਬੰਦਾ ਇੱਥੋਂ ਤੱਕ ਵੀ ਬੈਨੀਪਾਲ ਸਾਹਿਬ ਪਿੰਡਾਂ ਦੇ ਵਿੱਚ ਹੁੰਦਾ, ਆਪਾਂ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਟਿੱਪਣੀਆਂ ਵੀ ਮੰਗ ਲੈਂਦੇ ਆ ਕਿ ਤੇਰੇ ਤੂੰ ਵੋਟ ਪਾਉਣ ਜਾਣਾ ਹੈ, ਤੂੰ ਸ਼ੱਕੀ ਹੈ, ਤੇਰੇ ਮਗਰ ਸਾਡਾ ਆਹ ਬੰਦਾ ਜਾਊਗਾ, ਤੂੰ ਹੌਲੀ ਦੇਣੀ ਇਹਨੂੰ ਦਿਖਾਉਣੀ ਹੈ,
ਜਾਂ ਤੇਰੀ ਬੀਬੀ ਜਾਂ ਤੇਰਾ ਪਾਪਾ, ਤੁਸੀਂ ਉੱਥੇ ਜਾ ਕੇ ਐਂ ਕਹਿਣਾ ਕਿ ਇਹਨਾਂ ਨੂੰ ਬਹੁਤਾ ਦੀਦਾ ਨਹੀਂ, ਮੇਰੀ ਵੋਟ ਇਹ ਪਵਾਊਗਾ। WhatsApp ਆ ਤਾਂ ਹੁਣ ਹੋਣ ਲੱਗ ਗਿਆ, ਹੁਣ ਤਾਂ EVM ਵਾਲਾ ਤਾਂ ਮੈਂ ਉੱਥੇ ਤਜਰਬਾ ਨਹੀਂ ਕੀਤਾ ਜੀ। ਉਹ ਤੁਸੀਂ ਜ਼ਰੂਰ ਦੱਸਿਓ ਵੀ ਕਿਵੇਂ ਕਰਦੇ ਆ। ਪਹਿਲਾਂ ਤਾਂ ਹੁੰਦਾ ਸੀ ਦੇਖ ਭਾਈ ਤੇਰੀ ਵੋਟ ਦੇ ਵਿੱਚ ਪਰਚੀ ਪਾਉਣੀ ਹੈ, ਉਹ ਕਹਿੰਦੇ ਮੈਂ ਕੋਈ ਗੱਲ ਨਹੀਂ ਮੈਂ ਉਹ 'ਚ ਨੋਟ ਪਾ ਦੂੰਗਾ ਜੀ, ਉਹਦੇ 'ਚ ਮੇਰੀ ਆਹ ਨਿਸ਼ਾਨੀ ਹੋਊਗੀ। ਪਰ ਬਾਅਦ ਦੇ ਵਿੱਚ ਫਿਰ ਵੋਟਾਂ ਰੱਦ ਹੋਣ ਲੱਗ ਪਈਆਂ ਜਿਹਦੇ ਵਿੱਚੋਂ ਕੋਈ ਨਿਸ਼ਾਨੀ ਨਿਕਲੀ ਨਾ, ਕਿਉਂਕਿ ਜਦੋਂ ਉਮੀਦਵਾਰ ਬੈਠਾ ਸੀ ਉਹਨੂੰ ਦੱਸਿਆ ਹੁੰਦਾ ਸੀ ਮੇਰੀ ਵੋਟ 'ਚ 5 ਰੁਪਏ ਪਾਏ ਹੋਏ ਜੀ, ਮੇਰੀ ਵੋਟ 'ਚ 13 ਦਿੱਤਾ ਹੈ ਨੋਟ ਆ ਉਹਦਾ ਆਹ। ਉਹ ਜਦੋਂ ਸਾਹਮਣੇ ਉਮੀਦਵਾਰ ਦੇ ਬੈਠਾ ਵੋਟ ਕਰਦਾ ਤਾਂ ਕਹਿੰਦਾ ਹਾਂ ਵੀ ਇਹ ਫਲਾਣੇ ਬੰਦੇ ਵਾਲੀ ਤਾਂ ਆ ਗਈ। ਹੁਣ ਮੈਨੂੰ ਪਤਾ ਨਹੀਂ ਕਿ ਹੁਣ ਵੀ ਇੰਝ ਚੱਲਦਾ ਸਿਸਟਮ ਜਾਂ ਨਹੀਂ ਚੱਲਦਾ, ਜਾਣੀ ਉਹ ਤਾਂ ਵੋਟ ਵੀ ਪਵਾਉਣੀ ਹੈ, ਯਕੀਨ ਉਹ ਤਾਂ ਫਿਰ ਕੋਈ ਨਹੀਂ। ਨਹੀਂ ਇਹ ਦੇਖੋ ਬੰਦੇ ਨੂੰ ਬੰਦਾ ਹੀ ਨਹੀਂ ਸਮਝਿਆ ਜਾਂਦਾ, ਉਹਦੇ ਵਿੱਚ ਫਿਰ ਲੜਾਈਆਂ ਝਗੜੇ ਵੀ ਹੁੰਦੇ। ਅਗਲਾ ਵੀ ਕਈ ਵਾਰੀ ਸਿਆਣਾ ਹੁੰਦਾ, ਉਹ ਹੌਲੇ ਜਿਹੇ ਐਂ ਕਰਕੇ ਕਹਿੰਦਾ ਮੈਂ ਤਾਂ ਦਿਖਾਈ ਸੀ ਇਹਨੂੰ, ਦਿਖਾਉਂਦਾ ਹੈ ਵੀ ਨਹੀਂ ਉਹ, ਪਰ ਉਹਦੇ ਤੇ ਝਗੜੇ ਵੀ ਹੁੰਦੇ ਆ, ਪਰਚੇ ਵੀ ਹੁੰਦੇ ਆ, ਲੋਕਾਂ ਦੇ ਗਲ ਵੀ ਪਵਾਇਆ ਜਾਂਦਾ। ਤੇ ਬੈਨੀਪਾਲ ਸਾਹਿਬ ਪੰਚਾਇਤੀ ਚੋਣਾਂ ਤਾਂ ਇਦਾਂ ਦੀਆਂ ਵੀ ਹੁੰਦੀਆਂ, ਕਈ ਵਾਰੀ ਚੋਣਾਂ ਤੋਂ ਸਾਲ ਪਹਿਲਾਂ ਜਿਹੜੇ ਬਹੁਤੇ ਹੀ ਸਿਆਣੇ ਹੁੰਦੇ ਆ, ਜਿਨ੍ਹਾਂ ਨੂੰ ਲੱਗਦਾ ਹੁੰਦਾ ਕਿ ਸਰਪੰਚ ਬਣ ਕੇ ਪਤਾ ਨਹੀਂ ਮੈਂ ਕਿਹੜਾ ਕੁੰਡਾ ਢਾ ਲੈਣਾ, ਉਹ ਬੰਦੇ ਤਾਂ ਘਰਾਂ 'ਚ ਝਗੜੇ ਵੀ ਕਰਾਉਂਦੇ ਆ, ਉਹ ਬੰਦੇ ਤਾਂ ਪਿੰਡਾਂ ਦੇ ਵਿੱਚ ਕੇਸ ਵੀ ਚਲਾਉਂਦੇ ਆ ਕਿ ਭਾਈ ਕੇਸ ਚੱਲੂਗਾ। ਕਾਰ ਇਹਨਾਂ ਦੇ ਕੋਲੇ ਹੈ ਨਹੀਂ, ਵਕੀਲ ਜੋਗੇ ਪੈਸੇ ਵੀ ਹੈ ਨਹੀਂ, ਕਾਰ ਆਪਣੀ 'ਚ ਮੈਂ ਇੱਕ ਧੜਾ ਤਾਂ ਲੈ ਕੇ ਹੀ ਜਾਊਂਗਾ, ਪੈਸੇ ਵੀ ਵਕੀਲ ਨੂੰ ਦੇਣ ਦੇ ਲਈ ਉਧਾਰੇ ਦਊਂਗਾ, ਮੁੜ ਕੇ ਲੈ ਵੀ ਲੈਣੇ ਆ, ਆਸਾਨ ਰਹਿ ਜਾਊਗਾ, ਵੋਟਾਂ ਮੇਰੀਆਂ ਪੱਕੀਆਂ। ਇਸ ਕਰਕੇ ਭਾਈ ਪੰਚ ਹੋਵੇ, ਸਰਪੰਚ ਹੋਵੇ, ਤਾਇਆ ਹੋਵੇ, ਚਾਚਾ ਹੋਵੇ, ਪੰਚਾਇਤੀ ਚੋਣਾਂ 'ਚ ਨਾ ਝਗੜਿਆ ਕਰੋ। ਬੈਨੀਪਾਲ ਸਾਹਿਬ ਕਈ ਪਿੰਡਾਂ ਦੇ ਵਿੱਚ ਤਾਂ 20 25 30 ਸਾਲ ਹੋ ਗਏ ਪੰਚਾਇਤੀ ਚੋਣਾਂ ਦੇ ਝਗੜੇ ਹੀ ਚੱਲੀ ਜਾਂਦੇ ਆ, ਕੇਸ ਹੀ ਚੱਲੀ ਜਾਂਦੇ ਆ, ਸੀਵਰੇਜ ਦੇ ਪ੍ਰੋਜੈਕਟ ਵੀ ਖੜ ਗਏ, ਛੱਪੜਾਂ ਦੀ ਸਫਾਈ ਵੀ ਖੜ ਗਈ, ਇੱਥੋਂ ਤੱਕ ਕਿ ਕਈ ਗਲੀਆਂ ਹੀ ਨਹੀਂ ਬਣੀਆਂ। ਹੁਣ ਦੇਖੋ ਕੀ ਝਗੜਾ ਹੁੰਦਾ ਕਿ ਫਲਾਣੇ ਨੇ ਨਾ ਆਪਣੇ ਘਰ ਦੇ ਮੂਹਰੇ ਗਲੀ ਬਣਾ ਲਈ, ਹੁਣ ਇੱਥੋਂ ਤੱਕ ਤੁਹਾਡੀ ਵੀ ਬਣ ਜੂ ਯਾਰ। ਹੁਣ ਸਰਪੰਚ ਜੇ ਅਗਲਾ ਬਣ ਗਿਆ, ਮਾੜਾ ਮੋਟਾ ਤਾਂ ਅਗਲਾ ਕਰੀ ਜਾਂਦਾ ਨਾ ਕਿ ਭਾਈ ਇੰਨੀ ਕੁ ਗਲੀ ਬਣਨੀ ਹੈ, ਕਿਉਂਕਿ ਸਾਰੇ ਪਿੰਡ ਦੀਆਂ ਗਲੀਆਂ ਦੀ ਕਈ ਵਾਰੀ ਗ੍ਰਾਂਟ ਇਕੱਠੀ ਨਹੀਂ ਆਉਂਦੀ। ਹੁਣ ਇਹ ਵੀ ਹੁੰਦਾ ਕਈ ਵਾਰੀ ਕਿ ਸਾਰੇ ਪਿੰਡ ਦੀਆਂ ਗਲੀਆਂ ਬਣਾਉਣ ਲਈ ਚਾਹੇ ਪੈਸੇ ਚਾਰ ਆ ਵੀ ਗਏ ਆ, ਇੱਕੋ ਦਮ ਥੋੜੀ ਬਣ ਲੱਗ ਜਾਣੀ ਆ, ਨਾਲੇ ਉਹਨੇ ਵੀ ਦੇਖਣਾ ਹੈ ਪਿਆ 20 ਕੁਛ ਕਿਹੜਾ ਨਾਲ ਉਦੋਂ ਖੁੱਲ ਕੇ ਤੁਰਿਆ ਸੀ ਤਾਂ ਕਿਹੜਾ ਅੰਦਰ ਵੜ ਕੇ ਕਹਿੰਦਾ ਸੀ ਵੋਟਾਂ ਮੈਂ ਭਾਈ ਸਾਹਿਬ ਤੁਹਾਨੂੰ ਹੀ ਪਾਉਂ। ਹੁਣ ਹੋ ਸਕਦਾ ਗਲੀ ਸਾਰੇ ਪਾਸੇ ਬਣਨੀ ਹੋਵੇ, ਪਿੰਡ 'ਚ ਗੱਲਾਂ ਪਹਿਲਾਂ ਹੀ ਆਪਣੀਆਂ ਗਲੀਆਂ ਲਾਪੇ ਬਣਾਉਣ। ਸਾਡੇ ਇੱਥੇ ਕਿੰਨੇ ਬਣਾਉਣੀਆਂ ਸਰਪੰਚਾ, ਮੈਂ ਗੱਲ ਇੱਕ ਦੱਸਦੀ ਆ, ਪਹਿਲਾਂ ਇੱਟਾਂ ਸਾਡੇ ਸਟਾਓ, ਨਹੀਂ ਤਾਂ ਅਸੀਂ ਨਹੀਂ ਬਣ ਦੇਣੀ, ਨਹੀਂ ਤਾਂ ਅਸੀਂ ਸਟੇ ਲੈ ਆਉਣਾ ਹੀ। ਸਾਨੂੰ ਵੀ ਪਤਾ, ਸਾਨੂੰ ਵੀ ਵਕੀਲ ਜਾਣਦੇ ਨੇ, ਅਸੀਂ ਵੀ ਥਾਣਿਆਂ ਕਚਹਿਰੀਆਂ ਤੇ ਜਾਣੇ ਆਉਂਦੇ ਆ, ਅਸੀਂ ਕਿਹੜਾ ਘਰੇ ਬੈਠੇ ਆ। ਇੱਥੋਂ ਤੱਕ ਬੈਨੀਪਾਲ ਸਾਹਿਬ ਕਈ ਵਾਰੀ ਇੱਟਾਂ ਚੱਕ ਸਿੱਟਣ ਲੱਗ ਪੈਂਦੇ ਆ ਲੋਕ, ਕਈ ਵਾਰੀ ਬੀਬੀਆਂ ਵੀ ਚਲੇ ਜਾਂਦੀਆਂ ਆ ਇੱਟਾਂ ਚੱਕ ਕੇ ਸਾਡੇ ਵੱਲ ਸਿੱਟੋ ਪਹਿਲਾਂ, ਨਹੀਂ ਤਾਂ ਅਸੀਂ ਨਹੀਂ ਵੰਡ ਦਿੰਦੀਆਂ। ਹੋਰ ਦੇਖੋ ਕਿੰਨੀ ਅਜੀਬੋ ਗਰੀਬ ਗੱਲ ਹੈ ਕਿ ਪਿੰਡ ਨੂੰ ਕਈ ਵਾਰੀ ਬੱਸ ਨਹੀਂ ਹੁੰਦੀ। ਹੁਣ ਇਸ ਗੱਲ, ਹੁਣ ਤਾਂ ਚਲੋ ਆਪਣੇ ਸਾਧਨ ਹੋ ਗਏ, ਪਹਿਲਾਂ ਪਿੰਡਾਂ ਨੂੰ ਬੱਸ ਲੱਗਣੀ ਬਹੁਤ ਵੱਡੀ ਗੱਲ ਹੁੰਦੀ ਸੀ ਕਿ ਸਾਧਨ ਪਿੰਡ ਆਵੇ, ਚਾਹੇ ਇੱਕ ਵਾਰੀ ਆਵੇ ਚਾਹੇ 2 ਵਾਰੀ ਆਵੇ, ਟੈਂਪੂਏ ਹੋਵੇ। ਪਹਿਲਾਂ ਤਾਂ ਪਿੰਡੋਂ ਤੁਰ ਕੇ 5 ਕਿਲੋਮੀਟਰ ਦੂਰ ਜਾਣਾ ਕਿ ਭਾਈ ਉੱਥੋਂ ਬੱਸ ਫੜਨੀ। ਜਦੋਂ ਪਿੰਡ ਬੱਸ ਜਿਹੜੀ ਪਿੰਡਾਂ ਨੂੰ ਆ ਗਈ, ਦੇਖਿਆ ਆਪਣੇ ਵਾਲੇ ਪਾਸਿਓਂ ਬੱਸ ਮੋੜ ਕੇ ਲੈ ਜਾਂਦੇ ਆ, ਬੱਸ ਅੱਡਾ ਇੱਧਰ ਸਾਡੇ ਵਾਲ ਹੋਣਾ ਚਾਹੀਦਾ। ਸਾਹਿਬ ਇਹ ਆਪਾਂ ਪੁੱਛੀਏ ਕਿ ਆਪਾਂ ਦੇਖੋ ਕਿਹੜੀ ਸਦੀ ਦੇ ਵਿੱਚ ਤੇ ਕਿਹੜੇ ਸਾਲ ਦੇ ਤੇ ਕਿਹੜੇ ਮਹੀਨੇ ਦੇ ਵਿੱਚ ਇਸ ਵਕਤ ਗੁਜ਼ਰ ਰਹੇ ਹਾਂ, ਕਿ ਕੋਈ ਇਸ ਤਰ੍ਹਾਂ ਦੇ ਜਾਂ ਇਸ ਤਰ੍ਹਾਂ ਦਾ ਪਿੰਡ ਜਾਂ ਪਿੰਡ ਹੈਗੇ ਆ ਜਿਨ੍ਹਾਂ ਪਿੰਡਾਂ ਦੇ ਵਿੱਚ ਅੱਜ ਵੀ ਕੋਈ ਬੱਸ ਨਹੀਂ ਆਉਂਦੀ, ਪਿੰਡ ਦੇ ਵਿੱਚ ਕੋਈ ਵੀ ਟਰਾਂਜ਼ਿਟ ਦਾ ਸਾਧਨ ਨਹੀਂ, ਤੁਹਾਨੂੰ ਆਪਣੇ ਨਿੱਜੀ ਸਾਧਨਾਂ ਦੀ ਵਰਤੋਂ ਕਰਨੀ ਪੈਂਦੀ ਆ। ਪਰ ਇਹ ਤਾਂ ਮੈਨੂੰ ਪਤਾ ਹੈ ਕਿ ਭਾਵੇਂ ਬਹੁਤ ਸਾਰੇ ਪਿੰਡਾਂ 'ਚ ਬੱਸਾਂ ਆਉਂਦੀਆਂ ਨੇ ਤਾਂ ਵੀ ਲੋਕ ਬਹੁਤੇ ਉਹਨਾਂ ਦਾ ਇਸਤੇਮਾਲ ਨਹੀਂ ਕਰਦੇ। ਉਹਨਾਂ ਨੂੰ ਹੁੰਦਾ ਕਿ ਸਮਾਂ ਜ਼ਿਆਦਾ ਲੱਗੇਗਾ, ਆਪਾਂ ਜਾਂਦੇ ਹਾਂ ਸਕੂਟਰ ਤੇ, ਮੋਟਰਸਾਈਕਲ ਤੇ ਜਾਂ ਕਾਰ ਤੇ ਜਾਵਾਂਗੇ, ਛੇਤੀ ਕੰਮ ਕਰਕੇ ਮੁੜ ਆਵਾਂਗੇ। ਪਰ ਫਿਰ ਵੀ ਜਾਣਕਾਰੀ ਹੈ ਤੇ ਦੱਸਿਓ ਕਿ ਪੰਜਾਬ ਦੇ ਇਸ ਵਕਤ ਵੀ ਕਿੰਨੇ ਕੁ ਪਿੰਡ ਨੇ ਜਿਨ੍ਹਾਂ ਦੇ ਵਿੱਚ ਕੋਈ ਇਸ ਵਕਤ ਇਸ ਤਰ੍ਹਾਂ ਦਾ ਸਾਧਨ ਨਹੀਂ ਜਿਹੜਾ ਕੋਈ ਵੀ ਵਰਤ ਸਕੇ। ਤੇ ਦੂਸਰੀ ਗੱਲ, ਜੇ ਤੁਹਾਡੇ ਪਿੰਡਾਂ ਵਿੱਚ ਸਾਧਨ ਨਹੀਂ ਤਾਂ ਤੁਸੀਂ ਆਪਣੇ ਵਿਧਾਨ ਸਭਾ ਦੇ ਮੈਂਬਰ ਨੂੰ, MLA ਨੂੰ ਜਾਂ ਸੰਸਦ ਮੈਂਬਰ ਨੂੰ ਕਦੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਸਾਨੂੰ ਭਾਈ ਬੱਸ ਦੀ ਜ਼ਰੂਰਤ ਹੈ, ਸਾਡੇ ਟੈਂਪੂ ਦੀ ਜ਼ਰੂਰਤ ਹੈ, ਕਿਸੇ ਨੂੰ ਪਰਮਿਟ ਦੀ ਜ਼ਰੂਰਤ ਹੈ, ਪਰਮਿਟ ਦਿਓ ਤਾਂ ਕਿ ਸਾਡੇ ਵਾਸਤੇ ਕੋਈ ਸਾਧਨ ਬਣੇ। ਜ਼ਰੂਰ ਲਿਖਿਓ। ਬੈਨੀਪਾਲ ਸਾਹਿਬ ਇੱਥੇ 2 ਅੱਡੋ ਅੱਡ ਮਸਲੇ ਨੇ, ਇੱਦਾਂ ਦੇ ਦਰਜਨਾਂ ਨਹੀਂ, ਮੇਰੇ ਹਿਸਾਬ ਨਾਲ 100 ਤੋਂ ਵੱਧ ਪਿੰਡ ਹੋਣਗੇ, ਸੈਂਕੜਿਆਂ 'ਚ ਹੋ ਸਕਦੇ ਆ ਜਿਨ੍ਹਾਂ ਪਿੰਡਾਂ ਦੇ ਵਿੱਚ ਕੋਈ ਸਾਧਨ ਜਾਂਦਾ ਹੀ ਨਹੀਂ। ਇਹ ਗੱਲ ਪੱਕੀ ਆ, ਕਿਉਂਕਿ ਮੈਂ ਖੁਦ ਤਕਰੀਬਨ 20-22 ਪਿੰਡਾਂ ਦੇ ਵਿੱਚ ਤਾਂ ਗਿਆ ਜਿੱਥੇ ਇੱਦਾਂ ਦਾ ਕੋਈ ਸਾਧਨ ਨਹੀਂ ਜਾਂਦਾ, ਉਹਨਾਂ ਨੂੰ ਨੇੜਲੇ ਪਿੰਡਾਂ ਤੱਕ ਤੁਰ ਕੇ ਜਾਣਾ ਪੈਂਦਾ। ਪਰ ਇਹਦੇ ਤੋਂ ਵੀ ਇੰਪੋਰਟੈਂਟ ਗੱਲ ਇਹ ਹੈ ਕਿ ਉਹ ਜਿਹੜੇ ਪਿੰਡ ਨੇ ਜੀ, ਉਹਨਾਂ ਪਿੰਡਾਂ 'ਚ ਜਿੰਨੇ ਘਰ ਨੇ, ਜਿੰਨੇ ਪਰਿਵਾਰ ਨੇ, ਉਹਨਾਂ ਦੇ ਵਿੱਚੋਂ ਕਿੰਨੇ ਕੁ ਪਰਿਵਾਰ ਆ ਜਿਨ੍ਹਾਂ ਦੇ ਕੋਲੇ ਆਪਦਾ ਸਾਧਨ ਹੈ ਨਹੀਂ। ਹਾਂ, ਜ਼ਰੂਰਤ ਹੈ ਹਾਲੇ ਬਹੁਤ ਸਾਰੇ ਲੋਕਾਂ ਦੀ, ਕਿਉਂਕਿ ਕਈ ਵਾਰੀ ਹੋ ਸਕਦਾ ਟਿੱਪਣੀਆਂ ਆਉਣ ਲੱਗ ਪੈਣੀਆਂ ਆਪਾਂ ਨੂੰ ਕਿ ਨਹੀਂ ਜੀ ਹੁਣ ਤਾਂ ਸਾਰਿਆਂ ਦੇ ਕੋਲੇ ਆਪੋ ਆਪਣੇ ਸਾਧਨ ਆ, ਬੱਸ ਲਵਾਈ ਸੀ, ਬੱਸ ਬਹੁਤੀ ਭਰ ਕੇ ਨਹੀਂ ਜਾਂਦੀ। ਮੰਨ ਲਓ 100 ਦੇ ਵਿੱਚੋਂ 5 ਪਰਿਵਾਰ ਨੇ ਜਿਨ੍ਹਾਂ ਦੇ ਕੋਲੇ ਕਾਰ ਵੀ ਹੈ ਨਹੀਂ, ਸਕੂਟਰ ਵੀ ਹੈ ਨਹੀਂ, ਮੋਟਰਸਾਈਕਲ ਵੀ ਹੈ ਨਹੀਂ, ਹੁੰਦੇ ਆ ਇਦਾਂ ਦੇ ਹੈਗੇ ਆ ਜੀ। ਹੁਣ ਉਹ ਜਿਹੜੇ ਪਰਿਵਾਰ ਨੇ ਚਾਹੇ 5 ਹੀ ਆ, ਉਹਨਾਂ ਦੇ ਕੋਲ ਤਾਂ ਸਾਧਨ ਹੈ ਨਹੀਂ। ਜੇ ਬਿਜਲੀ ਦਾ ਬਿੱਲ ਤਾਰਨਾ ਤਾਂ ਵੀ ਸ਼ਹਿਰ ਜਾਣਾ ਹੈ, ਜੇ ਨਿੱਕੇ ਨਿਆਣਿਆਂ ਨੇ ਪੜ੍ਹਨ ਜਾਣਾ ਤਾਂ ਵੀ ਸ਼ਹਿਰ ਜਾਣਾ ਹੈ, ਜੇ ਸੌਦਾ ਪੱਤਾ ਲੈਣ ਜਾਣਾ ਤਾਂ ਵੀ ਸ਼ਹਿਰ ਜਾਣਾ ਹੈ।
ਕੋਈ ਬਿਮਾਰ ਠਮਾਰ ਹੋ ਗਿਆ ਤਾਂ ਵੀ ਸ਼ਹਿਰ ਜਾਣਾ, ਤੇ ਉਸ ਵੇਲੇ ਸਾਧਨ ਕੋਲੇ ਹੈ ਨਹੀਂ, ਦੂਸਰੇ ਕੋਲੋਂ ਮੰਗਣਾ ਬਹੁਤ ਔਖਾ ਕਿ ਭਾਈ ਸਾਨੂੰ ਸਕੂਟਰ ਤੇ ਲੈ ਜਾ, ਇਹਦੇ ਤੇ ਲੈ ਜਾ। ਕਿਉਂਕਿ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਉਹਨਾਂ ਦੀ ਜ਼ਿੰਦਗੀ ਤਾਂ ਅੱਜ ਵੀ ਬੜੀ ਅਜੀਬੋ-ਗਰੀਬ 47 ਤੋਂ ਪਹਿਲਾਂ ਵਰਗੀ ਹੈ। ਜੇ ਉੱਥੇ ਕੋਈ ਬੱਸ ਨਹੀਂ ਜਾਂਦੀ, ਕੋਈ ਆਟੋ ਨਹੀਂ ਜਾਂਦੀ, ਸਰਕਾਰ ਕੀ ਕਰਦੀ ਹੈ, ਕਈ ਪਿੰਡਾਂ 'ਚ ਬੱਸਾਂ ਲੱਗੀਆਂ ਸੀ, ਨਹੀਂ ਜੀ ਇਹਦੇ ਵਿੱਚ ਸਵਾਰੀਆਂ ਬੜੀਆਂ ਘੱਟ ਹੁੰਦੀਆਂ, ਸਾਨੂੰ ਘਾਟੇ ਦਾ ਸੌਦਾ ਹੈ, ਇਸ ਕਰਕੇ ਅਸੀਂ ਉਹ ਬੱਸ ਬੰਦ ਕਰ ਦਿੱਤੀ ਹੈ, ਤੁਸੀਂ ਘੱਟੋ ਘੱਟ 40 ਸਵਾਰੀਆਂ ਜਿਹੜੀਆਂ ਇੱਕ ਦਿਨ ਦੇ ਵਿੱਚ ਹੋਣੀਆਂ ਚਾਹੀਦੀਆਂ, ਹੁਣ 40 ਧੱਕੇ ਨਾਲ ਬਹਿ ਜਾਣ, ਚਾਹੇ 4 ਹੀ ਹੋਣ। ਜਾਪਾਨ ਦੀ ਆਪਾਂ ਕਿੰਨੀ ਵਾਰੀ ਉਦਾਹਰਨ ਦਿੰਦੇ ਹੁੰਦੇ ਆ ਕਿ ਉੱਥੋਂ ਦੀ ਇੱਕ ਲੜਕੀ ਗ੍ਰੈਜੂਏਸ਼ਨ ਕਰਦੀ ਸੀ, ਪਰ ਉਹਦੇ ਲਈ ਇਕੱਲੇ ਲਈ ਟ੍ਰੇਨ ਲਾ ਕੇ ਰੱਖੀ। ਜਦੋਂ ਉਹਨੂੰ ਗ੍ਰੈਜੂਏਸ਼ਨ ਹੋ ਗਈ, ਉਹ ਸੰਬੰਧਿਤ ਵਿਭਾਗ ਦੇ ਅਧਿਕਾਰੀ ਉਹਦੇ ਘਰੇ ਆਏ ਕਿ ਭਾਈ ਤੂੰ ਬਹੁਤ ਦੂਰ ਦਰਾਡੇ ਇਲਾਕੇ 'ਚ ਰਹਿੰਦੀ ਹੈ, ਇੱਥੋਂ ਟ੍ਰੇਨ ਸਰਵਿਸ ਇੱਕ ਲਾਈ ਸੀ, ਤੂੰ ਕਾਲਜ ਪੜ੍ਹਨ ਜਾਂਦੀ ਸੀ, ਜੇ ਤਾਂ ਤੂੰ ਅੱਗੇ ਪੜ੍ਹਨਾ ਟ੍ਰੇਨ ਚੱਲਦੀ ਰਹੂ, ਜੇ ਤੂੰ ਹੁਣ ਨਹੀਂ ਪੜ੍ਹਨਾ ਤਾਂ ਅਸੀਂ ਫਿਰ ਟ੍ਰੇਨ ਉਹ ਬੰਦ ਕਰ ਦੇਣੀ। ਉਹ ਕਹਿੰਦੀ ਮੈਂ ਨਹੀਂ ਪੜ੍ਹਨਾ, ਟ੍ਰੇਨ ਬੰਦ ਕਰਤੀ। ਪਰ ਆਪਣੇ ਉਹ ਕਹਿੰਦੇ ਜੀ ਘਾਟਾ ਪੈਂਦਾ, ਉਹ ਲੋਕਾਂ ਲਈ ਹੈ, ਲੋਕਾਂ ਦੇ ਟੈਕਸ ਦਾ ਪੈਸਾ, ਲੋਕਾਂ ਨੂੰ ਘਾਟਾ ਪੈ ਜੂ। ਹੁਣ ਸ਼ਹਿਰ ਨੂੰ ਤੁਸੀਂ 4 ਬੱਸਾਂ ਵੱਧ ਲਾ ਦਿਓ, ਘੱਟ ਲਾ ਦਿਓ, ਗੱਲ ਵੱਖਰੀ ਹੈ, ਪਰ ਜਿੱਥੇ ਕੁਝ ਜਾਂਦਾ ਹੀ ਨਹੀਂ। ਤੁਸੀਂ ਬੱਸ ਦੀ ਗੱਲ ਕੀਤੀ ਹੈ ਬੈਨੀਪਾਲ ਸਾਹਿਬ, ਕਈ ਪਿੰਡ ਖਾਸ ਤੌਰ ਦੇ ਉੱਤੇ ਜਿਹੜੇ ਪਿੰਡ ਰਾਵੀ ਦਰਿਆ ਦੇ ਨਾਲ ਲੱਗਦੇ ਆ, ਉਹਨਾਂ ਨੂੰ ਜਾਣ ਨੂੰ ਤਾਂ 3-3 ਮਹੀਨੇ ਜਦੋਂ ਬਰਸਾਤਾਂ ਹੁੰਦੀਆਂ ਕੋਈ ਥਾਂ ਹੀ ਨਹੀਂ ਹੁੰਦਾ, 3 ਪਾਸੇ ਪਾਕਿਸਤਾਨ ਲੱਗਦਾ, ਇੱਕ ਪਾਸੇ ਦਰਿਆ ਲੱਗਦਾ, ਉਹ ਤਾਂ ਟੁੱਟੇ ਹੀ ਰਹਿੰਦੇ ਆ। ਪਹਿਲਾਂ ਹੀ ਦਾਣੇ ਜਮ੍ਹਾਂ ਕਰ ਲਿਆ, ਦਾਲ ਜਮ੍ਹਾਂ ਕਰ ਲਈ, ਗੋਲੀਆਂ ਦਾ ਥੱਬਾ ਜਮ੍ਹਾਂ ਕਰ ਲਿਆ ਤਾਂ ਕਰ ਲਿਆ, ਨਹੀਂ ਤਾਂ ਪੌਂਵਾ ਰਹੀਆਂ। ਆਹ ਜਿਹੜਾ ਹੁਣ ਤੁਸੀਂ ਜ਼ਿਕਰ ਕਰ ਲਿਆ ਨਾ, ਤੁਸੀਂ ਪਾਣੀਆਂ ਦਾ ਜ਼ਿਕਰ ਕਰ ਲਿਆ, ਹੜ੍ਹਾਂ ਦਾ ਜ਼ਿਕਰ ਕਰਦੇ ਆ, ਆਹ ਵੀ ਇੱਕ ਸਮੱਸਿਆ ਬਣਦੀ ਜੀ। ਦੇਖੋ ਜਿਹੜਾ ਹੜ੍ਹ ਆ ਉਹ ਕੁਦਰਤੀ ਨਹੀਂ, ਕਿਉਂਕਿ ਸਾਡੀਆਂ ਸਰਕਾਰਾਂ ਨੇ ਨਾ ਇੰਨਾ ਕਦੀ ਪਹਿਲਾਂ ਪ੍ਰਬੰਧ ਕੀਤਾ ਨਾ ਹੁਣ ਕੀਤਾ। ਹੜ੍ਹ ਵੀ ਹਰੇਕ ਸਾਲ ਆਉਂਦੇ ਨੇ, ਬਰਸਾਤ ਵੀ ਹਰੇਕ ਸਾਲ ਆਉਂਦੀ ਹੈ, ਮਾਨਸੂਨ ਵੀ ਹਰੇਕ ਸਾਲ ਆਉਂਦੀ ਹੈ, ਤੇ ਮੀਂਹ ਜ਼ਿਆਦਾ ਪੈਣ ਦੇ ਕਾਰਨ ਬਹੁਤ ਸਾਰੇ ਪਿੰਡ ਹੜ੍ਹਾਂ ਦੀ ਮਾਰ ਹੇਠ ਵੀ ਆਉਂਦੇ ਆ। ਕਈ ਲੋਕ ਇਸੇ ਕਰਕੇ ਇੱਕ ਦੂਸਰੇ ਨਾਲ ਝਗੜਦੇ ਆ ਕਿ ਤੂੰ ਭਾਈ ਹੜ੍ਹਾਂ ਵੇਲੇ ਬੰਨ੍ਹ ਲਾ ਲਿਆ, ਪਿੰਡ ਦੇ ਫਿਰ ਇਕੱਠੇ ਹੋ ਕੇ ਜਾਣਗੇ, ਚਲੋ ਵੀ ਉਹਨਾਂ ਲਈ ਵੱਟ ਵੱਢ ਕੇ ਆਈਏ ਜੀ। ਅੱਗੇ ਮੂਹਰੇ ਖੜਾ ਤਾਂ ਗੱਲ ਸੁਣ ਲਓ ਵੀ ਜੇ ਹੜ੍ਹ ਦਾ ਪਾਣੀ ਆਪਣੇ ਆਪ ਆ ਜੇ ਉਹ ਤਾਂ ਮੈਂ ਲੰਘਣ ਦੇ ਦੂੰਗਾ, ਤੋੜ ਕੇ ਨਹੀਂ। ਜੇ ਤੁਸੀਂ ਵੱਟ ਵੱਢੀ ਹੈ ਫਿਰ ਆਪਣੀ ਇੱਥੇ ਹੁਣੇ ਪਤਾ ਲੱਗ ਜੂ ਕੀ ਹੋਣਾ। ਫਿਰ ਮੈਂ ਥਾਣੇ ਚੱਲਿਆ, ਫਿਰ ਮੈਂ ਚੌਂਕੀ ਚੱਲਿਆ। 57 ਹੁੰਦੀ ਹੈ ਹੁਣ 57 ਵਾਲਾ ਜਿਹੜਾ ਜ਼ਿਕਰ ਕੀਤਾ ਤੁਸੀਂ। ਹੁਣ ਤੁਸੀਂ ਦੇਖੋ ਸਰਕਾਰਾਂ ਚਾਹੁੰਦੀਆਂ ਦਰਅਸਲ ਕੀ ਨੇ, ਉਹਨਾਂ ਨੂੰ ਹੁੰਦਾ ਹੈ ਕਿ ਕੇਸ ਛੋਟਾ ਹੀ ਹੁੰਦਾ, ਤੂੰ ਮੈਂ ਹੋ ਗਈ, ਗਾਲੀ ਗਲੋਚ ਤੇ ਆ ਗਿਆ। 57 ਦੀਆਂ 2-2 ਸਾਲ 3-3 ਸਾਲ 5-5 ਸਾਲ ਤਰੀਕੇ ਹੀ ਪਵਾਈ ਜਾਂਦੇ ਆ ਜੀ। ਕਰਨਾ ਤੁਹਾਨੂੰ ਖੱਜਲੇ ਹੁੰਦਾ ਕਿ ਘੱਟੋ ਘੱਟ ਗਾਹਾਂ ਨੂੰ ਤੁਹਾਨੂੰ ਸਮਝ ਆ ਜੇ, ਕਿਉਂਕਿ ਖੋਖੇ ਵਾਲੇ ਦੇ ਚਾਹ ਉਧਰ ਉਹ ਬੈਠਾ ਇੱਕ ਖੋਖੇ ਤੇ ਪੀਂਦਾ ਹੁੰਦਾ, ਉਹ ਖੋਖੇ ਤੇ ਪੀਂਦਾ ਹੁੰਦਾ, ਨਹੀਂ ਜੀ ਤਰੀਕ ਅੱਗੇ ਪੈ ਗਈ, ਅਗਲੀ ਤਰੀਕ ਨੂੰ ਫੇਰ ਤੁਸੀਂ ਜਾਣਾ, ਨਹੀਂ ਜੀ ਤਰੀਕ ਅੱਗੇ ਪੈ ਗਈ। ਮੈਂ ਬੈਨੀਪਾਲ ਸਾਹਿਬ 1 ਮਿੰਟ ਬ੍ਰੇਕ ਲਵਾਉਣੀ ਹੈ। ਲਾਓ ਜੀ। ਮੈਂ ਕਿਹਾ ਤੁਸੀਂ ਖੋਖਿਆਂ ਤੋਂ ਬਹੁਤ ਦੂਰ ਚਲੇ ਜਾਣਾ, ਖੋਖਿਆਂ ਤੇ ਇਕੱਲੇ ਬੈਠ ਕੇ ਚਾਹ ਨਹੀਂ ਪੀਂਦੇ ਹੁੰਦੇ। ਇੱਕ ਅੱਧਾ ਬੰਦਾ ਜਿਹਨੂੰ ਹੁੰਦਾ ਕਿ ਮੈਂ ਚੱਲ ਸ਼ਹਿਰ ਜਾਇਆ ਉਹਨਾਂ ਨਾਲ, ਉਹ ਗਵਾਹੀ ਪਵਾ ਲੈਂਦਾ ਆਪਣੀ, ਉਹਨੇ ਹੋਣਾ ਭਾ ਉਹ ਦੇਖ ਲਾ ਉਹ ਵੀ ਉਹਨਾਂ ਦੇ ਨਾਲ ਤੁਰਿਆ ਫਿਰਦਾ, ਤੂੰ ਉਦੋਂ ਉਹਨਾਂ ਨੂੰ ਚੱਕ ਰਿਹਾ ਹੁੰਦਾ ਪਾ 26 ਤਾਂ ਬਣੇ 57 ਤੋਂ। ਉਹ ਮੈਨੂੰ ਲੱਗਦਾ ਉਹ ਨਾ ਹੁਣ ਅੰਦਰ ਗਿਆ ਵਕੀਲ ਨਾਲ ਗੱਲ ਕਰਨ, ਉਹ ਮੈਨੂੰ ਲੱਗਦਾ ਮੁਨਸ਼ੀ ਨਾਲ ਅੰਦਰ ਗੱਲ ਕਰਨ ਗਿਆ, ਆਪਣਾ ਇੱਕ ਬੰਦਾ ਮਗਰ ਤੋੜ ਦੇਣਾ। ਇਹ ਇੱਕ ਦੌੜ ਲੱਗੀ ਰਹਿੰਦੀ ਆ। ਹਾਲਾਂਕਿ ਬੈਨੀਪਾਲ ਸਾਹਿਬ ਪਤਾ ਸਾਰਾ ਕੁਝ ਹੀ ਹੁੰਦਾ। ਮੈਨੂੰ ਲੱਗਦਾ ਵੀ ਇਹਦੇ ਮਾਂ ਨਾਨਕੇ ਜਿਹੜੇ ਫਲਾਣੇ ਪਾਸੇ ਉਹਨਾਂ ਦਾ ਇੱਕ ਫਲਾਨਾ ਅਫਸਰ ਹੈਗਾ, ਇਹ ਉਨੇ ਕੰਮ ਕਰਾਇਆ ਹੋਣਾ ਸਾਰਾ, ਨਹੀਂ ਤਾਂ ਕੇਸ ਆਪਣੇ ਖਿਲਾਫ ਥੋੜੀ ਹੋਣਾ ਸੀ, ਆਪਣੇ ਹੱਕ 'ਚ ਹੋਣਾ ਸੀ। ਵਕੀਲ ਆਪਣਾ, ਉਹ ਵਕੀਲ ਵੀ ਆਪ ਹੀ ਦਿੰਦੇ ਆ, ਪਤਾ ਨਹੀਂ ਵਕੀਲ ਤੋਂ ਚਾਹ ਪਾਣੀ ਲੈਂਦੇ ਕਿ ਨਹੀਂ ਲੈਂਦੇ, ਪਰ ਸਾਨੂੰ ਪਤਾ ਅਗਲੇ ਦੇ ਨਾਨਕਿਆਂ ਦਾ ਵੀ ਹੁੰਦਾ, ਦਾਦਕਿਆਂ ਦਾ ਵੀ ਹੁੰਦਾ, ਭੂਆ ਮਾਸੀ ਕਿੱਥੇ ਉਹ ਵੀ ਪਤਾ ਹੁੰਦਾ। ਅਸੀਂ ਸਾਰੀਆਂ ਜੁਗਤਾਂ ਲੜਾਉਣੀਆਂ, ਉਹਨੇ ਉਧਰੋਂ ਗੱਲ ਕਰਾਈ ਹੋਣੀ ਆ, ਅਸੀਂ ਇੱਧਰੋਂ ਗੱਲ ਕਰਾਈਏ। ਪਰ ਉਹ ਜਿਹੜਾ ਖੋਖੇ ਵਾਲਾ ਸਿਸਟਮ ਆ ਬਹੁਤ ਸਾਰੇ ਲੋਕਾਂ ਨਾਲ ਹੋਇਆ ਹੋਊਗਾ, ਪਾ ਚਲ ਗਿਆ ਅੰਦਰ, ਤੂੰ ਵੀ ਅੰਦਰ ਚਲ ਜਾ, ਜਾ ਕੇ 9 ਵਜੇ ਖੜ ਜਾਣਾ, 5 ਵਜੇ ਤੱਕ ਇੱਕ ਦੂਜੇ ਦੇ ਸਾਹਮਣੇ ਐਂ ਖੜੇ ਰਹਿਣਾ, ਉੱਥੇ ਹੀ ਚਾਹ ਆਉਣੀ, ਉੱਥੇ ਹੀ ਮਟਰੀ ਆਉਣੀ ਹੈ, ਤੇ ਕਈ ਚਾਹ ਮਟਰੀ 'ਚ ਖੁਸ਼ ਹੁੰਦੇ। ਇਸ ਏਜੰਟਸ ਨੂੰ ਡੱਬੂ ਕਹਿੰਦੇ ਆ। ਡੱਬੂ ਕਹਿੰਦੇ ਆ, ਡੱਬੂ ਹੁੰਦਾ ਉਹ ਡੱਬੂਆਂ ਦਾ ਕੰਮ। ਦੇਖੋ ਡੱਬੂਆਂ ਨੂੰ, ਦੇਖੋ ਹਰੇਕ ਬੰਦੇ ਨੂੰ ਨਾ ਰੱਬ ਨੇ ਜਦੋਂ ਇਸ ਧਰਤੀ ਤੇ ਭੇਜਿਆ ਉਹਦੇ ਕਿੱਤੇ ਬਖਸ਼ੇ ਆ। ਉਹ ਡੱਬੂਆਂ ਨੂੰ ਡੱਬੂ ਵਾਲਾ ਕਿੱਤਾ ਦਿੱਤਾ ਹੈ, ਉਹਨੇ ਕਰਦੇ ਰਹਿਣਾ। ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਪਾਤਰ ਹੁੰਦੇ ਨੇ। ਸਾਡੇ ਪਿੰਡ ਇੱਕ ਬੰਦਾ ਬਹੁਤ ਵਧੀਆ ਬੰਦਾ, ਮਿਹਨਤਕਸ਼ ਬੰਦਾ ਹੈ, ਗਰੀਬ ਵੀ ਹੈ ਜੀ। ਮੈਨੂੰ ਯਾਦ ਹੈ ਉਹਨੂੰ ਇੱਕ ਵਾਰੀ ਕੋਈ ਬੰਦਾ ਕਹਿੰਦਾ ਵੀ ਤੂੰ ਸਾਨੂੰ ਵੋਟਾਂ ਪਾ ਦੇ। ਆ ਗੱਲਾਂ ਸਮਝ ਨਹੀਂ ਆਈਆਂ ਦੋਨੇ, ਮਿਹਨਤਕਸ਼ ਵੀ ਆ ਤੇ ਗਰੀਬ ਵੀ ਆ। ਇਹ ਆਮ ਤੌਰ ਤੇ ਮੇਰਾ ਖਿਆਲ ਹੈ ਸਾਰੇ ਦਰਸ਼ਕ ਸਮਝ ਗਏ ਹੋਣਗੇ। 10 ਨੌਂ ਦੀ ਕਰਨ ਵਾਲੇ ਵਿਚਾਰੇ ਭੁੱਖੇ ਹੀ ਮਰ ਰਹੇ ਆ ਵੀ ਜੇ ਚੁਸਤੀ ਚਲਾਕੀ। ਬਹੁਤ ਮਿਹਨਤੀ ਬੰਦਾ ਜੀ। ਜ਼ਮੀਨ 1-2 ਕਿੱਲੇ ਉਹਨੇ ਠੇਕੇ ਤੇ ਲੈਣੀ ਹੈ। ਉਹ ਵਿਚਾਰਾ ਕੰਮ ਧੰਦਾ ਕਰਦਾ, ਪਰ ਉਹਨੂੰ ਇਹ ਹੁੰਦਾ ਵੀ ਆਪਣੇ ਜੋਗੇ ਦਾਣੇ ਕਮਾ ਲੈਣਾ, ਮੈਂ ਬਣਾ ਲੈਣਾ, ਪਕਾ ਲੈਣਾ, ਤੇ ਇਹਦੇ ਨਾਲ 1-2 ਉਹ ਪਸ਼ੂ ਉਹਦੇ ਤੋਂ ਗੁਜ਼ਾਰਾ ਕਰ ਲੈਂਦਾ। ਰੋਟੀ ਪਾਣੀ ਵਧੀਆ ਖਾ ਰਿਹਾ, ਪਰ ਗਰੀਬ ਹੀ ਆ, ਮਿਹਨਤ ਰੱਜ ਕੇ ਕਰਦਾ, ਦਿਨ ਰਾਤ ਇੱਕ ਕੀਤਾ ਹੋਇਆ। ਹੁਣ ਉਹਨੂੰ ਇੱਕ ਪਾਰਟੀ ਵਾਲੇ ਕਹਿੰਦੇ, ਪਿੰਡ ਦੇ ਵਿੱਚ ਧੜੇਬਾਜ਼ੀ ਹੁੰਦੀ ਹੈ ਕਿ ਸਾਨੂੰ ਵੋਟਾਂ ਪਾ ਦਿਓ। ਉਹ ਕਹਿੰਦਾ ਜੀ ਠੀਕ ਹੈ ਸਰਦਾਰ ਸਾਹਿਬ, ਤੁਹਾਨੂੰ ਪਾ ਦਿਆਂਗੇ। 2-4 ਦਿਨਾਂ ਬਾਅਦ ਫਿਰ ਵੋਟਾਂ ਵੀ ਤੂੰ ਸਾਨੂੰ ਪਾਉਣੇ, ਕਹਿੰਦਾ ਜੀ ਪਾ ਦਿਆਂਗੇ। ਫਿਰ ਜਦੋਂ ਬੜੇ ਕਹਿੰਦਾ ਵੋਟਾਂ ਸਾਨੂੰ ਪਾ ਦਿਓ। ਇੱਕ ਉਹਨਾਂ 'ਚੋਂ ਕਹਿੰਦਾ 5-7 ਬੰਦੇ ਇਕੱਠੇ, ਕਹਿੰਦਾ ਮੈਨੂੰ ਲੱਗਦਾ ਤੂੰ ਸਾਨੂੰ ਵੋਟ ਪਾਉਣੀ ਨਹੀਂ। ਉਹ ਕਹਿੰਦਾ ਯਾਰ ਮੈਂ 4-5 ਵਾਰੀ ਤੁਸੀਂ ਮੇਰੇ ਘਰੋਂ ਚੇਚੇ ਤੌਰ ਤੇ ਆਏ ਹੋ, 3 ਵੋਟਾਂ ਨੇ ਸਾਡੀਆਂ, ਮੈਂ ਤੁਹਾਨੂੰ ਕਹਿ ਦਿੱਤਾ ਭਾਈ ਤੁਹਾਨੂੰ ਪਾ ਦਿਆਂਗੇ। ਨਹੀਂ ਸਾਨੂੰ ਤਾਂ ਪਤਾ ਹੈ ਤੂੰ ਫਲਾਣਿਆਂ ਦਾ ਪੱਕਾ ਬੰਦਾ। ਉਹ ਕਹਿੰਦਾ ਸਾਨੂੰ ਪਤਾ ਹੈ, ਮੇਰੇ ਘਰ ਟੰਡੇ ਰਹਿਣਾ ਉਹਨੇ ਤੁਸੀਂ
ਦੂਜੀ ਗੱਲ ਜਾ ਜੇ ਤੁਸੀਂ ਕਹਤਾ ਜਾਂ ਸਾਨੂੰ ਪਾਉਣੀ ਹੋਈ ਨਹੀਂ, ਹੁਣ ਨਹੀਂ ਪਾਉਂਦਾ। ਸੋ ਦੇਖੋ, ਇੱਕ ਤਾਂ ਬੇਯਕੀਨੀ, ਇੱਕ ਤੁਸੀਂ ਵਾਰ-ਵਾਰ ਕਿਸੇ ਦੇ ਘਰੇ ਜਾ ਰਹੇ ਹੋ। ਦੂਸਰੀ ਗੱਲ, ਜਦੋਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਆ ਕਿ ਮੈਨੂੰ ਦੱਸੋ, ਪਿੰਡ ਦੀ ਸਰਪੰਚੀ ਦੇ ਵਿੱਚੋਂ ਪਿੰਡ ਦੀ ਆਪਾਂ ਸੁੱਖ ਸਹੂਲਤ ਵਾਸਤੇ ਇੱਕ ਨੁਮਾਇੰਦਾ ਚੁਣਨਾ ਨਾ, ਪਿੰਡ ਦਾ ਸਾਂਝਾ ਚੁਣਨਾ। ਪਹਿਲੀ ਗੱਲ ਤਾਂ ਇਹ ਕਿ ਪਿੰਡ ਦੇ ਵਿੱਚ ਸਰਬਸੰਮਤੀਆਂ ਹੋ ਜਾਣ, ਉਹੋ ਜਿਹੀ ਕੋਈ ਰੀਸ ਨਹੀਂ, ਕਿਉਂਕਿ ਪਿੰਡ ਦਾ ਸਰਬਪੱਖੀ ਵਿਕਾਸ ਕਰੋ। ਇਹ ਨਹੀਂ ਕਿ ਆਪਾਂ ਇੱਕ ਧੜੇ ਦਾ ਹੀ ਕਰਨਾ। ਜਦੋਂ ਤੁਸੀਂ ਚੁਣੇਗਾ ਫਿਰ ਸਾਰੇ ਪਿੰਡ ਦੇ ਹੋ, ਪਰ ਜਦ ਇਹ ਪਿੰਡ ਦੀ ਪੰਚਾਇਤ ਬਹੁਤਿਆਂ ਦੀ ਜਦੋਂ ਚੁਣੀ ਜਾਂਦੀ ਹੈ, ਉਹ ਸਰਬਪੱਖੀ ਵਿਕਾਸ ਨਹੀਂ ਕਰਦੀ। ਉਹ ਜਾਂ ਤੱਕ ਕੁਛ ਹੱਦ ਤੱਕ ਤਾਂ ਆਪਦਾ ਹੀ ਵਿਕਾਸ ਕਰਦੀ ਹੈ, ਕੁਛ ਹੱਦ ਤੱਕ ਆਪਣੇ ਧੜੇ ਦਾ ਵਿਕਾਸ ਕਰਦੀ ਹੈ, ਕੁਛ ਹੱਦ ਤੱਕ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹਨਾਂ ਨੂੰ ਜਿੰਨਾ ਹੋ ਸਕੇ ਥੱਲੇ ਲਾਉਣ ਦੀ ਕੋਸ਼ਿਸ਼, ਤੇ ਜਿੰਨਾ ਉਹਨਾਂ ਦਾ ਕੰਮ ਖਰਾਬ ਹੋ ਸਕੇ ਉਹ ਕਰਨ ਦੀ ਕੋਸ਼ਿਸ਼। ਅੱਧੀਆਂ ਜਿਹੜੀਆਂ ਅੱਧੋਂ ਵੱਧ ਲੜਾਈਆਂ ਪਿੰਡਾਂ 'ਚ ਪੈਂਦੀਆਂ ਨੇ। ਅਸਲ ਦੇ ਵਿੱਚ ਤਾਂ ਪਿੰਡ ਦੀ ਪੰਚਾਇਤ ਇੱਕ ਪਿੰਡ ਦੀ ਅਦਾਲਤ ਹੈ ਕਿ ਤੁਸੀਂ ਪਿੰਡ ਦੇ ਝਗੜੇ ਜੇ ਛੋਟੇ-ਮੋਟੇ ਹੁੰਦੇ ਨੇ ਪਿੰਡ ਦੇ ਪਿੰਡ 'ਚ ਨਿਬੇੜੋ। ਪਰ ਬਹੁਤੇ ਪਿੰਡਾਂ ਦੀਆਂ ਪੰਚਾਇਤਾਂ ਪਿੰਡ ਦੇ ਝਗੜੇ ਪਿੰਡ ਵਿੱਚ ਨਿਬੇੜਨ ਦੀ ਬਜਾਏ ਪਹਿਲਾਂ ਤਾਂ ਪੈਦਾ ਕਰਦੇ ਨੇ ਝਗੜੇ, ਫਿਰ ਥਾਣੇ ਤੱਕ ਲਿਜਾਂਦੇ ਨੇ, ਫਿਰ ਕੋਰਟ ਕਚਹਿਰੀ ਤੱਕ ਲਿਜਾਂਦੇ ਨੇ। ਕਈਆਂ ਨੂੰ ਆ ਡੱਬੂ ਬਣ ਕੇ ਲੜਾਉਂਦੇ ਵੀ ਹੈ ਤੇ ਕਈਆਂ ਨੂੰ ਲੜਨ ਜੋਗੇ ਕੋਲੋਂ ਪੈਸੇ ਦੇ ਕੇ ਕਰਦੇ ਵੀ ਹੈ। ਬੈਨੀਪਾਲ ਸਾਹਿਬ, ਕਦੀ ਪਿੰਡ ਦੇ ਵਿੱਚ ਗੱਲਾਂ ਦਾ ਬਰਸਟ ਚੱਲਦਾ ਦੇਖਿਆ? ਬੜੀ ਵਾਰੀ ਚੱਲਦਾ ਜੀ। ਹੁਣ ਪਿੰਡ ਦੇ ਵਿੱਚੋਂ ਨਾ ਕਈ ਸ਼ਬਦਾਂ ਦੀਆਂ ਮਸਾਇਲਾਂ ਚੱਲਦੀਆਂ ਹੁੰਦੀਆਂ। ਇੱਕ ਝਗੜਾ ਆਮ ਹੀ ਹੈ। ਹੁਣ ਤਾਂ ਚਲੋ ਬਹੁਤੀਆਂ ਬੀਬੀਆਂ ਪਾਥੀਆਂ ਨਹੀਂ ਪੱਥਦੀਆਂ, ਪਰ ਜਦੋਂ ਪਾਥੀਆਂ ਤਕਰੀਬਨ ਹਰ ਘਰ ਹੀ ਪੱਥਦਾ ਹੁੰਦਾ ਸੀ। ਬੀਬੀਆਂ ਦਾ ਕੰਮ ਹੁੰਦਾ ਸੀ ਰੋਟੀ ਪਾਣੀ ਕਰਕੇ, ਸਾਰਾ ਕੁਝ ਕਰਕੇ। ਪਹਿਲਾਂ ਉਹਨਾਂ ਨੇ ਗੋਹਾ ਕੂੜਾ ਕਰਕੇ ਜਿੱਥੇ ਆਪਣਾ ਗੋਹਾ ਪੱਥਣਾ ਹੈ ਨਾ, ਉੱਥੇ ਗੋਹਾ ਇੱਕ ਜਗ੍ਹਾ ਇਕੱਠਾ ਕਰੇ ਹੋਣਾ ਜੀ। ਹੁਣ ਉਹ ਪਤਿੱਖਣ ਵੀ ਕਹਿ ਦਿੰਦੇ ਆ ਕਈ ਜਗ੍ਹਾ ਦੇ ਉੱਤੇ, ਢੇਰਾਂ ਵਾਲਾ ਥਾਂ ਲਾ ਲਓ, ਕੁਝ ਵੀ। ਹੁਣ ਉਹਦੇ ਵਿੱਚ ਉੱਥੇ ਕੋਈ ਕੰਡਿਆਲੀ ਤਾਰ ਤਾਂ ਲੱਗੀ ਹੋ ਨਹੀਂ, ਉੱਥੇ ਕੋਈ ਮਾਰਕਿੰਗ ਤਾਂ ਕੀਤੀ ਨਹੀਂ, ਉੱਥੇ ਕੋਈ ਬੁਰਜੀ ਤਾਂ ਲੱਗੀ ਹੋ ਨਹੀਂ, ਉੱਥੇ ਕਦੇ ਬੰਨਾ ਤਾਂ ਕਿਸੇ ਨੇ ਕਢਾਇਆ ਨਹੀਂ। ਪਹਿਲਾਂ ਥਾਂ ਹੁੰਦੇ ਸੀ, ਖੁੱਲ੍ਹੇ ਹੀ ਸਰ ਜਾਂਦਾ ਸੀ। ਬਿਲਕੁਲ। ਪਰ ਹੁਣ ਜਦੋਂ ਬਾਹਰ ਨਿਕਲ ਕੇ ਲੋਕਾਂ ਨੇ ਘਰ ਪਾਉਣੇ ਸ਼ੁਰੂ ਕਰ ਦਿੱਤੇ ਆ, ਥਾਵਾਂ ਜਿਹੜੀਆਂ ਘਟਦੀਆਂ ਗਈਆਂ, ਸਾਰੀ ਜ਼ਮੀਨ ਵੀ ਖੇਤੀਯੋਗ ਹੋ ਗਈ। ਬੈਨੀਪਾਲ ਸਾਹਿਬ, ਹੁਣ ਉੱਥੇ ਮਾਰਕਿੰਗ ਕੌਣ ਕਰੇ? ਹੁਣ ਕਈ ਵਾਰੀ ਇੱਕ ਬੀਬੀ ਨੇ ਥੋੜ੍ਹਾ ਚਿਰ ਪਹਿਲਾਂ ਸਵੇਰੇ 8 ਵਜੇ ਆ ਕੇ ਧੁੰਦ ਜੀ ਪਈ ਹੁੰਦੀ ਆ ਸਿਆਲਾਂ ਨੂੰ, ਉਦੋਂ ਪਾਥੀਆਂ ਪੱਥਣੀਆਂ। ਦੂਜੀ ਬੀਬੀ ਨੇ ਥੋੜ੍ਹਾ ਲੇਟ ਜਾਣਾ, ਫਿਰ ਉਹਨੇ ਸਿਰ ਤੇ ਚੁੰਨੀ ਲਈ ਹੋਣੀ, ਇਧਰ ਆਹ ਕਿਹੜੀ ਆ ਨਾ, ਆਹ ਕਿਹੜੀ ਆ ਨਾ, ਮੈਨੂੰ ਪਤਾ ਲੱਗੇ। ਉਹਨੇ ਹੌਲੀ ਹੌਲੀ ਨਾ ਟੋਨ ਉਹਦੀ ਟਰ ਪੀ ਜਾਣੀ। 5-7 ਘਰ ਹੀ ਹੁੰਦੇ ਆਲੇ ਦੁਆਲੇ, ਸਾਰਿਆਂ ਨੂੰ ਸੁਣਨੀ ਆ। ਪਹਿਲਾਂ ਦੂਜੀ ਬੀਬੀ ਜਿਹੜੀ ਉੱਥੇ ਪਾਥੀਆਂ ਪੱਥ ਕੇ ਗਈ ਹੋਣੀ ਆ, ਉਹਨੇ ਕਹਿਣਾ ਕਿ ਚੱਲ 2-4 ਮਿੰਟ ਹੁਣ ਠੰਡ ਜੀ ਰੱਖਦੇ ਆ। ਤੇ ਜਦੋਂ ਨਾ ਹਟੀ ਫਿਰ ਉਹਨੇ ਵੀ ਨਾ, ਹੁਣ ਤੈਨੂੰ ਕੀ ਆ ਨਾ, ਤੂੰ ਬੈ ਕਰਾਇਆ ਨਾ, ਤੂੰ ਰਜਿਸਟਰੀ ਕਰਾਈ ਆ ਨਾ, ਤੂੰ ਦੱਸ। ਇੱਥੋਂ ਤੱਕ ਕਿ ਹੌਲੀ ਹੌਲੀ ਇੱਕ ਦੂਜੇ ਉਹਨੇ ਪਾਥੀਆਂ ਚੱਕ ਕੇ ਉਹਦੀਆਂ ਉੱਧਰ ਰੱਖੀ ਜਾਣੀਆਂ, ਉਹਨੇ ਉੱਧਰ। ਨਾ ਮੈਨੂੰ ਤਾਂ 4 ਸਾਲ ਹੋ ਗਏ ਆ, ਨਾ ਮੈਂ ਤਾਂ 5 ਸਾਲ ਹੋ ਗਿਆ, ਮੈਂ ਤਾਂ ਇੱਥੇ ਪਾਥੀਆਂ ਪੱਥਦੀਆਂ। ਭਾਵੇਂ ਸ਼ਿੰਦੋ ਨੂੰ ਪੁੱਛ ਲਾ, ਭਾਵੇਂ ਮਿੰਦੋ ਨੂੰ ਪੁੱਛ ਲਾ, ਭਾਵੇਂ ਫਲਾਨੀ ਨੂੰ ਪੁੱਛ ਲਾ। 5-4 ਬੁੜੀਆਂ ਦੇ ਉਹਨੇ ਨਾਂ ਲੈ ਦੇਣੇ, 5-4 ਦੇ ਉਹਨੇ ਲੈ ਦੇਣੇ। ਇਸ ਕਨਵਰਸੇਸ਼ਨ ਚੋਂ ਨਾ ਕਈ ਵਾਰੀ ਰਾਜ ਦੀਆਂ ਉਹ ਗੱਲਾਂ ਬਾਹਰ ਨਿਕਲ ਆਉਂਦੀਆਂ ਨੇ ਜਿਹੜੀਆਂ ਪਿੰਡ ਦਿਆਂ ਨੂੰ ਪਹਿਲਾਂ ਕਦੇ ਪਤਾ ਹੀ ਨਹੀਂ ਹੁੰਦੀਆਂ ਤੇ ਨਾ ਉਹ ਦੱਸਣ ਵਾਲੀਆਂ ਹੁੰਦੀਆਂ। ਦੇਖੋ, ਸੁਰੱਖਿਆ ਦੇ ਆਧਾਰ ਤੇ ਨਾ ਕਈ ਗੱਲਾਂ ਜਿਹੜੀਆਂ ਆਪਾਂ ਸਾਂਝੀਆਂ ਨਹੀਂ ਕਰ ਸਕਦੇ। ਮੈਂ ਤਾਂ ਇੰਨਾ ਹੀ ਕਿਹਾ ਜੀ, ਮੈਨੂੰ ਨਹੀਂ ਪਤਾ। ਜਿੱਦਾਂ ਹੁੰਦਾ ਦੇਸ਼ ਦੀ ਸੁਰੱਖਿਆ ਦੇ ਕਰਕੇ ਆਹ ਚੀਜ਼ਾਂ ਜਿਹੜੀਆਂ ਨਹੀਂ ਦੱਸੀਆਂ ਜਾ ਸਕਦੀਆਂ, ਇਹ ਪਿੰਡ ਦੀ ਭਾਈਚਾਰਕ ਸਾਂਝ ਦੇ ਮੱਦੇਨਜ਼ਰ ਉਹ ਗੱਲਾਂ ਨਹੀਂ ਕੀਤੀਆਂ, ਵੈਸੇ ਪਤਾ ਸਾਰਿਆਂ ਨੂੰ ਹੁੰਦੀਆਂ। ਹੁਣ ਬੈਨੀਪਾਲ ਸਾਹਿਬ, ਰੌਲਾ ਕੀ ਹੈ ਕਿ ਉੱਥੋਂ ਫਿਰ ਇੱਦਾਂ ਵੀ ਹੁੰਦਾ ਕਈ ਵਾਰੀ ਫਿਰ ਪਾਥੀ ਜਿਹੜੀ ਹੈ ਉਹ ਮਜ਼ਾਈਲਾਂ ਨੂੰ ਚੱਲਦੀ ਵੀ ਹੈ, ਉਹਨੇ ਉਹਦੀਆਂ ਪਾਥੀਆਂ ਜਿਹੜੀਆਂ ਗਿੱਲੀਆਂ ਹੋਣੀਆਂ ਉਹਦਾ ਰਾਹ ਹੀ ਗਿਰ ਜਾਂਦੀ। ਵਾਰੀ ਉੱਥੇ ਵੀ ਨਹੀਂ ਚਲਾਉਣ ਦੀ ਵੀ ਨਹੀਂ ਲੋੜ ਪੈਂਦੀ। ਜਿਹੜੀਆਂ ਗਿੱਲੀਆਂ ਪੱਥੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਪੈਰ ਮਾਰ ਕੇ ਉਹਨਾਂ ਨੂੰ ਭੰਨਣਾ ਹੈ, ਦੁਬਾਰਾ ਫਿਰ ਗੋਹਾ ਬਣਾਤਾ। ਫਿਰ ਉਹਦੇ ਤੋਂ ਬਾਅਦ ਫਿਰ ਇੱਕ ਅੱਧੀ ਬੀਬੀ ਜਿਹੜੀ ਸਿਆਣੀ ਆਉਣੀ, ਉਹਨੇ ਉਹ ਡੰਡਾ ਫੜਿਆ ਹੋਣਾ ਨਾ, ਤੁਸੀਂ ਫੇਰ ਕੰਮ ਇਹ ਕਰ ਲਿਆ ਸ਼ੁਰੂ, ਤੁਹਾਨੂੰ ਕਿੰਨੀ ਵਾਰੀ ਕਿਹਾ ਰਲ ਮਿਲ ਕੇ ਰਹੀਦਾ। ਤੇ ਉੱਥੇ ਇੱਕ ਗੱਲ ਚੱਲਦੀ ਹੁੰਦੀ ਹੈ ਨਾ, ਹੁਣ ਤੂੰ ਬਹੁਤ ਪ੍ਰਧਾਨੋ ਬਣੀ ਫਿਰਦੀ ਆ ਨਾ, ਮੈਨੂੰ ਪਤਾ ਜਦੋਂ ਤੂੰ ਵਿਆਹੀ 2 ਸੂਟੜੀਆਂ ਸੀ ਤੇਰੇ ਕੋਲ, ਉਹ 5 ਸਾਲ ਹੰਡਾਈਆਂ ਤੂੰ, ਮੈਂ ਫਲਾਨੀ ਜਾ ਕਰਦੀ ਰਹੀ। ਆ ਜਦੋਂ ਤੈਨੂੰ ਜਾਗ ਦੀ ਲੋੜ ਹੁੰਦੀ ਆ ਤਾਂ ਉਦੋਂ ਪੁੱਛਦੀ ਵੀ ਨਹੀਂ, ਕੁੰਡਾ ਆਣ ਕੇ ਖੜਕਾ ਲੈਣੀ ਆ। ਤੇ ਹੁਣ ਕਹਿੰਦੀ ਆ ਥਾਂ ਮੇਰਾ। ਪੰਚਾਇਤਾਂ ਵੀ ਹੁੰਦੀਆਂ, 20 ਕੁਛ ਹੁੰਦੀਆਂ, ਪਰ ਇਹਦੇ ਵਿੱਚੋਂ ਨਿਕਲਦਾ ਕੱਖ ਨਹੀਂ। ਹਾਂ, ਜਿਹੜੇ ਆਲੇ ਦੁਆਲੇ ਕੋਠਿਆਂ ਤੇ ਚੜੇ ਹੁੰਦੇ ਆ, ਜਿਹੜੇ ਆਲੇ ਦੁਆਲੇ ਚੌਂਕ ਦੇ ਵਿੱਚ ਖੜੇ ਹੁੰਦੇ ਆ, ਜੇ ਸਿਆਲ ਹੋਵੇ ਤਾਂ ਜਿਨ੍ਹਾਂ ਨੇ ਲੋਈ ਦੀ ਬੁੱਕਲ ਮਾਰੀ ਹੁੰਦੀ ਹੈ, ਉਹ ਫਿਰ ਪੂਰਾ ਸਵਾਦ ਲੈਂਦੇ ਆ। ਆਹ ਦੇਖੀ ਹੁਣ ਇੰਨੇ ਦਵਲ ਦੇਣੀ ਫੜ ਕੇ, ਆਹ ਦੇਖੀ। ਉੱਥੇ ਬਹੁਤ ਘੱਟ ਹੁੰਦਾ, ਪਰ ਕਈ ਵਾਰੀ ਬੀਬੀਆਂ ਗੁੱਥਮ ਗੁੱਥਾ ਵੀ ਹੋ ਜਾਂਦੀਆਂ। ਉਹਨਾਂ ਗੋਹਾ ਫਿਰ ਜ਼ਮੀਨ ਤੇ ਨਹੀਂ ਹੁੰਦਾ ਜਿੰਨਾ ਉਹਨਾਂ ਨੂੰ ਲੱਗਾ ਹੁੰਦਾ। ਅਸਲ ਦੇ ਵਿੱਚ ਜਿੰਨੇ ਵੀ ਝਗੜੇ ਨਾ ਪਿੰਡ ਪੱਧਰ ਤੇ ਹੁੰਦੇ ਆ, ਕਿਉਂਕਿ ਅੱਜ ਆਪਾਂ ਪਰਿਵਾਰ ਨਹੀਂ ਇਹ 'ਚ ਸ਼ਾਮਲ ਕੀਤਾ, ਪਿੰਡ ਪੱਧਰ ਤੇ ਜਿਹੜੇ ਹੁੰਦੇ ਨੇ, ਅਸਲ ਦੇ ਵਿੱਚ ਬਹੁਤੇ ਝਗੜੇ ਗਲਤ ਫਹਿਮੀਆਂ ਦੇ ਨੇ, ਬਹੁਤੇ ਝਗੜੇ ਤੂੰ ਮੈਂ ਦੇ ਨੇ। ਕੁਝ ਇੱਕ ਝਗੜੇ ਇਹਨਾਂ ਵਿੱਚੋਂ ਉਹ ਨੇ ਜਿਹੜੇ ਛੋਟੇ ਬੱਚਿਆਂ ਨੂੰ ਲੈ ਕੇ ਹੁੰਦੇ ਨੇ ਕਿ ਤੁਹਾਡੇ ਬੱਚੇ ਨੇ ਅੱਜ ਸਾਡੇ ਬੱਚੇ ਦਾ ਫੜਿਆ ਗਲਮਾ, ਆਹ ਦੇਖੋ ਉਹਨੂੰ ਟੀ-ਸ਼ਰਟ ਕੱਲ ਮੈਂ ਨਾਈਕੀ ਦੀ ਐਡੀਡਾਸ ਦੀ ਲਿਆ ਕੇ ਦਿੱਤੀ ਸੀ, ਆਹ ਦੇਖ ਲੈ ਤਾਂ ਕੀ ਹਾਲ ਕਰਦਾ ਜੀ। ਆ ਘਰੂਟ ਤਾਂ ਮੁੰਡਾ ਤਾਂ ਬਹੁਤ ਤੁਹਾਡਿਆਂ ਦਾ ਪਤਾ ਨਹੀਂ ਕਿਹੋ ਜਿਹਾ ਕੀ ਇਹਨੂੰ ਸਿੱਖਿਆ ਦਿੱਤੀ ਹੈ, ਤੁਸੀਂ ਦੱਸਿਆ ਹੀ ਨਹੀਂ ਇਹਨੂੰ ਕਿ ਘਰੇ ਭਾਈ ਦੂਜਿਆਂ ਨਾਲ ਕਿਵੇਂ ਰਹੀਦਾ, ਬਾਹਰ ਕਿਵੇਂ ਰਹੀਦਾ। ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਤੂੰ ਮੈਂ ਤੋਂ ਫਿਰ ਵੱਡੇ ਝਗੜਿਆਂ ਨੂੰ ਆਮ ਤੌਰ ਤੇ ਗਲਤ ਫਹਿਮੀਆਂ, ਜਿਸ ਤਰ੍ਹਾਂ ਆਪਾਂ ਗੱਲ ਮੰਨ ਲਓ ਹੋ ਸਕਦਾ ਘਰੋਂ ਮੈਂ ਨਿਕਲਿਆ, ਸਕੂਟਰ ਤੇ ਨਿਕਲਿਆ, ਸਾਈਕਲ ਤੇ ਨਿਕਲਿਆ ਜਾਂ ਕਾਰ 'ਚ ਨਿਕਲਿਆ,
ਹੁੰਦਾ ਕਿ ਆਪਣੇ ਕੰਮ ਦੇ ਉੱਤੇ ਕਈ ਵਾਰੀ ਫੋਕਸ ਹੁੰਦਾ ਜਾਂ ਆਪਾਂ ਬਹੁਤ ਜ਼ਿਆਦਾ ਕਿਸੇ ਕੰਮ ਕਰਕੇ ਪਰੇਸ਼ਾਨ ਹੁੰਦੇ ਹਾਂ ਜੀ। ਆਪਾਂ ਕੋਲ ਦੀ ਲੰਘੇ ਝੱਟ ਨੇ ਦੇਖਿਆ ਹੀ ਨਹੀਂ, ਧੁੰਦ ਵੀ ਪਈ ਹੋਈ ਆ, ਬੁੱਕਲ ਵੀ ਮਾਰੀ ਹੋਈ ਹੈ, ਦੂਜੇ ਦਿਨ ਉਹਨੇ ਆਉਣਾ। ਲਾਣੇਦਾਰਾ ਇਹ ਸੋਚਿਆ ਤਾਂ ਨਹੀਂ ਸੀ, ਤੇਰੇ ਤੋਂ ਆਸ ਨਹੀਂ ਸੀ, ਸ਼ਾਇਦ ਨੂੰ ਤਾਂ ਮੈਂ ਵੀ ਜਾਂਦਾ ਸੀ, ਕੋਲ ਦੀ ਕਾਰ ਕੱਢ ਕੇ ਲੈ ਗਿਆ। ਹੁਣ ਉਹ ਬੰਦੇ ਨੇ ਧਿਆਨ ਹੀ ਨਹੀਂ ਕੀਤਾ, ਜਾਂ ਉਹਨੇ ਦੱਸਣੀ ਨਹੀਂ, ਰੋਸ ਰੱਖਣਾ। ਜਦੋਂ ਚੋਣਾਂ ਆ ਗਈਆਂ, ਜਦੋਂ ਕੋਈ ਵਾਢੀ ਆ ਗਈ, ਜਦੋਂ ਉਹਨੂੰ ਕਿਸੇ ਚੀਜ਼ ਦੀ ਲੋੜ ਪਈ, ਫਿਰ ਉਹਨੇ ਫੁੱਟਣਾ। ਅੱਛਾ ਅੱਜ ਤੈਨੂੰ ਮੈਂ ਦੇਖ ਗਿਆ, ਜਿੱਦਣ ਤੂੰ ਜਾਂਦਾ ਸੀ ਨਾ ਕਾਰ 'ਚ ਸਵੇਰੇ ਸਵੇਰੇ ਸਾਜਰੇ ਮੈਂ ਕੋਲ ਦੀ ਲੰਘਿਆ, ਆ ਧੂੜ ਉਡਾਉਂਦਾ ਲੰਘਿਆ ਮੇਰੇ ਕੋਲ ਦੀ, ਕਾਫੀ ਦੂਰ ਤੱਕ ਤੂੰ ਟਾਇਰ ਕੱਚੇ 'ਚ ਰੱਖਿਆ ਇੱਕ ਵੀ ਮੇਰੇ ਮੂੰਹ ਤੇ ਧੁੱਦਲ ਪੈਂਦੀ ਜਾਵੇ। ਦੇਖੋ ਹੁਣ ਕਈ ਵਾਰੀ ਉਹਨੂੰ ਪੁੱਛਣ ਦੀ ਕੋਸ਼ਿਸ਼ ਕਰੋ ਵੀ ਬਾਈ ਸਾਹਿਬ ਕੱਲ ਤੁਸੀਂ ਜਾਂਦੇ ਸੀ, ਤੁਸੀਂ ਮੈਨੂੰ ਦੇਖਿਆ ਨਹੀਂ। ਜੇ ਤਾਂ ਉਹਨੇ ਦੇਖਿਆ ਨਹੀਂ ਤੁਹਾਨੂੰ ਦੱਸ ਦੇਊਗਾ, ਤੁਹਾਨੂੰ ਉਹਦੀ ਮਨਸ਼ਾ ਦਾ ਪਤਾ ਲੱਗ ਜਾਣਾ ਵੀ ਇਹ ਝੂਠ ਬੋਲ ਰਿਹਾ ਜਾਂ ਸੱਚ ਬੋਲ ਰਿਹਾ। ਕਈ ਵਾਰੀ ਅਸੀਂ ਜਾਣਬੁੱਝ ਕੇ ਗਲਤ ਫਹਿਮੀਆਂ ਦੇ ਵਿੱਚ ਆਪਣੇ ਵਿਚਾਰ ਕਿਸੇ ਪ੍ਰਤੀ ਬਣਾ ਲੈਂਦੇ ਹਾਂ। ਮੈਨੂੰ ਲੱਗਦਾ ਕਿ ਉਹ ਏਡੀਆਂ ਕੁ ਫਿਰ ਸਾਡੇ ਵਿਚਕਾਰ ਕੰਧਾਂ ਜਾਂ ਦਰਾੜਾਂ ਪੈਦਾ ਕਰ ਦਿੰਦੇ ਨੇ। ਫਿਰ ਉਹਦੇ ਤੋਂ ਅਗਲਾ ਮੁੱਦਾ ਬਣਦਾ ਕਿ ਪਿਛਲੀ ਵਾਰੀ ਤਾਂ ਤੇਰੀ ਕੀਤੀ ਸੀ ਠੋਕ ਵਜਾ ਕੇ ਮਦਦ, ਐਤਕੀ ਖੁੱਲ੍ਹੇਆਮ ਭੁਗਤੋਂ ਦੂਜੇ ਪਾਸੇ। 15 ਵੋਟਾਂ ਦੇ ਜਿੱਤੇ ਸੀ ਨਾ, 10 ਤਾਂ ਸਾਡੇ ਘਰ ਦੀਆਂ ਨੇ, 5 ਫਲਾਣਿਆਂ ਦੀਆਂ ਵੀ ਨੇ। ਉਹ ਇੱਕ ਵਾਰੀ ਫੇਰ ਪੰਚਾਇਤੀ ਚੋਣਾਂ ਦਾ ਡਰਾਬਾ, ਮੈਨੂੰ ਲੱਗਦਾ ਪਿੰਡ 'ਚ ਲੜਾਈ ਛੋਟੀ ਹੋ ਜੇ, ਪਿੰਡ 'ਚ ਲੜਾਈ ਵੱਡੀ ਹੋ ਜੇ। ਹਰ ਵਾਰੀ ਇਹ ਗੱਲ ਦਾ ਜ਼ਿਕਰ ਜ਼ਰੂਰ ਹੁੰਦਾ, ਕੋਈ ਗੱਲ ਨਹੀਂ ਪਿਛਲੀ ਵਾਰੀ ਜਿੱਤ ਗਏ ਸੀ ਨਾ, ਅਸੀਂ ਤੁਹਾਡੇ ਨਾਲ ਸੀ, ਐਤਕੀ ਦੇਖਿਓ। ਬੈਨੀਪਾਲ ਸਾਹਿਬ ਇਹ ਤਾਂ ਬੜੀ ਨਾ ਅਜੀਬ ਜੀ ਗੱਲ ਹੋ ਗਈ ਹੈ ਕਿ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਲੜਦੇ ਰਹਿੰਦੇ ਹਾਂ। ਨਿੱਕਾ ਨਿਆਣਾ ਜੇ ਨਿਆਣਿਆਂ ਝਗੜ ਪੈਣਗੇ, ਹਾਂ ਤੁਸੀਂ ਸਾਡੇ ਨਿਆਣੇ ਦੇ ਸਿਰ 'ਚ ਗਲੀ ਕਰ ਦਿੱਤੀ, ਤੁਹਾਡੇ ਨਿਆਣੇ ਦੇ ਸਿਰ 'ਚ ਆਹ ਹੈਗੀ, ਇਹਨੂੰ ਕਾਲੇ ਪੀਲੇ ਜਾਂ ਨੂੰ ਪਰੇ ਰੱਖਿਆ ਕਰੋ, ਗਲੀਆਂ ਕਰਨ ਨੂੰ ਜੰਮਿਆ ਹੈ। ਹਾਂ ਗਲੀਆਂ ਕਰਨ ਜੰਮਿਆ, ਇਹਨੂੰ ਸੁਧਾਰੋ, ਅੰਦਰ ਰੱਖਿਆ ਕਰੋ, ਤਾੜ ਕੇ ਰੱਖਿਆ ਕਰੋ। ਤੁਹਾਨੂੰ ਅਕਲ ਸੀ ਨਾ ਅਗਲੀ ਪੀੜ੍ਹੀ ਨੂੰ ਅਕਲ ਹੈ, ਉਹ ਨਾਲ ਉਹਨੂੰ ਵੀ ਕਰਤਾ ਕੰਮ ਵੀ ਜਾਣੀ ਸਾਰਾ ਕੁਛ ਹੀ ਸਿਮੜ ਜਾਂਦਾ। ਜੇ ਅਗਲਾ ਕਹੇ ਨਾ ਅਸੀਂ ਤੇ ਨਿਆਣੇ, ਮੈਨੂੰ ਪਤਾ ਹੈ ਨਹੀਂ ਕਿ ਆਪਣੀ ਸੱਸ ਨਾਲ ਚੱਜ ਨਾਲ ਬੋਲਦੀਆਂ, ਪਤਾ ਮੈਨੂੰ ਤੁਹਾਡੀ ਮਿੱਠੀ ਜ਼ੁਬਾਨ ਦਾ ਜਿਹੜਾ ਤੁਹਾਡੇ ਫੁੱਲ ਕਰਦੇ ਨੇ ਜਾਂ ਸ਼ਾਇਦ ਕਰਦਾ ਤੁਹਾਡੀ ਜ਼ੁਬਾਨ ਦੇ ਵਿੱਚੋਂ, ਚਲੋ ਉਹ ਸਾਰਾ ਗੱਲ ਅੱਗੇ ਪਿੱਛੇ ਹੋ ਗਈ। ਇੱਕ ਨਾ ਕਾਮਨ ਜਿਹਾ ਝਗੜਾ ਹੁੰਦਾ ਟੂਣਾ। ਹੁਣ ਟੂਣੇ ਵਾਲੇ ਮੁੱਦੇ ਦੇ ਉੱਤੇ ਤਾਂ ਕਈ ਵਾਰੀ ਪਿੰਡ 'ਚ 2-4 ਬੰਦੇ ਜਿਹੜੇ ਬੜੇ ਮਸ਼ਹੂਰ ਹੁੰਦੇ ਆ। ਵੈਸੇ ਬੈਨੀਪਾਲ ਸਾਹਿਬ ਮੈਂ ਇਹ ਦੱਸਦੇ ਆ, ਹਰੇਕ ਪਿੰਡ 'ਚ ਹੀ ਹੁੰਦੇ ਆ, ਹਰੇਕ ਪਿੰਡ 'ਚ ਹੀ ਆਮ ਤੌਰ ਤੇ ਨਾ ਇਹ ਝਗੜੇ ਜਿਹੜੇ ਪਿੰਡਾਂ ਦੇ ਉਹ ਤੰਗੀਆਂ ਤੁਰਸ਼ੀਆਂ ਦੇ ਆ। ਜੇ ਆਪਾਂ ਇਹ ਕਹੀਏ ਨਾ ਕਿ 90% ਝਗੜੇ ਉਹ ਤੰਗੀਆਂ ਦੇ ਹੀ ਆ। ਹੁਣ ਮੰਨ ਲਓ ਬੀਬੀਆਂ ਪਾਥੀਆਂ ਪੱਥਦੀਆਂ, ਥਾਂ ਖੁੱਲੇ ਹੁਣ ਤਾਂ ਕੀ ਲੋੜ ਆ, ਜੇ ਦੂਜੇ ਪਾਸੇ ਜੇ ਗੈਸ ਸਿਲੰਡਰ ਸਾਰਿਆਂ ਕੋਲ ਹੁਣ ਤਾਂ ਕੀ ਲੋੜ ਹੈ। ਇਹਦੇ ਤੋਂ ਬਿਨਾਂ ਜੇ ਆਪਾਂ ਇਹ ਕਹੀਏ ਕਿ ਭਾਈ ਵੱਟ ਬੰਨੇ ਤੋਂ ਕੋਈ ਵੀ ਤੂੰ ਉੱਥੋਂ, ਕਈ ਵਾਰੀ ਇਸੇ ਗੱਲ ਤੋਂ ਲੜ ਪੈਂਦੇ ਆ ਕਿ ਭਾਈ ਤੂੰ ਸਾਡੇ ਬੰਨੇ ਦੇ ਉੱਤੇ ਤੂੰ ਫਸਲ ਖਰਾਬ ਕਰ ਦਿੱਤੀ ਆ, ਕਿਉਂਕਿ ਅਗਲੇ ਦੇ ਕੋਲੇ ਖੇਤ ਹੈ ਨਹੀਂ। ਜੇ ਅਗਲੇ ਦੇ ਕੋਲ ਖੇਤ ਹੋਵੇ, ਬਰਸੀਮ ਤਾਂ ਬਾਜਰਾ ਉੱਥੋਂ ਵੱਢ ਲਿਆ, ਵੀ ਕਿਸੇ ਦੇ ਬੰਨਿਆਂ ਦੇ ਉੱਤੇ ਉਹਨੂੰ ਜਾਣ ਦੀ ਕੀ ਲੋੜ ਹੈ। ਇਹਦੇ ਤੋਂ ਇਲਾਵਾ ਨਿਆਣੇ ਨਿੱਕੇ ਬਾਹਰ ਖੇਡਦੇ ਆ, ਜੇ ਪਿੰਡ ਦੇ ਵਿੱਚ ਸਟੇਡੀਅਮ ਹੋਵੇ, ਘਰ ਦੇ ਵਿੱਚ ਵਿਹੜਾ ਬਹੁਤਾ ਹੋਵੇ, ਤਾਂ ਕੀ ਲੋੜ ਆ ਭਾਈ ਕਿਸੇ ਨੂੰ ਕਹਿਣ ਦੀ ਕਿ ਭਾਈ ਗਲੀ ਦੇ ਵਿੱਚ ਜਾ ਕੇ ਖੇਡੋ। ਹੁਣ ਆ ਜਿਹੜਾ ਟੂਣੇ ਵਾਲਾ ਮਸਲਾ ਜੀ, ਇਸ ਮੁੱਦੇ ਦੇ ਉੱਤੇ ਤਾਂ ਕੰਮ ਜਿਹੜਾ ਬਹੁਤਾ ਖਰਾਬ ਹੁੰਦਾ। ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਪੰਛੀ ਕਿਸੇ ਛੋਟੇ ਜੀਵ ਨੂੰ ਜਿਹੜਾ ਉਹ ਜੀਭ ਦੇ ਵਿੱਚ ਚੱਕ ਕੇ ਆਪਣੀ ਚੁੰਝ ਚੱਕ ਕੇ ਲੈ ਜਾਂਦਾ ਹੁੰਦਾ, ਖੂਨ ਨਿਕਲਦਾ ਹੁੰਦਾ, ਛਿੱਟੇ ਪੈ ਜਾਂਦੇ ਆ, ਫਿਰ ਉਹਦੀ ਪੈੜ ਕੱਢੀ ਜਾਣੀ, ਇਹ ਫਲਾਨੀ ਨੇ ਮਾਰੇ ਲੱਗਦੇ ਛਿੱਟੇ। ਉਹ ਕਰਦੀ ਹੁੰਦੀ ਇਦਾਂ ਦੇ ਕੰਮ। ਮੈਂ ਪਰਸੋਂ ਦੇਖੀ ਸੀ, ਉਹ ਚਿੱਟੇ ਜਿਹੇ ਕੱਪੜੇ ਪਾ ਕੇ ਜਾਂਦੀ ਸੀ, ਉਹ ਝਿੜੀਆਲ ਜਿਹੜੀ ਜਗ੍ਹਾ ਆ ਨਾ, ਉੱਥੇ ਮੱਥਾ ਟੇਕ ਕੇ ਆਈ ਹੋਣੀ ਆ। ਉਹਦੇ ਤੋਂ ਬਾਅਦ ਆ ਕੇ ਆਹ ਸਾਰਾ ਇਹਨੇ ਕੰਮ ਕੀਤਾ ਹੋਣਾ, ਤੇ ਇਹ ਜਿਹੜੀ ਆ ਨਾ ਉਸ ਤੋਂ ਬਾਅਦ ਆਪ ਕਿਸੇ ਬਾਬੇ ਕੋਲ ਤੁਰ ਪੈਣਾ ਕਿ ਭਾਈ ਇੱਦਾਂ ਲੱਗਦਾ ਕਿ ਟੂਣਾ ਕੀਤਾ। ਆਹ ਮੇਖਾਂ ਲੱਭੀਆਂ। ਹੁਣ ਹੁੰਦਾ ਕੀ ਹੈ ਕਿ ਮਿਸਤਰੀ ਘਰ ਦੇ ਵਿੱਚ ਤੁਸੀਂ ਲਾਏ ਆ, ਭਾਵੇਂ ਸਾਰਾ ਕੁਝ ਇਕੱਠਾ ਕਰ ਲਿਆ, ਕੋਈ ਨਾ ਕੋਈ ਲੋਹੇ ਦੀ ਚੀਜ਼ ਇੱਧਰ ਉੱਧਰ ਹੁੰਦੀ ਹੈ। ਇਹਦੇ ਨਾਲ ਬੈਨੀਪਾਲ ਸਾਹਿਬ ਕਈ ਵਾਰੀ ਇਹ ਵੀ ਹੁੰਦਾ, ਆਹ ਨਿੰਬੂ ਲੱਭਾ ਅੱਜ ਘਰ, 4 ਦਿਨ ਪਹਿਲਾਂ ਵੀ ਨਿੰਬੂ ਇੱਥੋਂ ਲੱਭਾ ਸੀ, ਅੱਜ ਮਿਰਚ ਲੱਭੀ ਹੈ। ਉਹ ਹੋ ਸਕਦਾ ਕਿ ਨਿਆਣੇ ਨੇ ਇੱਕ ਕੁਕੜੂ ਬਣਾ ਕੇ ਰੋਟੀ ਖਾਂਦੇ ਨੇ, ਮਿਰਚ ਡਿੱਗ ਪਈ ਹੋਵੇ, ਨਿੰਬੂ ਅਚਾਰ ਵਾਲਾ ਡਿੱਗ ਪਿਆ ਹੋਵੇ, ਕੁਝ ਵੀ ਹੋ ਸਕਦਾ। ਵੈਸੇ ਵੀ ਬੈਨੀਪਾਲ ਸਾਹਿਬ ਜੇ ਟੂਣਾ ਕਰਨ ਦੇ ਨਾਲ ਕਿਸੇ ਨੂੰ ਕੋਈ ਸਮੱਸਿਆ ਹੋਣੀ ਹੋਵੇ, ਫਿਰ ਤਾਂ ਟੂਣਾ ਭਾਰਤ ਵਾਲੇ ਪਾਕਿਸਤਾਨ ਨੂੰ ਕਰਦੇ ਫਿਰਨ, ਫਿਰ ਪਾਕਿਸਤਾਨ ਵਾਲੇ ਭਾਰਤ ਵਾਲੇ ਪਾਸੇ ਨੂੰ ਟੂਣਾ ਕਰਦੇ ਫਿਰਨ, ਫਿਰ ਤਾਂ ਟੂਣਾ ਕੁਝ ਵੀ ਕਰ ਸਕਦਾ ਦੁਨੀਆ ਦੇ। ਟੂਣਾ ਫਿਰ ਕਰੋਨਾ ਵਾਇਰਸ ਨੂੰ ਵੀ ਹਰਾ ਸਕਦਾ। ਪਰ ਟੂਣਿਆਂ ਦੇ ਕਰਕੇ ਵੀ ਬਹੁਤ ਸਾਰੇ ਝਗੜੇ ਹੁੰਦੇ ਆ। ਕਈ ਵਾਰੀ ਹੁੰਦਾ ਕੀ ਹੈ ਕਿ ਜਿਹੜੇ ਮੁੰਡੇ ਖੁੰਡੇ ਹੁੰਦੇ ਆ ਉਹ ਸ਼ਰਾਰਤੀ ਹੁੰਦੇ ਆ, ਨਿੰਬੂ ਲੈ ਲੈਣਾ, ਮਿਰਚ ਲੈ ਲੈਣਾ, ਧਾਗੇ 'ਚ ਬੰਨ੍ਹ ਕੇ ਕਿਤੇ ਘਰ ਮੂਹਰੇ ਲਟਕਾ ਦੇਣੇ, ਜਿਹੜੇ ਬਹੁਤੇ ਵਹਿਮੀ ਹੋਣ, ਤੇ ਉਹ ਫਿਰ ਸਵੇਰ ਨੂੰ ਉੱਠ ਕੇ ਉਹਨਾਂ ਦਾ ਕੱਖ ਨਾ ਰਹੇ। ਬੰਦੇ ਵੀ ਖੜੇ ਹੁੰਦੇ ਆ ਤੇ ਬੀਬੀਆਂ ਵੀ ਖੜੀਆਂ ਹੁੰਦੀਆਂ, ਸਾਨੂੰ ਸਾਰਾ ਹੀ ਪਤਾ ਹੈ, ਸਾਨੂੰ ਤਾਂ ਸਾਡੇ ਬਾਬਾ ਜੀ ਨਹੁੰ 'ਚ ਦਿਖਾ ਦਿੰਦੇ ਆ, ਸਾਨੂੰ ਤਾਂ ਫਲਾਣੇ ਬਾਬਾ ਜੀ ਜਿਹੜੇ ਥਾਲ 'ਚ ਦਿਖਾ ਦਿੰਦੇ ਆ, ਸਾਨੂੰ ਸਾਰਾ ਹੀ ਪਤਾ ਇਹ ਕਿਹੜੇ ਨਿੱਜ ਹੋਣਿਆਂ ਨੇ ਕੀਤਾ, ਇਹ ਐਂ ਹੋ ਜਵੇ, ਇਹਨਾਂ ਦਾ ਕੱਖ ਨਾ ਰਹੇ, ਇਹਨਾਂ ਦੀਆਂ ਫਲਾਨੀਆਂ ਪੀੜ੍ਹੀਆਂ ਨੂੰ ਆਹ ਹੋ ਜਾਏ, ਇਹਨਾਂ ਦੇ ਪੱਲੇ ਕੱਖ ਨਾ ਰਹੇ, ਭੁੱਖੇ ਕੀੜੇ ਕੂੜਿਆਂ ਦੀ ਵੀ ਗੱਲ ਕਈ ਵਾਰੀ ਕਰ ਦਿੰਦੇ ਹੁੰਦੇ ਆ। ਪਰ ਟੂਣਿਆਂ ਟਾਣੇ 'ਚ ਰੱਖਿਆ ਕੋਈ ਨਹੀਂ, ਟੂਣਿਆਂ ਕਰਕੇ ਲੜਿਆ ਕਰੋ ਐਵੇਂ। ਬਹੁਤੇ ਲੋਕ ਆ ਪੁੱਛਿਆਂ ਦੇ ਨਾਲ ਇਹਨੂੰ ਵਿਗਾੜੇ। ਉਹ ਪਿੰਡ 'ਚ ਐਵੇਂ ਕਿਸੇ ਦਾ ਨਾਲ ਨਾ, ਉਹ ਪਤਲਾ ਜਿਹਾ, ਉਹ ਲੰਬਾ ਜਿਹਾ, ਉਹ ਇੱਧਰਲੇ ਪਾਸੇ ਨੂੰ ਘਰ ਆ। ਹੁਣ ਪਿੰਡ 'ਚ ਪਤਲਾ ਵੀ ਹੋਊ, ਲੰਬਾ ਵੀ ਹੋਊ, ਇੱਧਰ ਨੂੰ ਦਰਵਾਜ਼ਾ ਵੀ ਕਿਸੇ ਦਾ ਖੁੱਲ੍ਹਦਾ ਹੀ ਹੋਣਾ। ਜਿਹਨਾਂ ਦਾ ਘਰ ਜਿਹੜਾ ਪੱਛੋਂ ਵਾਲੇ ਪਾਸੇ ਆ, ਹੁਣ ਪੱਛੋਂ ਵਾਲੇ ਜਾਂ ਪੂਰਬ ਵਾਲੇ ਕਿਸੇ ਨੂੰ ਕਿਸੇ ਦਾ ਤਾਂ ਹੋਣਾ ਹੀ ਆ। ਇਹ ਪਿੰਡ ਦੇ ਵਿੱਚ ਬਹੁਤ ਤਰ੍ਹਾਂ ਦੇ ਕਰੈਕਟਰ ਹੁੰਦੇ ਆ। ਮੈਨੂੰ ਯਾਦ ਆ, ਛੋਟੇ ਛੋਟੇ ਹੁੰਦੇ ਸੀ, ਦਰਅਸਲ ਨਾ ਉਹ ਬੰਦੇ ਦੇ ਮੁਰਗੀਆਂ ਰੱਖੀਆਂ ਸੀ, ਉਹ ਮੁਰਗੀ ਉਹਦੀ ਕੋਈ ਕੁੱਤਾ ਖਾ ਗਿਆ ਜੀ। ਹੁਣ ਨਿਆਣੇ ਸੀ, ਸਾਨੂੰ ਵੀ ਇਸ ਗੱਲ ਦਾ ਕੋਈ ਬਾਹਲਾ ਇਲਮ ਨਹੀਂ।
ਉਹ ਕਹਿੰਦਾ ਆਹ ਕੁੱਤਾ ਪਿੰਡ ਦਾ ਹਲਕਿਆ ਹੋਇਆ। ਹੁਣ ਜੇ ਕਿਸੇ ਕੁੱਤੇ ਦੇ ਪਿੱਛੇ ਡਾਂਗ ਲੈ ਕੇ ਫਿਰਾਂਗੇ, ਉਹਨੇ ਮੂਰੇ ਭੱਜਣਾ ਹੀ ਹੈ। ਉਹ ਸਾਰੇ ਜਿਹੜੇ ਸਾਡੇ ਤੋਂ ਵੱਡੇ ਵੀ ਸੀ ਉਹ ਪੁੱਛਣ ਵੀ ਹਲਕੇ ਹੋਏ ਦੀ ਨਿਸ਼ਾਨੀ ਕੀ? ਕਹਿੰਦਾ ਦੇਖੋ ਇਹਨੇ ਆਪਾਂ ਨੂੰ ਦੇਖ ਕੇ ਭੱਜੀ ਜਾਣਾ, ਰੁਕਣਾ ਨਹੀਂ ਕੁੱਤੇ ਨੇ। ਜੇ ਖੜੂਗਾ ਇਹਦਾ ਮਤਲਬ ਇਹ ਠੀਕ ਹੈ, ਇਹਨੇ ਖੜਨਾ ਨਹੀਂ। ਹੁਣ ਜੇ ਪਿੱਛੇ 10 ਬੰਦੇ ਡਾਂਗ ਲੈ ਕੇ ਪਏ ਹੋਏ ਆ, ਦੌੜੂਗਾ ਹੀ। ਬਾਅਦ 'ਚ ਕਈ ਸਾਲਾਂ ਬਾਅਦ ਪਤਾ ਲੱਗ ਗਿਆ ਉਹ ਕੁੱਤਾ ਵੀ ਪਿੱਛੇ ਫਿਰ ਫੁਰ ਕੇ ਜਿਹੜੇ ਸਾਡੇ ਤੋਂ ਵੱਡੇ ਸੀ ਉਹਨਾਂ ਨੇ ਮਾਰ ਸੁੱਟਿਆ। ਬਾਅਦ 'ਚ ਕਈ ਸਾਲਾਂ ਬਾਅਦ ਪਤਾ ਲੱਗਾ ਕਿ ਇਹਦੀ ਮੁਰਗੀ ਖਾ ਜਾਂਦਾ ਸੀ, ਉਹ ਇਹਦੀਆਂ ਮੁਰਗੀਆਂ ਰੱਖੀਆਂ ਸੀ, ਕੁੱਤਾ ਹਲਕਿਆ ਨਹੀਂ ਸੀ। ਅਸਲ 'ਚ ਰੌਲਾ ਸੀ, ਰੌਲਾ ਆਹ ਸੀ। ਹੁਣ ਦੇਖੋ ਗੱਲ ਕੋਈ ਹੁੰਦੀ ਹੈ ਬਣ ਕੋਈ ਜਾਂਦੀ ਹੈ ਜਾਂ ਬਣਾ ਕੋਈ ਦਿੱਤੀ ਜਾਂਦੀ ਹੈ। ਕਈ ਵਾਰੀ ਪਿੰਡਾਂ ਦੇ ਵਿੱਚ ਜਿਹੜਾ ਤੁਸੀਂ ਕਿਹਾ ਐਵੇਂ ਹੀ ਬਿਨਾਂ ਗੱਲਾਂ ਹੀ ਵਹਿਮ, ਕੋਈ ਉਹ ਸਵਾਹ ਦੀਆਂ ਪਿੰਨੀਆਂ ਜੀ ਵੱਟ ਕੇ ਚਰਸਤੇ ਤੇ ਰੱਖ ਜਾਣਗੇ। ਕਈ ਲੋਕਾਂ ਨੇ ਨਿੱਕੀਆਂ ਗੱਲਾਂ ਕਰਕੇ ਆਪਣੇ ਘਰ ਵਿਗਾੜ ਲਏ ਤੇ ਦੂਜਿਆਂ ਦੇ ਵਿਗਾੜਨ ਦੀ ਕੋਸ਼ਿਸ਼ ਕੀਤੀ। ਕਈ ਵਾਰੀ ਪਿੰਡਾਂ 'ਚ ਰੌਲਾ ਇਹ ਪੈ ਜਾਂਦਾ, ਉਹ ਆਪ ਕਿਸੇ ਬੀਬੀ ਪੁੱਛਣ ਵਾਲੇ ਕੋਲ ਜਾਂਦੀ ਹੈ, ਭੈਣੇ ਬੱਚਾ ਨਹੀਂ ਹੁੰਦਾ ਮੇਰੇ ਨਾਲ ਚੱਲ। ਸਾਡੇ ਤੋਂ ਉੱਥੋਂ ਹੀ ਹੋਇਆ ਸਾਰਾ ਕੁਝ। ਕਰਨੀ ਵਾਲੇ ਆ, ਬਹੁਤ ਕਰਨੀ ਵਾਲੇ। ਹੁਣ ਜਦ ਘਰ ਦੇ ਬੰਦਿਆਂ ਨੂੰ ਪਤਾ ਲੱਗਦਾ ਕਿ ਫਲਾਣਿਆਂ ਦੀ ਬੁੜੀ ਜਾਂ ਫਲਾਣਿਆਂ ਦੀ ਬੀਬੀ ਸਾਡੀ ਬੀਬੀ ਨੂੰ ਜਾਂ ਸਾਡੀ ਬੁੜੀ ਨੂੰ ਜਾਂ ਸਾਡੀ ਘਰ ਵਾਲੀ ਨੂੰ ਵਿਗਾੜਨ ਲੱਗੀ ਹੋਈ ਹੈ, ਉਹ ਇਹ ਤਾਂ ਕੀ ਕਿ ਆਪਦੇ ਵਾਲੀ ਨੂੰ ਰੋਕਣ ਜਾਂ ਰੁਕਦੀ ਨਹੀਂ, ਅਗਲੇ ਦੇ ਘਰ ਜਾਣਾ। ਹੁਣ ਤੁਸੀਂ ਸਾਡੀਆਂ ਬੀਬੀਆਂ ਨੂੰ ਲੈ ਕੇ ਜਾਓਗੇ ਪੰਡਤਾਂ ਦੇ ਪੁੱਛੇ ਵਾਲਿਆਂ ਦੇ। ਸੋ ਭਾਈ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਆਪਣਾ ਪੜ੍ਹਿਆ ਵਿਚਾਰੋ ਕਿ ਸਾਡੇ ਵਾਲੇ ਨੂੰ ਰੋਕੀਏ, ਦੂਜੇ ਵਾਲਿਆਂ ਨੇ ਆਪੇ ਰੁਕ ਜਾਣਾ। ਕੋਈ ਧੱਕਾ ਕਰਕੇ ਥੋੜੀ ਉਹਨੂੰ ਚੜਾ ਕੇ ਲੈ ਗਿਆ। ਸੋ ਮੈਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਭਾਵੇਂ ਝਗੜੇ ਛੋਟੇ ਪੱਧਰ ਤੇ ਹੋ ਰਹੇ ਨੇ, ਭਾਵੇਂ ਵੱਡੀ ਪੱਧਰ ਤੇ ਹੋ ਰਹੇ ਨੇ, ਉਹਨਾਂ ਦਾ ਸਾਰਿਆਂ ਦਾ ਇੱਕੋ ਹੀ ਕਾਰਨ ਹੈ ਕਿ ਹਉਮੈ ਨੂੰ ਅਸੀਂ ਪੱਠੇ ਪਾਉਣ ਲੱਗੇ ਹੋਏ ਹਾਂ। ਗਲਤਫਹਿਮੀਆਂ ਗਲਤਫਹਿਮੀਆਂ। ਜਿੰਨੀ ਦੇਰ ਸਾਨੂੰ ਲੱਗਦਾ ਕਿ ਸਾਡੀ, ਮੰਨ ਲਓ ਅਸੀਂ ਵੋਟ ਨੂੰ ਕਿਸੇ ਨੂੰ ਕਿਹਾ, ਹਾਂਜੀ ਤੁਹਾਡੀ ਆ ਸਰਦਾਰ ਸਾਹਿਬ ਜਿੱਥੇ ਮਰਜ਼ੀ ਲਿਖਾ ਲਓ, ਕਦੇ ਲੜਾਈ ਨਹੀਂ ਹੋਣੀ। 45 ਨੂੰ ਕਿਹਾ ਕਿ ਇੱਥੇ ਕਿਉਂ ਹੈ ਬਰਨਾਲਾ ਤੁਹਾਡਾ, ਹਾਂਜੀ ਬਰਨਾਲਾ ਸਰਦਾਰ ਸਾਹਿਬ ਜਿੱਥੇ ਕਹੋਗੇ ਉੱਥੇ ਕਰ ਦਾਂਗੇ, ਲੜਾਈ ਨਹੀਂ ਹੋਣੀ। ਤੁਸੀਂ ਇੱਥੇ ਥੜੀ ਲਾ ਲਈ, ਕੋਈ ਗੱਲ ਨਹੀਂ ਜੀ, ਤੁਸੀਂ ਦੱਸੋ ਦਾ ਕੀ ਕਰ ਦਈਏ। ਜਿੰਨੀ ਦੇਰ ਤਾਂ ਸਾਡਾ ਸੁਭਾਅ ਇਹ ਹੈ ਕਿ ਹਾਂ ਇੱਕ ਨੇ ਕਿਹਾ ਦੂਸਰੇ ਨੇ ਮੰਨ ਲਿਆ, ਉੱਥੇ ਤਾਂ ਝਗੜਾ ਗਿਆ ਨਿਬੜ। ਪਰ ਜਦੋਂ ਕਹਿੰਦਾ ਤੂੰ ਗਾਉਣਾ ਮੈਨੂੰ ਪੁੱਛਣ ਵਾਲਾ, ਤੁਹਾਨੂੰ ਪੁੱਛ ਕੇ ਬਣਾਵਾਂ ਹੁਣ ਮੈਂ, ਤੂੰ ਜੱਜ ਲੱਗਿਆ ਹੋਇਆ, ਜਦ ਮੂਹਰਿਓਂ ਟੋਨ ਦੇ ਵਿੱਚ ਥੋੜੀ ਜਿਹੀ ਤਬਦੀਲੀ ਆ ਗਈ, ਸਮਝੋ ਲੜਾਈ ਹੋ ਗਈ। ਬੈਨੀਪਾਲ ਸਾਹਿਬ ਦੇਖੋ, ਇੱਕ ਗੱਲ ਤਾਂ ਸਾਰੇ ਪਿੰਡਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਇਲੈਕਸ਼ਨ ਭਾਵੇਂ ਲੋਕ ਸਭਾ ਦੀ ਹੈ, ਵਿਧਾਨ ਸਭਾ ਦੀ ਹੈ, ਬਲਾਕ ਸੰਮਤੀ ਦੀ ਹੈ, ਜ਼ਿਲ੍ਹਾ ਪ੍ਰੀਸ਼ਦ ਦੀ ਹੈ, ਸਰਪੰਚੀ ਦੀ ਹੈ ਜਾਂ ਪੰਚੀ ਦੀ ਹੈ, ਪੋਲਿੰਗ ਬੂਥ ਇੱਕ ਲੱਗੇ ਜਿੱਥੋਂ ਪਰਚੀਆਂ ਕੱਟ ਕੇ ਤੇ ਸਾਰਾ ਪਿੰਡ ਇੱਕ ਜਗ੍ਹਾ ਬੈਠੇ, ਕੋਈ ਝੰਡੀਆਂ ਲਾਉਣ ਦੀ ਲੋੜ ਨਹੀਂ। ਜਿਨ੍ਹਾਂ ਨੂੰ ਮਹੀਨੇ 'ਚ ਨਹੀਂ ਪਤਾ ਲੱਗਾ ਕਿ ਸਾਡੇ ਬੰਦੇ ਦਾ ਚੋਣ ਨਿਸ਼ਾਨ ਕਿਹੜਾ ਹੈ, 1 ਮਿੰਟ 'ਚ ਨਹੀਂ ਪਤਾ ਲੱਗ ਜਾਣਾ। ਦੂਸਰੀ ਗੱਲ, ਕੋਈ ਤੁਹਾਡੇ ਘਰ ਦੇ ਮੂਹਰੇ ਦੀ ਹੌਰਨ ਮਾਰ ਕੇ ਲੰਘਿਆ, ਕਿਸੇ ਨੇ ਡੈਕ ਲਵਾਇਆ ਤੇ ਜੀ ਕਰਦਾ ਫਲਾਨਿਆਂ ਨਾਲ ਸਾਡਾ ਦੁਸ਼ਮਣੀ ਹੈਗੀ ਆ, ਉੱਥੋਂ ਦੀ ਡੈਕ ਉੱਚੀ ਵਜਾਉਂਦਾ ਜਾਵਾਂ। ਜਾਂ ਤਾਂ ਤੁਸੀਂ ਕਹੋ ਨਾ ਕਿ ਡੈਕ ਤੁਸੀਂ ਬਣਾਇਆ ਦੁਨੀਆ 'ਚ, ਤੁਹਾਡੇ ਤੋਂ ਪਹਿਲਾਂ ਕਿਸੇ ਨੇ ਟਰੈਕਟਰ ਦੇ ਉੱਤੇ ਡੈਕ ਲਾਇਆ ਹੀ ਨਹੀਂ, ਜਾਂ ਤੁਸੀਂ ਵੱਡੇ ਬੂਫਰ ਗੱਡੀ ਦੇ ਵਿੱਚ ਲਵਾ ਕੇ ਤਾਂ ਫਲਾਨੀ ਜਗ੍ਹਾ ਦੇ ਉੱਤੇ ਜਾ ਕੇ ਖੰਘਿਆ ਨਹੀਂ ਤਾਂ ਟੰਗਿਆ ਨਹੀਂ, ਉਹ ਗਾਣਾ ਸ਼ੀਸ਼ੇ ਥੱਲੇ ਕਰਕੇ ਉੱਚੀ ਵਜਾਉਣਾ, ਤਾਂ ਫਿਰ ਤਾਂ ਸਮਝ ਲਓ ਕਿ ਲੜਾਈ ਝਗੜੇ ਹੋਣੇ ਹੀ ਆ। ਦੂਸਰੀ ਗੱਲ ਬੈਨੀਪਾਲ ਸਾਹਿਬ, ਜੇ ਅਗਲਾ ਹੌਰਨ ਮਾਰ ਕੇ ਵੀ ਲੰਘਦਾ, ਡੈਕ ਉੱਚੀ ਵਜਾ ਕੇ ਲੰਘਦਾ, ਜੇ ਤੁਸੀਂ 2-3 ਦਿਨ ਉਹਨੂੰ ਨੋਟਿਸ ਨਾ ਕੀਤਾ, ਚੌਥੇ ਦਿਨ ਉਹਨੂੰ ਆਪੇ ਚੁੱਪ ਕਰਕੇ ਚਲੇ ਜਾਣਾ। ਪਰ ਜੇ ਆਪਾਂ ਇਹ ਕਹਾਂਗੇ ਕਿ ਭਾਈ ਨਾਲੀ ਦਾ ਪਾਣੀ ਸਾਡੇ ਘਰ ਦੇ ਮੂਹਰੇ ਦੀ ਲੰਘਦਾ, ਉਹਨੇ ਥੜੀ ਵੱਡੀ ਬਣਾ ਲਈ ਹੈ ਤੇ ਅਸੀਂ ਆਪਣੀ ਹਉਮੈ ਜਿਹੜੀ ਹੈ ਉਹਨੂੰ ਸੱਜੇ ਖੱਬੇ ਕਰਨਾ, ਇੱਕ ਗੱਲ ਮੰਨ ਕੇ ਚੱਲੀਏ, ਬਹੁਤੀਆਂ ਲੜਾਈਆਂ ਤੰਗੀਆਂ ਤੁਰਸ਼ੀਆਂ ਦੀਆਂ, ਕੁਝ ਗਲਤਫਹਿਮੀਆਂ ਦੀਆਂ, ਪਰ ਅਸੀਂ ਉਨੇ ਕੀਆਂ ਨਾ ਬਹੁਤੇ ਅਮੀਰ ਆ ਨਾ ਗਰੀਬ ਆ, ਇੱਕ ਦੂਜੇ ਤੋਂ ਬਿਨਾਂ ਸਾਡਾ ਸਰਨਾ ਨਹੀਂ। ਅਸੀਂ ਥਾਣਿਆਂ ਕਚਹਿਰੀਆਂ 'ਚ ਚਲੇ ਜਾਈਏ ਤਾਂ ਵੀ ਨੇੜੇ ਰਹਿਣਾ ਹੈ, ਅਸੀਂ ਭਾਈਬੰਦੀ ਨਾਲ ਰਹਿ ਲਈਏ ਤਾਂ ਵੀ ਨੇੜੇ ਰਹਿਣਾ। ਬੜੇ ਝਗੜੇ ਨੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਵਿੱਚ ਹੋਰ ਹੁੰਦੇ ਆ, ਉਹ ਰਹਿ ਗਏ, ਫਿਰ ਕਿਸੇ ਦਿਨ ਵਿਚਾਰਾਂਗੇ। ਬਾਟ ਸਾਹਿਬ ਗੱਲ ਇਹ ਆ ਵੀ ਰਹਿਣਾ ਵੀ ਅਸੀਂ ਉਸੇ ਪਿੰਡ 'ਚ ਹੈ, ਅਸੀਂ ਰਹਿਣਾ ਵੀ ਉਸੇ ਭਾਈਚਾਰੇ 'ਚ ਹੈ। ਹੁਣ ਇੱਕੋ ਹੀ ਗੱਲ ਹੈ ਕਿ ਸਿਰਫ ਇੱਕ ਤਾਂ ਆਪਣੀ ਹਉਮੈ ਨੂੰ ਪੱਠੇ ਪਾਉਣੇ ਛੱਡੀਏ, ਦੂਸਰਾ ਤੰਗੀ ਦੂਰ ਨਹੀਂ ਹੋ ਜਾਣੀ, ਲੜ ਝਗੜ ਕੇ ਤੰਗੀ ਵਧਣੀ ਹੈ, ਕਈ ਗੁਣਾ ਵਧਣੀ ਹੈ। ਬਸ ਇੱਕ ਗੱਲ ਹੈ ਕਿ ਇੱਕ ਨੇ ਕਹੀ ਤੇ ਦੂਸਰੇ ਨੇ ਮੰਨ ਲਈ। ਅਸੀਂ ਇਹ ਦੇਖੇ ਕਿ ਭਾਈਚਾਰਕ ਸਾਂਝ ਤੋੜਨੀ ਨਹੀਂ, ਇਹ ਵਧਾਉਣੀ ਹੈ। ਜੇਕਰ ਅਸੀਂ ਥੋੜੀਆਂ ਗੱਲਾਂ ਇੱਕ ਦੂਸਰੇ ਦਾ ਮੰਨਣ ਲੱਗ ਜਾਂ ਸੁਣਨ ਦਾ ਮਾਦਾ ਪੈਦਾ ਕਰ ਲਈਏ, ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਜਿਹੜੇ ਮਸਲੇ ਸੁਲਝਾਏ ਜਾ ਸਕਦੇ ਨੇ ਜਾਂ ਸੁਲਝ ਸਕਦੇ ਆ। ਸੋ ਇਸ ਦੇ ਨਾਲ ਹੀ ਬਾਟ ਸਾਹਿਬ ਸਮਾਂ ਸਮਾਪਤ ਹੈ। ਧੰਨਵਾਦ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਦੋਸਤੋ, ਇਹ ਸੀ ਅੱਜ ਦਾ ਸਾਡਾ ਪ੍ਰੋਗਰਾਮ ਕਿ ਪਿੰਡਾਂ ਦੇ ਵਿੱਚ ਕਈ ਵਾਰੀ ਬਿਨਾਂ ਵਜ੍ਹਾ ਤੋਂ ਹੀ ਅਸੀਂ ਲੜ ਪੈਂਦੇ ਹਾਂ, ਝਗੜ ਪੈਂਦੇ ਹਾਂ। ਸੋ ਘੱਟੋ ਘੱਟ ਅਸੀਂ ਨਿੱਕੀਆਂ ਗੱਲਾਂ ਦਾ ਜੇਕਰ ਖਿਆਲ ਰੱਖੀਏ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਫਜ਼ੂਲ ਦੇ ਵਿੱਚ, ਬੇਫਜ਼ੂਲ ਨਹੀਂ ਸਗੋਂ ਫਜ਼ੂਲ ਦੇ ਵਿੱਚ ਖਰਚ ਕਰਦੇ ਹਾਂ, ਉਹ ਫਜ਼ੂਲ ਖਰਚੀ ਨੂੰ ਘਟਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ, ਰੱਬ ਰਾਖਾ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।